ਛੋਟਾ ਮੂੰਹ ਵੱਡੀ ਗੱਲ है जी। मैनू भगवंत मान होनी CM ही 3-6 महीने नज़र आते और मैनू ये लगता है कि किते चोण जितण तो बाद ਉਹਦੇ ਨਾਲ ਧੋਖਾ ਨਾ ਹੋਵੇ। मतलब ਇਹਨਾਂ ਦੋਵਾਂ ਨਾਲੋਂ ਚੰਗੇ ਨੇ कि यार नਵੇਂ ਆਉਣਗੇ। हो सकता ਉਹ जेब कतरी होण, ਇਹਨਾਂ ਵਾਂगू हज़ार करोड़ रुपये का टारगेट नहीं लैके आउणगे। केजरीवाल जे सरकार बनाउंदे ने ते ਉਹ ਪੰਜਾਬ 'ਚ ਇੱਕ मॉडल सैट करना चाहुंदे ने ਜਿਹਦਾ थ्रैट मोदी ਨੂੰ भी है। नवजोत सिंह सिद्धू सिरे का झूठा मतलब फरेबी। मैं तुहानूं कहना कि तू मतलब ठग है, तेरी वाइफ ने इत्थे पूरा आतंक जिहड़ा वो मचा छड्डिया करप्शन का। पर जे मैं तेरी तुलना बिक्रम मजीठीए ना करा तो फिर वो कहंदे ना भी इहदे नालों ये प्यो इहदा चंगा सी। वो सुनी है कहावत जी तुसीं, एक राजा सीगा सुखबीर होनी सियासी तौर पर मेरे ख्याल दिवालिया हो चुके हैं, मतलब तबाह हो चुके हैं। कैप्टन अमरिंदर सिंह ने सिर्फ इंजॉय की अपनी जी 4.5 पौने 5 साल की, और उन्हें लोगों का काम करने नूं मतलब सोचा ही कुछ नहीं। जिहड़ा बंदा झूठी सौं खा गया। तो मैं एक दिन बोलिया सीगा, मैं कहा कैप्टन अमरिंदर सिंह तुहाडा इतिहास लिखिया आउंदा भी तुहाडा दादा परदादा बाबा कौन सीगा, पर मैं मनदा कि ये जिहड़ी तेरी 7वीं पीढ़ी है राज भाग तो बाद ਇਹਦਾ ਨਾਂ ਜਿਹੜਾ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ ਵੀ ਇਹ ਬੰਦਾ ਝੂਠੀ ਸਹੁੰ ਖਾ ਗਿਆ। मतलब ਇਹਨੇ ਪੰਜਾਬ ਲਈ ਕੀਤਾ ਕੁਛ ਨਹੀਂ। ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਰਾਜ 'ਚ ਮੈਂ ਤੇ ਦੋਵਾਂ ਨੂੰ ਇੱਕੋ ਗਿਣਦਾ। ਉਹ ਤੇ ਡਿੱਟੋ ਸਰਕਾਰ ਜੋ ਅਕਾਲੀਆਂ ਦੇ ਆਕੇ ਚੱਲਦੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕੰਮ ਹੀ ਉਹ ਕੀਤੇ। ਉਹ ਸ਼ਰੇਆਮ ਕਹਿੰਦਾ ਰਿਹਾ ਮੇਰਾ ਭਤੀਜਾ ਹੈ ਫਲਾਣਾ। ਮਤਲਬ ਲੋਕਾਂ ਸਾਹਮਣੇ ਜਦੋਂ ਤੋਂ ਇੱਥੋਂ ਪਹਿਲਾਂ ਇਲੈਕਸ਼ਨ ਲੜੀ ਉਦੋਂ ਤੈਨੂੰ ਬਾਂਦਰ ਕੁੱਤਾ ਮੈਂ ਟੰਗ ਦੂੰਗਾ ਫਲਾਣਾ ਕਰ ਦੂੰਗਾ। ਸਾਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਕਿੰਨੀ ਹੋ ਗਈ ਜੀ? 100 ਸਾਲ ਦੇ ਕਰੀਬ ਹੋਵੇ। ਇਸ ਉਮਰ ਦੇ ਵਿੱਚ ਤੁਸੀਂ ਉਹਨੂੰ ਰੋਲ ਰਹੇ ਹੋ। 100 ਸਾਲ ਦਾ ਮਤਲਬ ਬਜ਼ੁਰਗ ਤੁਸੀਂ ਇਲੈਕਸ਼ਨ ਦੇ ਵਿੱਚ ਖੜਾ ਕਰ ਦਿੱਤਾ ਯਾਰ। ਉਹ ਸਾਰੀਆਂ ਇਲੈਕਸ਼ਨ 'ਚ ਜਿੱਤਦਾ ਆ, ਉਹਦਾ ਇੱਕ ਮਾਣ ਮੱਤਾ ਇਤਿਹਾਸ ਰਿਹਾ ਵੀ ਉਹ ਕੋਈ ਇਲੈਕਸ਼ਨ ਹਾਰਿਆ ਨਹੀਂ ਜਾਂ ਕਿੱਦਾਂ। ਇਹਦੇ ਵਿੱਚ ਜੋ ਹਾਰ ਜਾਂਦਾ ਤੇ ਲੱਖ ਲਾਹਣ ਤੇ ਸੁਖਬੀਰ ਬਾਦਲ। ਫਿਰ ਚੰਨੀ ਤੈਨੂੰ ਠੀਕ ਹੀ ਕਹਿੰਦਾ ਸੀਗਾ ਵੀ ਭਰਾਵਾ ਤੇਰੇ ਜੰਮਣ ਲੱਗਿਆ ਤੈਨੂੰ ਮਾਰ ਦਿੰਦਾ ਤੇ ਉਹ ਜ਼ਿਆਦਾ ਵਧੀਆ ਸੀ। ਆਪਣੇ ਬਾਪ ਨੂੰ ਤੁਸੀਂ ਸੁੱਖ ਦਿਓ। मतलब ਤੁਹਾਡੀ ਵਜ੍ਹਾ ਕਰਕੇ ਸੁਖਬੀਰ ਕਰਕੇ ਉਹਦੇ ਸਾਲੇ ਦੇ ਕਰਕੇ ਇੰਨੀਆਂ ਗਾਲਾਂ मतलब ਪ੍ਰਕਾਸ਼ ਸਿੰਘ ਬਾਦਲ ਦੀਆਂ ਨੰਗੀਆਂ मतलब ਫੋਟੋਆਂ ਬਣਾ ਲੋਕਾਂ ਨੇ ਪਾ ਦਿੱਤੀਆਂ। ਤੇ ਯਾਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਉਹਨੂੰ ਇਲੈਕਸ਼ਨ ਲੜਾਉਣ ਦੀ। ਕੀ ਕਾਂਗਰਸ ਦਾ ਜਿਹੜਾ CM ਦਾ ਫੇਸ ਹੈਗਾ ਚਰਨਜੀਤ ਚੰਨੀ, ਮੈਂ ਤੇ ਬਿਲਕੁਲ ਕਾਬਲ ਨਹੀਂ ਗਿਣਦਾ ਜੀ। ਇੱਥੇ ਕਿਸੇ ਅਫਸਰ ਨੇ ਮਹਿਸੂਸ ਹੀ ਨਹੀਂ ਕੀਤਾ ਕਿ ਚਰਨਜੀਤ ਸਿੰਘ ਚੰਨੀ मतलब ਮੁੱਖ ਮੰਤਰੀ ਰਹੇ ਨੇ। ਤੁਸੀਂ ਭੰਗੜਾ ਪਾ ਲੈਂਦੇ ਹੋ, ਤੁਸੀਂ मतलब ਮੰਜਾ ਮੁਣ ਲੈਂਦੇ ਹੋ, ਤੁਸੀਂ ਧਾਰਾਂ ਕੱਢ ਲੈਂਦੇ ਹੋ। ਮੈਨੂੰ ਇਹਦੇ 'ਚੋਂ ਕੋਈ ਕੰਮ ਨਹੀਂ ਆਉਂਦਾ। ਮਤਲਬ ਤੁਸੀਂ ਇਹ ਚੀਜ਼ਾਂ ਸਾਰੀਆਂ ਕਰ ਲੈਂਦੇ ਹੋ। ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ? ਤੇਰੇ ਭੰਗੜੇ ਦੇ ਨਾਲ ਲੋਕਾਂ ਨੂੰ ਨੌਕਰੀਆਂ ਤਾਂ ਨਹੀਂ ਮਿਲ ਜਾਣੀਆਂ। ਤੀ ਰਾਜਾ ਬਣੇਗੇ। ਆਪਣਾ ਬੜਾ ਉਹਨੇ ਪੱਖ ਪੇਸ਼ ਕੀਤਾ। ਮੈਂ ਬੜੀ ਇਮਾਨਦਾਰੀ ਨਾਲ 3-4 ਮਹੀਨੇ 5 ਮਹੀਨੇ ਮਿਨਿਸਟਰ ਲੈ। ਮੇਰੇ ਨਾਲ ਨੂੰ ਭਾਉ ਡਿਬੇਟ ਦੇ ਉੱਤੇ 10 ਲੱਖ ਰੁਪਈਆ ਤੁਸੀਂ ਰੋਜ਼ ਦਾ ਉੱਥੋਂ ਇਕੱਠਾ ਕਰਦੇ ਹੋ। ਬਾਦਲ ਦੀ ਬੱਸ ਘੇਰ ਲਈ ਤੇ ਸਵੇਰੇ ਲੱਗਣੀ ਆ ਵੀ ਬਾਦਲ ਦੀ ਬੱਸ ਬੰਦ ਕਰਤੀ। ਆਮ ਆਦਮੀ ਪਾਰਟੀ ਮੈਂ ਨਿੱਜੀ ਤੌਰ ਤੇ ਪਸੰਦ ਨਹੀਂ ਕਰਦਾ ਜੀ ਉਹਨਾਂ ਨੂੰ। ਮੈਂ ਕਾਰਨ ਵੀ ਦੱਸ ਦਿੰਦਾ ਜੀ ਕਿਉਂ। ਇੱਕ ਦੂਜੇ ਨਾਲ ਜਿੱਦਾਂ ਮੰਡੀ 'ਚ ਬੋਲੀ ਲੱਗਦੀ ਹੈ ਨਾ ਕਿ ਤੁਸੀਂ ਆ 5000 ਦੀ ਅਗਲਾ ਕਹਿੰਦਾ 3 ਦੀ ਅਗਲਾ ਕਹਿੰਦਾ 1000 ਦੀ। मतलब ਇਸ ਤਰੀਕੇ ਬੋਲੀ ਲਾਈ ਜਾ ਰਹੀ ਹੈ। ਕੋਈ 1000 ਕਹਿੰਦਾ, ਕੋਈ 2000 ਕਹਿੰਦਾ, ਕਿਸੇ ਨੂੰ ਕੋਈ ਕੁੱਤਾ, ਕਿਸੇ ਨੂੰ ਲੰਬੂ, ਕਿਸੇ ਨੂੰ ਬਿੱਲਾ। मतलब ਇਹਨਾਂ ਚੀਜ਼ਾਂ ਨਾਲ ਲੋਕਾਂ ਨੇ ਲੈਣਾ ਕੀ ਹੈ? ਔਰ ਸਿਆਸਤ ਇੰਨੀ ਗੰਦਲੀ ਕਰ ਦਿੱਤੀ ਗਈ ਜਦੋਂ ਚੰਨੀ ਨੂੰ ਬਣਾਇਆ ਜਾਂਦਾ ਤੇ ਕੈਸ਼ ਕੀ ਕੀਤਾ ਜਾਂਦਾ। ਤੁਸੀਂ ਉਹਦੀ ਕਾਬਲੀਅਤ ਕੈਸ਼ ਕਰੋ ਨਾ। मतलब ਉਹ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਓ। ਉਹਨੂੰ ਤੁਸੀਂ ਲੈ ਕੇ ਰਹੇ ਹੋ ਕਿ ਇਹ ਦਲਿਤ ਹੈ, ਇਹ ਅਨੁਸੂਚਿਤ ਜਾਤੀਆਂ ਤੋਂ ਹੈ। मतलब ਲੋਕਾਂ ਦਾ ਮਾਲ ਵਰਤ ਕੇ ਆਪਣੇ ਤੁਸੀਂ ਘਰ ਭਰਦੇ ਹੋ ਔਰ ਉਹ ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਸਿਰ 'ਚ ਮਾਰ ਕੇ ਤੁਸੀਂ ਇਹ ਅਹਿਸਾਨ ਕਰਦੇ ਹੋ। ਇਹ ਕਾਹਦੇ ਅਹਿਸਾਨ ਨੇ ਯਾਰ? ਸੁਖਬੀਰ ਬਾਦਲ ਹੈ ਤੇ ਇਹਦੀ ਕੋਈ मतलब ਪੈਲੀ ਘਟੀ, ਇਹਨੇ ਕੋਈ ਪੈਲੀ ਵੇਚ ਕੇ ਕੰਮ ਕਰਾਇਆ। ਹਰਸਿਮਰਤ ਬਾਦਲ ਇੱਕ ਦਿਨ ਕਹਿੰਦੇ ਨੇ ਕਿ ਮੇਰੇ ਭਰਾ ਨੇ ਇੰਨਾ ਵੀ ਨਸ਼ਾ ਵੇਚਿਆ ਹੋਵੇ ਤੇ ਸਾਡਾ ਕੱਖ ਨਾ ਰਵੇ। ਮੈਂ ਵੀ ਕਹਿੰਦਾ ਕਿ ਤੁਸੀਂ ਨਸ਼ਾ ਨਹੀਂ ਵੇਚਿਆ। ਬਿਕਰਮ ਮਜੀਠੀਆ ਕੋ मतलब ਮੋਟਰਸਾਈਕਲ ਦੇ ਉੱਤੇ ਪੁੜੀਆਂ ਵੇਚਦਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ। ਇਹ ਨਹੀਂ ਹੈ। ਪਰ ਜੋ ਤੁਸੀਂ ਤਾਣਾ ਤੰਤਰ ਸੀਗਾ ਉਹਦੇ ਨਾਲ ਖਿਲਵਾੜ ਕੀਤਾ ਪੋਲੀਟੀਸ਼ੀਅਨ, ਉਹ ਲੋਕ ਤੁਹਾਨੂੰ ਫੰਡ ਦਿੰਦੇ ਰਹੇ ਆ ਕੇ। ਚੰਗਾ ਬੰਦਾ ਕੋਈ ਪੋਲੀਟਿਕਸ 'ਚ ਆਉਣਾ ਨਹੀਂ ਚਾਹੁੰਦਾ। ਜਿੰਨਾ ਚਿਰ ਚੰਗੇ ਲੋਕ ਸਿਆਸਤ 'ਚ ਨਹੀਂ ਆਉਣਗੇ, ਪੜ੍ਹੇ ਲਿਖੇ ਲੋਕ ਸਿਆਸਤ 'ਚ ਨਹੀਂ ਆਉਣਗੇ ਤੇ ਡਾਕੂ ਤੁਹਾਡੇ ਦੇ ਉੱਤੇ ਰਾਜ ਕਰਦੇ ਰਹਿਣਗੇ ਨਾ। ਫਿਰ ਤੁਹਾਡੇ ਵਰਗੇ ਲੋਕ ਆਉਣੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਮੁੱਦਿਆਂ ਪ੍ਰਤੀ ਆਪਣਾ ਹਿਰਖ ਰੱਖਦੇ ਹੈਗੇ ਨੇ। ਆਉਣ ਵਾਲੇ ਸਮੇਂ 'ਚ ਉਮੀਦ ਹੈਗੀ ਹੈ ਅੰਮ੍ਰਿਤਸਰ ਤੋਂ ਮਨਦੀਪ ਮਰਨਾ ਕਿਸੇ ਪਾਰਟੀ ਦੇ ਉਮੀਦਵਾਰ ਹੋ ਸਕਦੇ ਜਾਂ ਵਿਧਾਇਕੀ ਵਾਸਤੇ ਲੜਨਗੇ ਜਾਂ ਲੋਕ ਸਭਾ ਵਾਸਤੇ। ਅੱਜ ਤੋਂ ਠੀਕ 5 ਦਿਨ ਬਾਅਦ ਪੰਜਾਬ ਦੀ ਜਨਤਾ ਨੇ ਅਗਲੇ 5 ਸਾਲਾਂ ਵਾਸਤੇ ਆਪਣਾ ਭਵਿੱਖ ਚੁਣਨਾ। ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰੇਗਾ, ਮਤਦਾਨ ਕਰੇਗਾ। मतलब ਆਪਣੀ ਅਗਲੇ 5 ਸਾਲਾਂ ਵਾਸਤੇ ਮਤ ਦਾਨ ਕਰੇਗਾ, ਕਿਸ ਪਾਰਟੀ ਨੂੰ ਦੇਗਾ। ਔਰ ਨਾਲ ਦੀ ਨਾਲ ਕੀ ਇਹ ਸੋਚ ਕੇ ਕਰੇਗਾ ਕਿ
ਜਿਹੜੇ ਅਗਲੇ 5 ਸਾਲ ਨੇ ਉਹਨਾਂ ਵਾਸਤੇ ਤੇ ਪੰਜਾਬ ਵਾਸਤੇ ਕਿੰਨੇ ਮਹਿਫੂਜ਼ ਰਹਿਣਗੇ, ਕਿੰਨੇ ਸੁਰੱਖਿਅਤ ਰਹਿਣਗੇ, ਤੇ ਕੀ ਇਹਨਾਂ ਚੋਣਾਂ ਦੇ ਵਿੱਚ ਜਿੰਨੀਆਂ ਵੀ ਰਾਜਸੀ ਪਾਰਟੀਆਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਭਾਰਤੀ ਜਨਤਾ ਪਾਰਟੀ ਦਾ ਨਵਾਂ ਗੱਠਜੋੜ ਜਾਂ ਫਿਰ ਕਾਂਗਰਸ ਪਾਰਟੀ, ਕੀ ਉਹਨਾਂ ਨੇ ਚਿਹਰਿਆਂ ਦੀ ਗੱਲ ਕੀਤੀ ਹੈ ਜਾਂ ਫਿਰ ਮੁੱਦਿਆਂ ਦੀ? ਕੀ ਜਿਹੜੇ ਪੰਜਾਬ ਦੇ ਮੁੱਦੇ ਹੋਣੇ ਚਾਹੀਦੇ, ਜੇ ਉੱਠਣੇ ਚਾਹੀਦੇ ਸੀ ਮੁੱਦੇ, ਬੰਨੇ ਚਾਹੀਦੇ ਸੀ ਲੋਕ ਸੱਤਾ ਦੇ ਵਿੱਚ, ਕੀ ਉਹ ਬਣੇ ਨੇ? ਇਸ ਮੁਤਲਕ ਹੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਮੁੱਦੇ ਉਠਾਉਂਦੇ ਆ ਰਹੇ ਨੇ, ਅੰਮ੍ਰਿਤਸਰ ਤੋਂ ਮਨਦੀਪ ਸਿੰਘ ਮੰਨਾ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹਨਾਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਕੀ ਸੋਚ ਕੇ ਰੱਖਿਆ ਸੀ, ਕਿ ਉਹਨਾਂ ਦੀ ਇੱਛਾ ਅਨੁਸਾਰ ਜਾਂ ਜੋ ਉਹ ਸੋਚਦੇ ਸੀ ਉਹ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਮੁੱਦੇ ਉਠਾਏ ਨੇ। ਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜਗਤਾਰ ਜੀ, ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਮਨਦੀਪ ਜੀ, ਮੈਂ ਨਹੀਂ, ਬਹੁਤ ਸਾਰੇ ਲੋਕ ਤੁਹਾਨੂੰ ਫੇਸਬੁੱਕ ਤੇ ਦੇਖਦੇ ਰਹਿੰਦੇ ਨੇ ਕਿ ਤੁਸੀਂ ਪੰਜਾਬ ਦੇ ਮੁੱਦੇ ਬੜੇ ਨਿਡਰ ਹੋ ਕੇ, ਵਿਭਾਗ ਹੋ ਕੇ ਉਠਾਉਂਦੇ ਰਹੇ ਨੇ। ਕਿ ਉਹ ਜਿਹੜੇ ਮੁੱਦੇ ਨੇ ਉਹ ਤੁਹਾਡੇ ਇਕੱਲਿਆਂ ਦੇ ਨਹੀਂ ਮੁੱਦੇ, ਉਹ ਪੰਜਾਬ ਦੇ ਹਰ ਇੱਕ ਪੰਜਾਬੀ ਦੇ ਮੁੱਦੇ ਨੇ। ਕਿ ਇਹ ਸਾਰੀਆਂ ਜਿਹੜੀਆਂ ਸਰਮੌਰ ਪਾਰਟੀਆਂ ਨੇ ਉਹਨਾਂ ਜਿਹੜੇ ਤੁਸੀਂ ਮੁੱਦੇ ਉਠਾਉਂਦੇ, ਜਾਂ ਇੱਕ ਪੰਜਾਬੀ ਦੀ ਇੱਕ ਉਹ ਮੁੱਦੇ ਉਠਾਉਣ ਦੀ ਹਰ ਇੱਕ ਨਹੀਂ ਉਠਾ ਸਕਦਾ, ਕਿ ਇਹ ਜਿਹੜੀਆਂ ਪਾਰਟੀਆਂ ਉਹ ਨੇੜੇ ਤੇੜੇ ਪਹੁੰਚੀਆਂ ਕਿਤੇ ਜੀ? ਦੇਖੋ ਭੁੱਲਰ ਸਾਹਿਬ, ਮੈਂ ਗੱਲ ਸਪਸ਼ਟ ਕਰਾਂ, ਮੈਂ ਜੋ ਵੀ ਬੋਲਦਾ, ਜਦੋਂ ਮੈਨੂੰ ਸਮਾਜ 'ਚ ਇਹ ਸੁਣਨ ਨੂੰ ਮਿਲਦਾ ਨਾ ਕਿ ਇਹ ਲਫ਼ਜ਼ ਸਾਡੇ ਸੀਗੇ, ਅਸੀਂ ਬੋਲ ਨਹੀਂ ਸੀ ਸਕਦੇ, ਸਾਡੇ ਮਨ 'ਚ ਕੋਈ ਡਰ ਸੀਗਾ ਜਾਂ ਸਾਡੀਆਂ ਵੀ ਮਜਬੂਰੀਆਂ ਨੇ, ਉਹ ਤੁਸੀਂ ਬੋਲੇ ਨੇ, ਤੇ ਮੈਨੂੰ ਬੜਾ ਮਨ ਨੂੰ ਸਕੂਨ ਮਿਲਦਾ। 5 ਸਾਲ ਬਾਅਦ ਇਲੈਕਸ਼ਨ ਜਿਹੜੀ ਵਿਧਾਨ ਸਭਾ ਦੀ ਹੁੰਦੀ ਹੈ, ਮਤਲਬ 2.5 ਸਾਲ ਬਾਅਦ ਇਲੈਕਸ਼ਨ ਆਉਂਦੀ ਹੈ ਕਿ ਵਿੱਚ ਲੋਕ ਸਭਾ ਦੀ ਆ ਜਾਂਦੀ ਹੈ, ਜਦੋਂ ਸਾਡੇ ਦੇਸ਼ ਦਾ, ਸਾਡੇ ਸੂਬੇ ਦਾ ਜਿਹੜੇ ਘਾੜਿਆਂ ਦੀ ਚੋਣ ਹੋਣੀ ਹੁੰਦੀ ਹੈ, ਸਾਡਾ ਵੀ ਕਿਵੇਂ ਇੰਨਾ ਸਾਰਾ ਤੰਤਰ ਘੜਨਾ ਹੈ, ਕਿਵੇਂ ਸਾਡੇ ਲਈ ਪਲਾਨ ਕਰਨੇ ਨੇ। ਮੈਂ ਜਿੰਨੇ ਵੀ ਇਹ ਬੰਦੇ ਇਹਦੇ 'ਚ ਚੁਣ ਕੇ ਜਾਂਦੇ ਨੇ, ਮੈਂ ਉਹਨੂੰ ਕੋਈ ਰੱਬ ਨੂੰ ਘੱਟ ਰੁਤਬਾ ਨਹੀਂ ਦਿੰਦਾ। ਮੇਰਾ ਇਹ ਮੰਨਣਾ ਹੈ ਕਿ ਜਦੋਂ ਤੁਸੀਂ ਗੁਰਦੁਆਰੇ ਮੰਦਿਰ ਦੇ ਵਿੱਚ ਜਾਂਦੇ ਹੋ, ਉਸ ਪਰਮਾਤਮਾ ਕੋਲ ਅਰਦਾਸ ਕਰਦੇ ਹੋ ਕਿ ਮੇਰੇ ਧੀ ਪੁੱਤ ਨੂੰ ਨੌਕਰੀ ਲਵਾ, ਮੇਰਾ ਬੱਚਾ ਪੜ੍ਹ ਲਿਖ ਕੇ ਮਤਲਬ ਵਧੀਆ ਸਮਾਜ ਦੇ ਵਿੱਚ ਇੱਕ ਚੰਗਾ ਵਿਅਕਤੀ ਬਣੇ, ਸਾਡੀਆਂ ਖੁਆਇਸ਼ਾਂ ਨੇ ਬਾਬਾ ਜੀ ਪੂਰੀਆਂ ਕਰੋ। ਰੱਬ ਤੁਹਾਡੀ ਸੁਣਦਾ ਹੈ, ਰੱਬ ਇੱਕ ਜ਼ਰੀਆ ਬਣਾਉਂਦਾ। ਬਿਲਕੁਲ ਠੀਕ ਹੈ ਨਾ। ਰੱਬ ਇਹ ਨਹੀਂ ਕਿ ਤੁਸੀਂ ਗੁਰਦੁਆਰੇ ਬਾਹਰ ਨਿਕਲੇ ਹੋ ਤੇ ਬਾਹਰ ਮੰਦਿਰ ਦੇ ਜਾਂ ਗੁਰਦੁਆਰੇ ਦੇ ਬਾਹਰ ਕਾਊਂਟਰ ਲੱਗਾ ਵੀ ਉੱਥੋਂ ਮੰਗਿਆ ਤੇ ਤੁਹਾਡੀ ਵਾਰੀ ਆ ਗਈ ਤੇ ਲੈ ਜਾਓ, ਬੱਚੇ ਲਈ ਨੌਕਰੀ ਦੀ ਪਰਚੀ ਲੈ ਜਾਓ, ਦੁਕਾਨ ਵਾਸਤੇ ਸਮਾਨ ਪਾਉਣ ਲਈ ਲੈ ਜਾਓ। ਉਸ ਤੋਂ ਬਾਅਦ ਉਹ ਰੁਤਬਾ ਇਹਨਾਂ ਦਾ ਹੁੰਦਾ ਵੀ ਜਿਹੜਾ ਰੱਬ ਨੇ ਜ਼ਰੀਆ ਇਹਨਾਂ ਨੂੰ ਬਣਾਇਆ ਹੁੰਦਾ, ਵੀ ਇਹਨਾਂ ਨੇ ਸਾਡੇ ਬੱਚਿਆਂ ਦਾ ਰੁਜ਼ਗਾਰ, ਸਾਡੇ ਬੱਚਿਆਂ ਦੀ ਪੜ੍ਹਾਈ, ਸਾਡੇ ਬੱਚਿਆਂ ਦਾ ਭਵਿੱਖ, ਸਾਡਾ ਜਿਹੜਾ ਮਤਲਬ ਹਰ ਬੰਦਾ, ਕੋਈ ਵੀ ਮਤਲਬ ਸਮਾਜ ਅੱਜ ਵੀ ਬੜਾ ਪਛੜਿਆ ਕਿ ਮੇਰੀ ਧੀ ਸੁਰੱਖਿਅਤ ਰਵੇ, ਮਤਲਬ ਸਮਾਜ 'ਚ ਇਹੋ ਜਿਹੀਆਂ ਘਟਨਾਵਾਂ ਵੀ ਬਣੀਆਂ ਹੁੰਦੀਆਂ, ਉਹ ਮੰਗਦੇ ਰੱਬ ਦੇ ਘਰ ਆ, ਪਰ ਉਹਦਾ ਇੰਤਜ਼ਾਮ ਇਹਨਾਂ ਲੋਕਾਂ ਨੇ ਕਰਨਾ ਹੁੰਦਾ। ਜਦੋਂ ਇਹੀ ਜਾ ਕੇ ਉੱਥੇ ਬੇਈਮਾਨ ਹੋ ਜਾਂਦੇ ਆ, ਇਹ ਇਕੱਲੇ ਨਹੀਂ ਬੇਈਮਾਨ, ਜਨਤਾ ਵੀ ਵਿੱਚੇ ਹੀ ਬੇਈਮਾਨ ਹੋ ਜਾਂਦੀ। ਕੋਈ ਪੈਸੇ ਲੈ ਕੇ ਵੋਟ ਪਾਉਂਦਾ, ਕੋਈ ਕਿਸੇ ਦੇ ਦਬਾਅ 'ਚ ਆ ਕੇ ਵੋਟ ਪਾਉਂਦਾ, ਕੋਈ ਰਿਸ਼ਤੇਦਾਰੀਆਂ 'ਚ ਆ ਕੇ ਵੋਟ ਪਾਉਂਦਾ। ਇਹਨਾਂ ਚੀਜ਼ਾਂ ਤੋਂ ਜਿੱਦਣ ਲੋਕੀ ਇਹਨਾਂ ਦੇ ਉੱਤੇ ਸੋਚਣਾ ਸ਼ੁਰੂ ਕਰ ਦੇਣਗੇ, ਸਹੀ ਪਰਖ ਸ਼ੁਰੂ ਕਰਨਗੇ, ਤੇ ਮੇਰਾ ਖਿਆਲ ਹੈ ਚੰਗੇ ਲੋਕ ਜਿਹੜੇ ਵਿਧਾਨ ਸਭਾ ਤੇ ਲੋਕ ਸਭਾ 'ਚ ਚੁਣ ਕੇ ਜਾਣਗੇ, ਤੇ ਇਹ ਰੱਬ ਵਾਲੇ ਜਿਹੜੇ ਸਾਡੇ ਵਰਦਾਨ ਹੈ ਉਹ ਇਹਨਾਂ ਨੇ ਪੂਰੇ ਕਰਕੇ ਸਾਨੂੰ ਦੇਣੇ ਨੇ। ਪਰ ਉਹਦੇ ਉੱਤੇ ਕੋਈ ਕੰਮ ਕਰ ਨਹੀਂ ਰਿਹਾ। ਗੱਲ ਕੀਤੀ ਤੁਸੀਂ ਮੁੱਦਿਆਂ ਦੀ, ਪੰਜਾਬ 'ਚ 5 ਸਾਲ ਕਿੰਨੇ ਮੁੱਦੇ ਉੱਠਦੇ ਰਹੇ, ਇੱਕ ਦੂਜੇ ਨਾਲ ਕਿੰਨਾ ਗਾਲੋ ਗਾਲੀ ਹੁੰਦੇ ਰਹੇ, ਬੇਅਦਬੀ ਦੇ ਉੱਤੇ, ਨਸ਼ਿਆਂ ਦੇ ਉੱਤੇ, ਜਿੱਥੇ ਇਹਨਾਂ ਦੀਆਂ ਆਪਸੀ ਕਿਹੜਾਂ ਸੀਗੀਆਂ ਸਾਰੀਆਂ। ਪੰਜਾਬ 'ਚ ਬਹੁਤ ਸਾਰੇ ਮੁੱਦੇ ਸੀਗੇ, ਬੇਰੁਜ਼ਗਾਰੀ, ਬੱਚਿਆਂ ਦੀ ਪੜ੍ਹਾਈ, ਔਰਤਾਂ ਦੀ ਸੁਰੱਖਿਆ, ਸਾਡਾ ਮੈਡੀਕਲ, ਮਤਲਬ ਕੁਛ ਵੀ ਨਹੀਂ ਹੈਗਾ। ਲਾ ਐਂਡ ਆਰਡਰ ਕਿਤੇ ਵੀ ਕੁਝ ਤੁਹਾਨੂੰ ਨਜ਼ਰ ਨਹੀਂ ਸੀ ਆਉਂਦਾ। ਔਰ ਬੜਾ ਦੁੱਖ ਲੱਗਦਾ ਕਿ ਪੌਣੇ 5 ਸਾਲ ਕੋਈ ਨਹੀਂ ਬੋਲਦਾ। ਜਦੋਂ 3 ਮਹੀਨੇ ਇਲੈਕਸ਼ਨ 'ਚ ਆ ਗਏ, ਉਹ ਫਲਾਣਾ ਗੰਦਾ, ਫਲਾਣਾ ਕੁੱਤਾ, ਉਹ ਆਹ ਖਾ ਗਿਆ, ਉਹ ਖਾ ਗਿਆ। ਇਹ ਰੂਪ ਹੈ ਆਪਣਾ। ਪੌਣੇ 5 ਸਾਲ ਜਿਹੜੇ ਆਪੋਜੀਸ਼ਨ ਵਾਲੇ ਵੀ ਹੋਣ ਉਹ ਵੀ ਰੱਖਣ, ਜਿਹੜੇ ਹੁਕਮਰਾਨ ਹੋਣ ਉਹ ਵੀ ਰੱਖਣ, ਅਤੇ ਮੇਰਾ ਨਹੀਂ ਖਿਆਲ ਸਟੇਟ ਦੇ ਵਿੱਚ ਕੋਈ ਕਰਪਸ਼ਨ ਹੋ ਸਕਦੀ ਹੈ। ਮੇਰਾ ਇੱਕ ਮੰਨਣਾ ਕਿ ਜੀ ਇਹ ਜਿਹੜੀ ਦੇਸ਼ ਅੰਦਰ ਚਿਹਰਿਆਂ ਦੀ ਜਿਹੜੀ ਸਿਆਸਤ ਹੋ ਰਹੀ ਹੈ, ਇਹਨੂੰ ਕਿੰਨਾ ਕੀ ਘਾਤਕ ਮੰਨਦੇ ਸਮਾਜ ਵਾਸਤੇ? ਮੈਂ ਇੱਕ ਗੱਲ ਜਿਹੜੀ ਤੁਹਾਨੂੰ ਕਰਨ ਲੱਗਾ ਪੂਰੀ, ਕਿ ਪੰਜਾਬ 'ਚ 5 ਪਾਰਟੀਆਂ ਚੋਣਾਂ ਲੜ ਰਹੀਆਂ ਨੇ, ਮੇਨ ਜਿਹੜੀਆਂ ਪ੍ਰਮੁੱਖ ਨੇ, ਅਕਾਲੀ, ਬਸਪਾ, ਕਾਂਗਰਸ, ਆਪ, BJP ਤੇ ਕਿਸਾਨ। 117 ਸੀਟਾਂ ਨੇ ਸਾਡੀਆਂ, 585 ਕੈਂਡੀਡੇਟ ਟੋਟਲ ਬਣਦੇ ਨੇ। ਆਜ਼ਾਦਾਂ ਨੂੰ ਇੱਕ ਪਾਸੇ ਕੱਢ ਦਿਓ। ਮੇਰਾ ਇਹ ਮੰਨਣਾ ਕਿ ਮਤਲਬ ਇਹ ਤਾਂ ਟਰੁੱਥ ਹੈ ਕਿ 117 ਹੀ ਜਿੱਤਣੇ ਨੇ। ਮੇਰਾ ਇਹ ਮੰਨਣਾ ਹੈ ਕਿ ਜਿਹੜੇ ਬਾਕੀ 468 ਨੇ, ਉਹਨਾਂ ਨੂੰ ਚਾਹੇ 2000 ਵੋਟ ਪਵੇ, ਉਹਨਾਂ ਨੂੰ ਚਾਹੇ 20000 ਵੋਟ ਪਵੇ, ਉਹ ਮੁੜ ਕੇ ਇਹ ਨਾ ਹੋਵੇ ਵੀ ਉਹਨਾਂ ਲਾਟਰੀ ਪਾਈ ਹੈ ਵੀ ਜਿੱਤ ਗਏ ਤਾਂ ਠੀਕ ਹੈ, ਮੁੜ ਕੇ ਪੌਣੇ 5 ਸਾਲ ਲੱਭਦੇ ਨਹੀਂ, ਫਿਰ 6 ਮਹੀਨੇ ਜਦੋਂ ਇਲੈਕਸ਼ਨ 'ਚ ਆਉਂਦੇ ਨੇ ਉਦੋਂ ਨਿਕਲਦੇ ਨੇ। ਉਹ ਆਪਣਾ ਪਾਰਟ ਚੰਗੀ ਤਰ੍ਹਾਂ ਪਲੇਅ ਕਰਦੇ ਰਹਿਣ ਸੂਬੇ ਲਈ, ਅਤੇ 117 'ਚੋਂ ਤੁਹਾਡੀ ਕੋਈ ਚਵਾਨੀ ਵੀ ਨਹੀਂ ਖਾ ਸਕਦਾ। ਮਤਲਬ ਫਿਰ ਉਸ ਤੋਂ ਬਾਅਦ ਮਿਲਦੇ ਨਹੀਂ ਨਾ। ਮੇਰੀ ਇੱਕ ਅਰਦਾਸ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ, ਇਹ ਚੰਗੇ
ਲੋਕਾਂ ਦੇ ਵਿੱਚ ਚੰਗੇ ਲੋਕਾਂ ਦੀ ਚੋਣ ਕਰੋ ਕਿ ਇਹੋ ਜੀ ਸਰਕਾਰ ਬਣਨੀ ਚਾਹੀਦੀ ਹੈ ਕਿ ਸਾਡੀ ਤੇ ਤੁਹਾਡੀ ਲੋਕ ਲੋੜ ਹੀ ਮਹਿਸੂਸ ਨਾ ਕਰਨ। ਤੁਸੀਂ ਵੀ ਮੁੱਦੇ ਚੁੱਕਦੇ ਹੋ ਜਿੱਥੇ ਕਿਤੇ ਸਮਾਜ ਦੇ ਵਿੱਚ ਊਣਤਾਈ ਹੈ, ਮਤਲਬ ਜੇ ਕਿਸੇ ਨੇ ਚੰਗਾ ਪ੍ਰਚਾਰ ਕਰਨਾ ਉਹ ਤੇ ਨਾ ਆਪੇ ਹੀ ਕਰ ਲੈਣਾ ਸਰਕਾਰਾਂ ਨੇ। ਅਸੀਂ ਲੋਕਾਂ ਨੇ ਇਹਨਾਂ ਦੀਆਂ ਕਤਾਈਆਂ ਜਾਗਰ ਕਰਨੀਆਂ ਹੁੰਦੀਆਂ ਨੇ ਵੀ ਸਾਡੇ ਲੋਕਾਂ ਦੀ ਲੋੜ ਹੀ ਨਾ ਰਹਿ ਜੇ ਇਹੋ ਜੀ ਸਰਕਾਰ ਜਿਹੜੀ ਬਣੇ, ਪਰ ਮੈਨੂੰ ਕਿਤੇ ਬਣਦੀ ਨਜ਼ਰ ਨਹੀਂ ਆਉਂਦੀ। ਤੁਸੀਂ ਦੇਖੋ 5 ਪਾਰਟੀਆਂ ਸੀਗੀਆਂ, ਮੈਂ ਕਿਸਾਨਾਂ ਦੀ ਗੱਲ ਨਹੀਂ ਕਰਦਾ, ਸ਼ਹਿਰ ਦੇ ਵਿੱਚ ਮੈਂ ਰਹਿੰਦਾ ਵਾਂ, ਇਹ ਧਿਆਨ ਨਹੀਂ ਸੀਗਾ ਵੀ ਅੱਜ ਕੱਲ੍ਹ ਕਿਸੇ ਨੂੰ ਕੋਈ ਟਿਕਟ ਦੀ ਕੋਈ ਕਮੀ ਰਹਿ ਗਈ, ਤੁਸੀਂ ਵੀ ਚੋਣ ਲੜਨਾ ਚਾਹੁੰਦੇ ਤੇ ਲੜ ਸਕਦੇ ਸੀਗੇ। ਮੇਰਾ ਇੱਕ ਮਨਸ਼ਾ ਸੀਗੀ ਕਿ ਕੋਈ ਵੀ ਪਾਰਟੀ ਮੈਂ ਚੋਣ ਉਹ ਤੋਂ ਲੜੂੰਗਾ ਜਿਹੜੀ ਚੋਣ ਮੈਨੀਫੈਸਟੋ ਦਾ ਸੋਰਸ ਦੱਸ ਦੂਗੀ, ਪਰ ਬਦਕਿਸਮਤੀ ਹੈ ਲਾਰੇ ਲਾਏ ਜਾ ਰਹੇ ਨੇ। ਚੋਣ ਮੈਨੀਫੈਸਟੋ ਹਰ 2.5 ਸਾਲ ਦੀ ਤਰ੍ਹਾਂ ਆਉਂਦਾ, ਉਹਦੇ ਉੱਤੇ ਪੂਰਾ ਕੰਮ ਨਹੀਂ ਕੀਤਾ ਜਾਂਦਾ। ਸੋਰਸ 4 ਦੇ ਵਿੱਚੋਂ ਕਿਸੇ ਨੇ ਵੀ ਨਹੀਂ ਦੱਸਿਆ ਤੇ ਮੈਂ ਵੀ ਇਹ ਮਨ ਬਣਾਇਆ ਕਿ ਫਿਰ ਕਿਸੇ ਨਾਲ ਵੀ ਜਾਣਾ ਮੈਂ ਮੁਨਾਸਬ ਨਹੀਂ ਸਮਝਿਆ। ਤੁਹਾਨੂੰ ਇਹ 4 ਪਾਰਟੀ ਨੇ ਆਫਰ ਦਿੱਤੀ ਸੀ, ਜਿਹੜੀ ਆਫਰ ਦਿੱਤੀ ਉਹਨਾਂ ਤੁਸੀਂ ਆਪਣਾ ਪਹਿਲਾਂ ਇਹ ਏਜੰਡਾ ਰੱਖਿਆ ਸੀ ਕਿ ਪਹਿਲੇ ਜਿਹੜਾ ਉਹ ਸੋਰਸ ਦੱਸੇ ਜਾਣ ਕਿ ਜਿਹੜੇ ਤੁਸੀਂ ਵੱਡੇ ਵੱਡੇ ਦਾਅਵੇ ਜਾਂ ਵਾਅਦੇ ਕਰਨੇ ਉਹ ਕਿੱਥੋਂ ਪੂਰੇ ਕਰਾਂਗੇ। ਜਗਤਾਰ ਜੀ, ਮੈਂ ਮਤਲਬ ਮੇਰੀ ਉਹ ਆਦਤ ਨਹੀਂ ਹੈਗੀ ਜਿੱਦਾਂ ਵੀ ਸਿੱਧੂ ਸਾਹਿਬ ਸਵੇਰੇ ਕੁਛ ਨੇ ਜਾਂ ਮਤਲਬ ਇਹ ਪੋਲੀਟੀਸ਼ੀਅਨ ਸਵੇਰੇ ਕੁਛ ਨੇ, ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਬਾਦਲ, ਇਹਨਾਂ ਦੇ ਮੁੜ ਕੇ ਮੀਮਸ ਬਣਦੇ ਨੇ। ਮੇਰੀ ਕੋਸ਼ਿਸ਼ ਹੈ ਕਿ ਜੋ ਤੁਹਾਡੇ ਮੂੰਹ ਚੋਂ ਨਿਕਲੇ ਉਹਦੇ ਉੱਤੇ ਪਹਿਰਾ ਦਿਓਗੇ ਤੇ ਤਾਂ ਹੀ ਲੋਕ ਤੁਹਾਨੂੰ ਪਸੰਦ ਕਰਦੇ ਨੇ। ਤੁਹਾਡੀ ਨਿੱਕੀ ਜਿਹੀ ਗਲਤੀ ਵੀ ਮਤਲਬ ਤੁਹਾਨੂੰ ਜੇ ਕੁਛ ਤੁਸੀਂ ਬਣਨਾ ਨਾ, ਜੇ ਤੁਸੀਂ ਲੋਕਾਂ ਦਾ ਪਿਆਰ ਇਕੱਠਾ ਕਰਨਾ, ਤੇ ਮੇਰਾ ਉਹ ਮੰਨਣਾ ਹੈ ਕਿ ਜਿਹੜੀ ਸ਼ੋਹਰਤ ਤੇ ਜਿਹੜਾ ਤੁਹਾਡਾ ਇੱਜ਼ਤ ਮਾਨ ਹੈ ਉਹ ਪਾਣੀ ਦੇ ਉੱਤੇ ਬੁਲਬੁਲਾ ਹੁੰਦਾ ਨਾ, ਉਹਦੀ ਤਰ੍ਹਾਂ ਹੈ। ਜੇ ਉਹਨੂੰ ਤੁਸੀਂ ਲੰਮਾ ਸਮਾਂ ਬੁਲਬੁਲੇ ਨੂੰ ਟਿਕਾ ਕੇ ਰੱਖਣਾ ਤੇ ਤੁਹਾਨੂੰ ਬੜਾ ਬੈਲੈਂਸ ਬਣਾ ਕੇ ਰੱਖਣਾ ਪਊਗਾ, ਆਪਣੀ ਗੱਲ ਜਿਹੜੀ ਤੁਹਾਨੂੰ ਸਹੀ ਰੱਖਣੀ ਪਊਗੀ। ਜੇ ਉਹ ਬੁਲਬੁਲਾ ਇੱਕ ਵਾਰੀ ਫਟ ਗਿਆ ਤੇ ਤੁਹਾਨੂੰ ਉਸ ਜਗ੍ਹਾ ਤੇ ਦੁਬਾਰਾ ਆਉਣ ਲਈ ਜਿੱਦਾਂ ਉਹ ਵਾਸ਼ਪੀਕਰਨ ਹੁੰਦਾ ਹੈ ਤੇ ਫਿਰ ਕਿੰਨਾ ਟਾਈਮ ਲੱਗੂਗਾ ਉਹ ਦੁਬਾਰਾ ਬਣਦਿਆਂ, ਉਹ ਪੋਸੀਬਲ ਨਹੀਂ ਹੈਗਾ। ਸੋ ਮੇਰੀ ਇਹ ਕੋਸ਼ਿਸ਼ ਹੈ ਕਿ ਜੋ ਮੂੰਹ ਚੋਂ ਕਿਹਾ ਉਹਦੇ ਉੱਤੇ ਪਹਿਰਾ ਦਿੱਤਾ ਜਾਵੇ। ਮੈਂ ਅੱਜ ਦਾ ਨਹੀਂ, ਮੈਂ ਲਗਾਤਾਰ 2-3 ਸਾਲ ਤੋਂ, ਇਹ ਸਾਰੇ ਮੈਨੂੰ ਸ਼ੁਰੂ ਤੋਂ ਅਪਰੋਚ ਕਰਦੇ ਨੇ। ਜੇ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਇਹ ਮਤਲਬ ਕਿਉਂ ਨਹੀਂ ਮੈਨੂੰ ਅਪਰੋਚ ਕਰਨਗੇ। ਮੈਂ ਇੱਕ ਸ਼ਰਤ ਸਾਰਿਆਂ ਅੱਗੇ ਰੱਖੀ ਸੀ ਕਿ ਕੋਈ ਵੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦਾ ਸੋਰਸ ਦੱਸੂਗੀ ਤੇ ਮੈਂ ਬਿਨਾਂ ਟਿਕਟ ਲੜੇ ਉਹਦਾ ਹਿੱਸਾ ਬਣ ਜਾਊਂਗਾ। ਮੈਂ ਉਹਦੇ ਲਈ ਕੰਮ ਕਰੂੰਗਾ ਕਿ ਪੰਜਾਬ ਨਾਲ ਧੋਖਾ ਨਹੀਂ ਹੋਣਾ ਚਾਹੀਦਾ। ਪਰ ਮੈਨੂੰ ਕਿਤੇ ਨਜ਼ਰ ਹੀ ਨਹੀਂ ਆਇਆ ਕਿ ਕਿਸੇ ਨੇ ਕੋਈ 2000 ਦੇ ਰਿਹਾ। ਇੱਕ ਦੂਜੇ ਨਾਲ ਜਿੱਦਾਂ ਮੰਡੀ 'ਚ ਬੋਲੀ ਲੱਗਦੀ ਹੈ ਨਾ ਕਿ ਤੁਸੀਂ ਕਿਸੇ ਮਾਰਕੀਟ 'ਚ ਜਾਓ, ਆਮ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਲੰਡਾ ਬਾਜ਼ਾਰ, ਚੋਰ ਬਾਜ਼ਾਰ ਕਹਿੰਦੇ ਨੇ, ਵੀ ਉੱਥੋਂ ਦੁਕਾਨ ਤੋਂ ਰੇਟ ਪੁੱਛੋ, ਆਹ 5000 ਦੀ, ਅਗਲਾ ਕਹਿੰਦਾ 3 ਦੀ, ਅਗਲਾ ਕਹਿੰਦਾ 1000 ਦੀ। ਮਤਲਬ ਇਸ ਤਰੀਕੇ ਬੋਲੀ ਲਾਈ ਜਾ ਰਹੀ ਹੈ, ਕੋਈ 1000 ਕਹਿੰਦਾ, ਕੋਈ 2000 ਕਹਿੰਦਾ। ਇਹਨਾਂ ਚੀਜ਼ਾਂ ਦੇ ਸੋਰਸ ਕਿੱਥੇ ਨੇ? ਮਤਲਬ 3 ਲੱਖ ਕਰੋੜ ਦੇ ਕਰੀਬ ਕਰਜ਼ਾ ਹੈ ਪੰਜਾਬ ਦੇ ਸਿਰ ਤੇ, 1500 ਕਰੋੜ ਰੁਪਈਆ ਤੁਹਾਡਾ ਮੰਥਲੀ ਵਿਆਜ ਜਾਂਦਾ ਹੈ ਪੰਜਾਬ ਦੇ ਵਿੱਚੋਂ, ਤੇ ਤੁਸੀਂ ਕਿਸ ਤਰ੍ਹਾਂ ਮਤਲਬ ਇਹਨਾਂ ਚੀਜ਼ਾਂ ਨੂੰ ਪੂਰੀਆਂ ਕਰ ਸਕਦੇ ਹੋ? ਮੇਰਾ ਇਹ ਮੰਨਣਾ ਸੀਗਾ ਕਿ ਕੋਈ ਵੀ ਪਾਰਟੀ ਇਹ ਕਵੇ ਵੀ ਅਸੀਂ ਤੁਹਾਡੇ ਆਹ ਕੰਮ ਕਰਾਂਗੇ, ਘੱਟ ਹੋਣਗੇ ਪਰ ਹੋਣਗੇ ਸਾਫ ਸੁਥਰੇ, ਸਾਨੂੰ ਪੂਰੀ ਨਹੀਂ ਅੱਧੀ ਰੋਟੀ ਦਿਓ ਪਰ ਬੋਲੋ ਤੇ ਸਾਡੇ ਨਾਲ ਸੱਚ ਨਾ। ਪਰ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਤੇ ਇੱਥੇ ਭੇਡ ਚਾਲ ਮਤਲਬ ਲੱਗ ਗਈ। ਕੋਈ ਕਈਆਂ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਸੀ ਲੱਭਦੇ। ਹੁਣ ਤੁਸੀਂ ਦੇਖੋ ਬੀਜੇਪੀ ਨੇ ਜਿੱਦਾਂ ਰਾਤ ਨੂੰ ਸ਼ਾਮਲ ਹੋ, ਸਵੇਰੇ ਟਿਕਟਾਂ ਲਾਓ, ਤੇ ਕੀ ਤੁਸੀਂ ਸਮਾਜ ਦੇ ਵਿੱਚ ਤੁਹਾਡੇ ਕੋਲ ਕੋਈ, ਤੁਸੀਂ ਕਿਉਂ ਪੋਲੀਟੀਸ਼ੀਅਨ ਨੂੰ ਕਿਉਂ ਚੁਣਨਾ ਚਾਹੁੰਦੇ ਹੋ? ਤੁਸੀਂ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹਨਾਂ ਨੂੰ ਕਿਉਂ ਟਿਕਟਾਂ ਦੇਣਾ ਚਾਹੁੰਦੇ ਹੋ? ਭਾਵੇਂ ਆਮ ਆਦਮੀ ਹੈ, ਭਾਵੇਂ ਬੀਜੇਪੀ ਹੈ। ਮੈਂ ਕਹਿੰਦਾ ਕਿ ਜੇ ਕਿਸੇ ਨੇ ਮਤਲਬ ਐਜੂਕੇਸ਼ਨ ਮਿਨਿਸਟਰ ਬਣਨਾ ਤੇ ਉਹ ਕੋਈ ਸਰਕਾਰੀ ਟੀਚਰ ਰਿਟਾਇਰ ਤੁਹਾਨੂੰ ਮਿਲ ਸਕਦਾ ਹੈ, ਜਿਹੜੇ ਅੱਧੀ ਤਨਖਾਹ ਆਪਣੇ ਸਕੂਲਾਂ 'ਤੇ ਲਾਉਂਦੇ ਨੇ। ਬੜੀ ਦੁਨੀਆ ਇਮਾਨਦਾਰ ਬੈਠੀ ਹੈ। ਜੇ ਕਿਸੇ ਨੇ ਮੈਡੀਕਲ ਮਿਨਿਸਟਰ ਬਣਨਾ ਹੈ ਕੋਈ ਹੈਲਥ ਦਾ, ਤੇ ਉਹ ਸਰਕਾਰੀ ਡਾਕਟਰ ਬਣਨਾ ਚਾਹੀਦਾ। ਤੇ ਉਹ ਲੋਕਾਂ ਨੂੰ ਚੋਣਾਂ ਲੜਾਉਂਦੇ ਨਾ, ਮਤਲਬ ਵਧੀਆ ਸਮਾਜ ਦੀ ਸਿਰਜਣਾ ਕਰਦੇ। ਪਰ ਭੌਂ ਝੌਂ ਕੇ ਉਹੀ ਲੋਕ ਜਿਹੜੇ ਲਿਆਂਦੇ ਜਾਂਦੇ ਨੇ ਕਿ ਜਿਨ੍ਹਾਂ ਦਾ ਪਿਛੋਕੜ ਹੀ ਸਿਆਸਤ ਦੇ ਵਿੱਚ। ਇਹ ਕਹਿਣਾ ਗਲਤ ਹੈ ਕਿ ਇਹ ਸੂਬੇ ਨੂੰ ਚਲਾ ਨਹੀਂ ਸਕਦੇ। ਕੋਈ ਵੀ ਪੜ੍ਹਿਆ ਲਿਖਿਆ ਬੰਦਾ, ਕੰਮਕਾਰ ਕਾਗਜ਼ਾਂ ਨਾਲ ਹੋਣਾ, ਕੰਮਕਾਰ ਤੁਹਾਡੇ ਡਾਟੇ ਦੇ ਨਾਲ ਹੋਣਾ, ਸਾਰਾ ਕੁਝ ਕਿਉਂ ਨਹੀਂ ਚਲਾ ਸਕਦਾ? ਜੋ ਐਡੇ ਐਡੇ ਵੱਡੇ ਮਤਲਬ ਬੱਚੇ ਤਿਆਰ ਕਰ ਸਕਦੇ ਨੇ ਪੜ੍ਹਾ ਕੇ, ਤੇ ਉਹ ਐਜੂਕੇਸ਼ਨ ਮਿਨਿਸਟਰ ਨਹੀਂ ਬਣ ਸਕਦੇ। ਇਸ ਪਾਸੇ ਕੋਈ ਪਾਰਟੀ ਗਈ ਵੀ ਨਹੀਂ। ਅਸੀਂ ਕੋਲ ਮੇਰਾ ਜਿਹੜਾ ਸਵਾਲ ਸੀ ਕਿ ਜਿਹੜੀ ਇਹ ਚਿਹਰਿਆਂ ਦੀ ਸਿਆਸਤ ਹੋ ਰਹੀ ਆ, ਚਰਨ ਸਿੰਘ ਚੰਨੀ ਲੜ ਰਿਹਾ, ਉੱਥੋਂ ਵੀ ਦੀ ਵੱਡੀ ਬਣ ਗਈ ਸੁਰਖੀ, ਪ੍ਰਿਥੀਲਾਭ ਸਿੰਘ ਉੱਗ ਹੋ ਗਿਆ, ਨਵਜੋਤ ਸਿੰਘ ਸਿੱਧੂ ਹੋ ਗਿਆ ਜੀ, ਬਿਕਰਮ ਜੀਠਿਆ ਹੋ ਗਿਆ ਜੀ, ਭਗਵੰਤ ਮਾਨ ਹੋ ਗਿਆ, ਦਲਬੀਰ ਗੋਲਡੀ ਹੋ ਗਿਆ ਜੀ, ਕੁੰਵਰ ਵਿਜੇ ਪ੍ਰਤਾਪ ਹੋ ਗਿਆ, ਅਨਿਲ ਜੋਸ਼ੀ ਹੋ ਗਿਆ। ਇਹ ਜਿਹੜੇ ਚਿਹਰਿਆਂ ਦੀ ਲੜਾਈ ਬਣਾਈ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਨਾਲ ਉਹ ਇੱਕ ਨੁਕਸਾਨ ਆ ਸੁਸਾਇਟੀ ਵਾਸਤੇ? ਬਹੁਤ ਹੀ ਗਲਤ ਮੈਸੇਜ ਹੈਗਾ ਕਿ ਗੱਲ ਤਾਂ ਮੁੱਦਿਆਂ ਦੀ ਹੋਣੀ ਚਾਹੀਦੀ, ਨਾ ਕਿ ਚਿਹਰਿਆਂ ਦੀ। ਦੇਖੋ, ਲੜਾਈ ਤੁਹਾਡੀ ਵਿਚਾਰਧਾਰਾ ਦੀ ਹੋਣੀ ਚਾਹੀਦੀ ਹੈ ਜੀ, ਲੜਾਈ ਤੁਹਾਡੀ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਲੜਾਈ ਤੁਹਾਡਾ ਜਦੋਂ ਪਿਛਲਾ ਟਰੈਕ ਰਿਕਾਰਡ ਕੀ ਰਿਹਾ ਉਹਦੇ ਉੱਤੇ ਉਜਾਗਰ ਕਰਨ ਦੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਵੀ 10 ਸਾਲ ਮੌਕਾ ਮਿਲਿਆ, ਤੁਹਾਨੂੰ ਵੀ 5 ਸਾਲ ਮੌਕਾ ਮਿਲਿਆ। ਉਹਦੇ ਉੱਤੇ ਕੋਈ ਲੜਾਈ ਹੋ ਹੀ ਨਹੀਂ ਰਹੀ। ਦੂਜਾ, ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਲੜਾਈ ਕੀ ਚੱਲ ਰਹੀ ਹੈ? ਮਜੀਠੀਆ ਸਿੱਧੂ, ਉਹ ਜਿੰਨੇ ਵੀ ਵੱਡੇ ਲੋਕ, ਚੰਨੀ, ਕੇਜਰੀਵਾਲ, ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਸਾਰੇ ਪੰਜਾਬ ਦੇ ਮੁੱਦੇ ਜਿਹੜੇ ਉਹ ਠੱਪ ਹੋ ਕੇ ਰਹਿ ਗਏ। ਚਾਹੇ ਉਹਦੇ 'ਚ ਬੇਅਦਬੀ ਸੀ, ਚਾਹੇ ਉਹਦੇ 'ਚ ਨਸ਼ੇ ਸੀਗੇ, ਚਾਹੇ ਉਹਦੇ 'ਚ ਬੇਰੁਜ਼ਗਾਰੀ ਸੀ, ਚਾਹੇ ਉਹਦੇ 'ਚ ਸਿੱਖਿਆ ਸੀਗੀ, ਚਾਹੇ ਉਹਦੇ 'ਚ ਮੈਡੀਕਲ ਸੀਗਾ। ਉਹਨਾਂ ਚੀਜ਼ਾਂ ਦਾ ਕੋਈ ਸਟੇਜ 'ਤੇ ਨਾਂ ਹੀ ਨਹੀਂ ਲੈ ਰਿਹਾ। ਕਿਸੇ ਨੂੰ ਕੋਈ ਕੁੱਤਾ, ਕਿਸੇ ਨੂੰ ਲੰਬੂ, ਕਿਸੇ ਨੂੰ ਬਿੱਲਾ। ਮਤਲਬ ਇਹਨਾਂ ਚੀਜ਼ਾਂ ਨਾਲ ਲੋਕਾਂ ਨੇ ਲੈਣਾ ਕੀ ਹੈ? ਪੋਲੀਟਿਕਸ
ਇੱਕ ਚਲੀ ਕਿਹੜੇ ਪਾਸੇ ਗਈ? ਤੁਸੀਂ ਉਹ ਜਾਖੜ ਸਾਹਿਬ ਦੀ ਸਟੇਟਮੈਂਟ ਸੁਣੀ ਸੀ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਮੈਂ ਹਿੰਦੂ ਸੀਗਾ। ਮੈਂ ਕਹਿੰਦਾ ਕਿ ਮੁੱਖ ਮੰਤਰੀ ਤੁਹਾਡਾ ਕਾਬਲ ਹੋਣਾ ਚਾਹੀਦਾ, ਸੂਬੇ ਨੂੰ ਚਲਾਉਣ ਵਾਲਾ ਹੋਣਾ ਚਾਹੀਦਾ, ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਸਿੱਖ ਹੋਵੇ। ਅਸੀਂ ਕੋਈ ਧਰਮ ਦਾ ਨੇਤਾ ਥੋੜ੍ਹੀ ਚੁਣਨਾ। ਔਰ ਸਿਆਸਤ ਇੰਨੀ ਗੰਧਲੀ ਕਰ ਦਿੱਤੀ ਗਈ ਜਦੋਂ ਚੰਨੀ ਨੂੰ ਬਣਾਇਆ ਜਾਂਦਾ ਅਤੇ ਕੈਸ਼ ਕੀ ਕੀਤਾ ਜਾਂਦਾ। ਤੁਸੀਂ ਉਹਦੀ ਕਾਬਲੀਅਤ ਕੈਸ਼ ਕਰੋ ਨਾ, ਮਤਲਬ ਉਹ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਓ। ਉਹਨੂੰ ਤੁਸੀਂ ਲੈ ਕੇ ਰਹੇ ਹੋ ਕਿ ਇਹ ਦਲਿਤ ਹੈ, ਇਹ ਅਨੁਸੂਚਿਤ ਜਾਤੀਆਂ ਤੋਂ ਹੈ। ਅਕਾਲੀ ਦਲ ਵੀ ਅਸੀਂ ਦਲਿਤ ਜਿਹੜਾ ਉਪ ਮੁੱਖ ਮੰਤਰੀ ਦੇਵਾਂਗੇ, ਕਾਂਗਰਸ ਵੀ, ਬੀਜੇਪੀ ਵੀ। ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਕਿਉਂ? ਕੋਈ ਕਾਬਲ ਬੰਦਾ ਹੋਣਾ ਚਾਹੀਦਾ। ਜੇ ਕੋਈ ਅਨੁਸੂਚਿਤ ਜਾਤੀਆਂ ਤੋਂ ਬਹੁਤ ਕਾਬਲ ਬੰਦਾ ਤਾਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੋਣਾ ਚਾਹੀਦਾ। ਕਿਸੇ ਦੀ ਜਾਤ ਨਾਲ ਕਿਸੇ ਦੀ ਮਤਲਬ ਇੱਦਾਂ ਇਹ ਜਿਹੜਾ ਪਾੜਾ ਇੰਨਾ ਵਧਾ ਦਿੱਤਾ ਗਿਆ। ਔਰ ਕਾਂਗਰਸ ਦੇਖੋ ਜਦੋਂ ਇਲੈਕਸ਼ਨ ਲੜਦੀ ਹੈ, ਹੁਣ ਕੀ ਕੀਤਾ ਉਹਨਾਂ? ਸਿੱਧੂ ਨੂੰ ਰੱਖ ਲਿਆ ਜੱਟ ਸਿੱਖ ਚਿਹਰਾ। ਉਦੋਂ ਸਟੇਟਮੈਂਟ ਆਉਂਦੀਆਂ ਸੀ ਨਾ ਕਿ 3 ਬੰਦਿਆਂ ਦੇ ਨਾਂ ਦੇ ਉੱਤੇ ਇਲੈਕਸ਼ਨ ਲੜੀ ਜਾਊਗੀ। ਮਤਲਬ ਕਿੱਦਾਂ ਤੁਸੀਂ ਕੋਈ ਮਾਲ ਵੇਚ ਰਹੇ ਹੋ ਯਾਰ ਮੰਡੀ 'ਚ? ਜਾਖੜ ਨੂੰ ਰੱਖ ਲਿਆ ਹਿੰਦੂ, ਚੰਨੀ ਨੂੰ ਰੱਖ ਲਿਆ ਦਲਿਤ। ਵੀ ਸਾਰਾ ਪਾਸਿਓਂ ਵੀ ਲੋਕਾਂ ਨੂੰ ਘੇਰਾ ਪਾ ਦਈਏ। ਲੋਕਾਂ ਨੂੰ ਕੰਮ ਦੱਸੋ ਯਾਰ, ਤੁਸੀਂ ਕੰਮ ਕੀ ਕੀਤੇ ਨੇ? ਤੁਸੀਂ ਮਤਲਬ ਕਰਨਾ ਕੀ ਚਾਹੁੰਦੇ ਹੋ? ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟਾਈਮ ਮਿਲਿਆ ਸੀ, ਤੁਸੀਂ ਉਹਦੇ 'ਚ ਕਿਉਂ ਨਹੀਂ ਕੀਤਾ? ਇਹੋ ਜਿਹੀਆਂ ਕੋਈ ਡਿਬੇਟ ਨਾ ਤਾਂ ਚੈਨਲ 'ਤੇ ਹੋ ਰਹੀਆਂ। ਔਰ ਇਹ ਪਹਿਲੀ ਵਾਰੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਮਾਈਕ ਲਾਉਂਦੇ ਸੀਗੇ, ਜਾ ਕੇ ਤੁਸੀਂ 3-4 ਕੈਂਡੀਡੇਟ ਸਾਦੇ ਸੀਗੇ ਜਿਹੜੇ ਚੋਣਾਂ ਲੜਦੇ ਸੀ, ਅਤੇ ਉੱਥੇ ਓਪਨ ਡਿਬੇਟ ਕੀਤੀ ਜਾਂਦੀ ਸੀ। ਹੁਣ ਤੁਹਾਨੂੰ ਕਿਤੇ ਨਜ਼ਰ ਆ ਰਿਹਾ ਕਿ ਓਪਨ ਡਿਬੇਟ? ਸਾਰਿਆਂ ਨੂੰ ਪਤਾ ਅੰਦਰੋਂ ਕਾਣੇ ਨੇ, ਸਾਰੇ ਚੋਰ ਨੇ, ਮਤਲਬ ਕੀਤਾ ਹੀ ਕੁਛ ਨਹੀਂ। ਜਦੋਂ ਮੌਕਾ ਮਿਲਿਆ ਤੇ ਕੀ ਆ ਕੇ ਉੱਥੇ ਬਹਿਸ ਕਰਨਗੇ, ਕੀ ਕਰਨਗੇ? ਇਹੋ ਜਿਹਾ ਰੁਝਾਨ ਵੀ ਮਤਲਬ ਰੈਲੀਆਂ ਦੇ ਉੱਤੇ ਪਾਬੰਦੀ ਲੱਗੀ ਹੈ। ਚੈਨਲ ਦੇ ਉੱਤੇ ਬਹਿਣ ਦੇ ਵਿੱਚ 4 ਕੈਂਡੀਡੇਟਾਂ ਨੂੰ ਕੀ ਦਿੱਕਤ ਆ? ਉਹਨੂੰ ਪਤਾ ਵੀ ਮੈਂ ਵੱਡਾ ਚੋਰ ਹਾਂ, ਉਹ ਮੇਰੇ ਤੋਂ ਵੱਡਾ ਹੈ, ਅਤੇ ਬੋਲਣਗੇ ਕੀ ਉੱਥੇ ਆ ਕੇ? ਸੋ ਇਸ ਤਰੀਕੇ ਲੋਕਾਂ ਨੂੰ ਵਰਗਲਾਇਆ ਜਾ ਰਿਹਾ, ਲੋਕਾਂ ਨੂੰ ਭਰਮਾਇਆ ਜਾ ਰਿਹਾ। ਲੋਕਾਂ ਨੂੰ ਵੀ ਇਹ ਤੋਂ ਬਚਣਾ ਚਾਹੀਦਾ। ਮੈਂ ਲੋਕਾਂ ਨੂੰ ਕਹਿੰਦਾ ਕਿ ਪਾਰਟੀਬਾਜ਼ੀ ਨੂੰ ਛੱਡ ਕੇ, ਮੈਂ ਨਹੀਂ ਕਹਿੰਦਾ ਕਿ ਕਾਂਗਰਸ 'ਚ ਚੰਗੇ ਬੰਦੇ ਨਹੀਂ ਹੋਣਗੇ, ਅਕਾਲੀ ਦਲ 'ਚ ਚੰਗੇ ਬੰਦੇ ਨਹੀਂ ਹੋਣਗੇ, ਹੋਰ ਜਿਹੜੀਆਂ ਪਾਰਟੀਆਂ ਬੀਜੇਪੀ ਹੈ ਜਾਂ ਮਤਲਬ ਆਮ ਆਦਮੀ ਵਾਲਿਆਂ 'ਚ, ਬੰਦਿਆਂ ਦੀ ਚੋਣ ਕਰੋ ਨਾ। ਮਤਲਬ ਤੁਸੀਂ ਆਮ ਕਿੰਨੀਆਂ ਮਤਲਬ ਸੋਸ਼ਲ ਮੀਡੀਆ ਦੇ ਉੱਤੇ 5 ਸਾਲ ਚੱਲਦਾ ਰਹਿੰਦਾ ਕਿ ਕਿਲੋ ਅਮਰੂਦ ਲੈਣੇ ਹੋਣ ਤੇ ਵਿੱਚੋਂ ਲੋਕ ਕੱਢ ਵੇਖਦੇ ਨੇ, ਤੇ ਕਿੰਨਾ ਵਾਇਰਲ ਹੁੰਦਾ। ਜਦੋਂ ਵੋਟਾਂ ਆਉਂਦੀਆਂ ਨੇ ਫਿਰ ਅੱਖਾਂ 'ਤੇ ਪੱਟੀ ਕਿਉਂ ਵੱਜ ਜਾਂਦੀ ਹੈ? ਤੁਸੀਂ ਆਪਣੇ ਘਰ 'ਚ ਬੈਠੋ, ਆਪਣੇ ਪਰਿਵਾਰ ਨਾਲ ਬੈਠੋ। ਹੋਰ ਕੋਈ ਪੜ੍ਹਿਆ ਲਿਖਿਆ ਜੀ ਹਰ ਘਰ ਦੇ ਵਿੱਚ ਹੁੰਦਾ। 4-5 ਤੁਹਾਡੇ ਕੈਂਡੀਡੇਟ ਖੜ੍ਹੇ ਨੇ, ਉਹਨਾਂ 4-5 ਦੇ ਵਿੱਚ ਪਰਿਵਾਰ 'ਚ ਬਹਿ ਕੇ ਨਤਾਰਾ ਕਰੋ ਕਿ ਯਾਰ ਇਹਨੇ ਸਮਾਜ ਲਈ ਕੀ ਕੀਤਾ, ਇਹ ਕੀ ਕਰ ਸਕਦਾ, ਇਹਦੀ ਸੋਚ ਕੀ ਹੈ, ਅਤੇ ਉਸ ਹਿਸਾਬ ਨਾਲ ਉਹਨੂੰ ਵੋਟ ਪਾਈ ਜਾਵੇ ਨਾ। ਇੱਥੇ ਲੋਕ ਰਿਸ਼ਤੇਦਾਰੀਆਂ 'ਚ ਬੱਝੇ ਨੇ। ਇੱਕ ਦਿਨ ਮੈਂ ਸੁਣਦਾ ਸੀਗਾ ਕਿਸੇ ਕਲਾਕਾਰ ਦੀ ਇੰਟਰਵਿਊ ਕਿ ਮਤਲਬ ਉਹਨੇ ਮੇਰਾ ਬੰਦਾ ਛੁਡਾ ਤਾ, ਮੇਰਾ ਬੱਚਾ ਫਸਿਆ ਸੀਗਾ, ਉਹਨੂੰ ਕਢਾ ਦਿੱਤਾ। ਇਹਨਾਂ ਚੀਜ਼ਾਂ ਤੋਂ ਬਾਹਰ ਆਓ ਯਾਰ। ਉਹਨੇ ਇੱਕ ਵਾਰੀ ਤੁਹਾਡਾ ਬੱਚਾ ਕਢਾ ਦਿੱਤਾ, ਤੁਸੀਂ ਗੰਦੇ ਲੋਕ ਚੁਣ ਕੇ ਆਪਣੇ ਬੱਚਿਆਂ ਦਾ ਭਵਿੱਖ 5 ਸਾਲ ਲਈ ਗਹਿਣੇ ਪਾ ਰਹੇ ਹੋ। ਔਰ ਲੋਕਾਂ ਨੂੰ ਕੀ ਭਰਮਾਇਆ ਜਾਂਦਾ? ਤੁਸੀਂ ਦੇਖੋ ਅਕਾਲੀ ਦਲ ਦਾ ਇੱਕੋ ਚੱਲਦਾ ਚੈਨਲ, ਉਹਦੇ ਉੱਤੇ ਲਗਾਤਾਰ ਉਹ ਗਾਣਾ ਚੱਲਦਾ ਵੀਰ ਸੁਖਬੀਰ। ਉਹਦਾ ਮਿਊਜ਼ਿਕ ਹੀ ਮਤਲਬ ਲੋਕਾਂ ਨੂੰ ਕਿੱਦਾਂ ਭਰਮਾਇਆ ਜਾਂਦਾ? ਉਹਦਾ ਮਿਊਜ਼ਿਕ ਹੀ ਇਸ ਤਰੀਕੇ ਦਾ। ਤੁਸੀਂ ਕਦੀ ਆਹ ਤਾਮਿਲ ਗਾਣੇ ਸੁਣੇ? ਮੈਂ ਅੱਜ ਕੱਲ੍ਹ ਉਹ ਸੁਣ ਰਿਹਾ ਸੀਗਾ ਇੰਸਟਾ ਦੇ ਉੱਤੇ, ਉਹ ਬੜਾ ਹੀ ਚੱਲਣ ਡਿਆ। ਮਤਲਬ ਉਹ ਤਾਮਿਲ ਹੈ, ਸਾਨੂੰ ਸਮਝ ਨਹੀਂ ਆਉਂਦੀ। ਉਹਦਾ ਮਿਊਜ਼ਿਕ ਇਹੋ ਜਿਹਾ ਕਿ ਵਧੋ ਵਧੀ ਲਾਉਣ ਨੂੰ ਜੀ ਕਰਦਾ। ਇਸ ਤਰੀਕੇ ਮਾਰਕੀਟਿੰਗ ਕੀਤੀ ਜਾਂਦੀ ਹੈ। ਜਦੋਂ ਪੁਰਾਣਾ ਗਾਣਾ ਇੱਕ ਆਇਆ ਸੀ ਕੋਲਾਵੇਰੀ, ਅਤੇ ਉਹਦਾ ਕੋਈ ਮਤਲਬ ਥੋੜ੍ਹੀ ਸਾਨੂੰ ਪਤਾ ਸੀ। ਇਸ ਤਰੀਕੇ ਦਾ ਗਾਣਾ ਮਤਲਬ ਬਣਾਇਆ ਗਿਆ ਕਿ ਬੱਚੇ ਵੀ ਉਹ ਮਿਊਜ਼ਿਕ ਦੇਖ ਕੇ ਬੋਲਦੇ ਨੇ ਔਰ ਕਹਿ ਰਹੇ ਕਿ ਅਸੀਂ ਆਹ ਸੜਕਾਂ ਬਣਾਈਆਂ, ਸੜਕਾਂ ਦੇ ਜਾਲ ਵਿਛਾਤੇ। ਅਤੇ ਕਿਸੇ ਨੇ ਸੋਸ਼ਲ ਮੀਡੀਆ 'ਤੇ ਵਧੀਆ ਲਿਖਿਆ ਸੀ, ਕਹਿੰਦਾ ਯਾਰ ਇਹ ਸਮੇਂ ਦੀ ਲੋੜ ਸੀਗੀ। ਮਤਲਬ ਇਹ ਫੰਡਸ ਆਉਂਦੇ ਨੇ, ਅਸੀਂ ਲੋਕ ਟੈਕਸ ਦਿੰਦੇ ਹਾਂ, ਸੜਕਾਂ ਬਣਨੀਆਂ ਹੀ ਨੇ। ਮਤਲਬ ਦੇਸ਼ ਦੀ ਤਰੱਕੀ ਹੈ, ਸੂਬੇ ਦੀ ਤਰੱਕੀ ਲਈ ਇਹ ਉਹਦਾ ਪਾਰਟ ਹੈ। ਅਤੇ ਫਿਰ ਇਸ ਹਿਸਾਬ ਨਾਲ ਤਾਂ ਅੰਗਰੇਜ਼ਾਂ ਨੇ ਰੇਲਵੇ ਲਾਈਨ ਵਿਛਾਈ ਸੀ, ਉਹਨਾਂ ਨੇ ਨਹਿਰਾਂ ਵਿਛਾਈਆਂ, ਅਤੇ ਫਿਰ ਉਹਨਾਂ ਨੂੰ ਦੁਬਾਰਾ ਲੈ ਆਈਏ। ਮਤਲਬ ਤੁਸੀਂ ਇਹਨਾਂ ਚੀਜ਼ਾਂ ਨੂੰ ਡਿਵੈਲਪਮੈਂਟ ਦੱਸਦੇ ਹੋ ਯਾਰ। ਮੈਂ ਗੱਲ ਕਰ ਰਿਹਾ, ਸੜਕ ਬਣਾਉਣੀ, ਪੁਲ ਬਣਾਉਣੇ, ਮਤਲਬ ਬਿਲਡਿੰਗਾਂ ਬਣਾਉਣੀਆਂ, ਇਹ ਡਿਵੈਲਪਮੈਂਟ ਨਹੀਂ ਹੈ, ਇਹ ਕੰਸਟਰਕਸ਼ਨ ਹੈ। ਡਿਵੈਲਪਮੈਂਟ ਤਾਂ ਤੁਹਾਡੀ ਹਿਊਮਨ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਡਿਵੈਲਪਮੈਂਟ ਤਾਂ ਤੁਹਾਡੀ ਮਤਲਬ ਐਜੂਕੇਸ਼ਨਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਤੁਹਾਡੇ ਇੰਪਲੋਇਮੈਂਟ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਉਹਨੂੰ ਡਿਵੈਲਪਮੈਂਟ ਕਹਿੰਦੇ ਆ। ਇਹ ਸੀਮੈਂਟ ਸਰੀਏ ਨੂੰ ਅਸੀਂ ਆਪਣੀ ਸਟੇਟ ਦੀ ਡਿਵੈਲਪਮੈਂਟ ਕਹਿੰਦੇ ਆ। ਇਹੀ ਲੋਕਾਂ ਦੀ ਸੋਚ ਦੇ ਵਿੱਚ ਫਰਕ ਹੈ, ਇਹਦੇ ਵਿੱਚ ਬਦਲਾਵ ਲਿਆਉਣ ਦੀ ਲੋੜ ਹੈ। ਲੱਗਦਾ ਕਿ ਜਿਹੜੀਆਂ ਸਰਕਾਰਾਂ ਗਿਣਾ ਦਿੰਦੀਆਂ ਉਹ ਜ਼ਿੰਮੇਵਾਰੀ ਹੈ ਕਿ ਜਾਂ ਅਹਿਸਾਨ ਜਤਾਉਂਦੀਆਂ ਹੈਗੀਆਂ ਵੀ ਅਸੀਂ ਆਹ ਕਰਤਾ ਉਹਦੀ ਜ਼ਿੰਮੇਵਾਰੀ ਲੋਕਾਂ ਨੇ ਇਸੇ ਕਰਕੇ ਤੇ ਵੋਟਾਂ ਪਾਉਂਦੇ ਹੈਗੇ ਨੇ। ਫਿਰ ਸਾਡੇ ਤੇ ਅਹਿਸਾਨ ਕਿਉਂ ਜਤਾਉਂਦੇ ਨੇ? ਜਗਤਾਰ ਜੀ, ਅਹਿਸਾਨ ਤੇ ਤੁਹਾਡਾ ਇਹ ਹੋਣਾ ਚਾਹੀਦਾ ਹੈ ਕਿ ਚਲੋ ਜੇ ਤੁਸੀਂ ਅਹਿਸਾਨ ਕੀਤਾ ਤੇ ਜਿਤਾਉਣਾ ਵੀ ਚਾਹੀਦਾ, ਠੀਕ ਹੈ ਨਾ। ਮਤਲਬ ਇਹ ਹਰ ਬੰਦਾ ਜੇ ਕੋਈ ਚੰਗਾ ਕੰਮ ਕਰਦਾ ਤੁਸੀਂ ਵੀ ਕਰੋਗੇ। ਤੁਸੀਂ ਅੱਜ ਇਸ ਫੀਲਡ ਦੇ ਵਿੱਚ ਹੋ ਅਤੇ ਤੁਹਾਡੇ ਮਨ 'ਚ ਇਹ ਨਹੀਂ ਹੋ ਸਕਦਾ ਕਿ ਤੁਸੀਂ ਨਿਰਸਵਾਰਥ ਕੰਮ ਕਰੋਗੇ। ਤੁਹਾਨੂੰ ਵੀ ਲੱਗੇਗਾ ਕਿ ਯਾਰ ਮੇਰੇ ਚੈਨਲ ਦਾ ਮੇਰਾ ਨਾਂ ਹੋਵੇ, ਲੋਕਾਂ 'ਚ ਮੇਰੀ ਸ਼ੋਭਾ ਹੈ। ਮਤਲਬ ਅਸੀਂ ਇੱਕ ਹਿਊਮਨ ਨੇਚਰ ਹੈ। ਮੈਂ ਕਰੂੰਗਾ ਤਾਂ ਮੈਂ ਵੀ ਕਹੂੰਗਾ ਵੀ ਹਾਂ ਯਾਰ ਉੱਥੇ 4 ਬੰਦੇ ਮੇਰੀ ਸਰਾਹਨਾ ਕਰਨ, ਮੈਨੂੰ ਮਿਲਣ ਆ ਕੇ ਅਤੇ ਮੇਰੇ ਬਾਰੇ ਵਧੀਆ ਗੱਲਾਂ ਕਰਨ। ਮਤਲਬ ਸ਼ੌਹਰਤ ਦੀ ਭੁੱਖ, ਜੇ ਤੁਸੀਂ ਕਹਿ ਲਓ ਨਾ ਕੋਈ ਨਿਰਸਵਾਰਥ, ਉਹ ਮੈਂ ਅੱਗੇ ਕਹਿੰਦਾ ਹੁੰਦਾ ਚੋਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ, ਫਕੀਰ ਤੋਂ ਲੈ ਕੇ ਵੱਡੇ ਤੋਂ ਵੱਡੇ ਧਰਮ ਗੁਰੂ ਤੱਕ ਹਰ ਬੰਦਾ ਚਾਹੁੰਦਾ ਕਿ ਮੇਰੀ ਸ਼ੌਹਰਤ ਹੋਵੇ। ਇਹ ਲੋਕ ਕੀ ਕਰਦੇ ਨੇ ਕਿ ਆਹ ਸੜਕ ਬਣਾਤੀ, ਤੁਸੀਂ ਜੇਬ ਦੇ ਵਿੱਚੋਂ ਕੁਛ ਕਰੋ ਅਤੇ ਅਹਿਸਾਨ ਮੰਨਣ ਚਾਹੁੰਦਾ।
ਤੁਸੀਂ ਆਪਣਾ ਟਾਈਮ ਜਾਇਆ ਕਰੋ ਕਿਸੇ ਦੇ ਉੱਤੇ ਤੇ ਉਹ ਅਹਿਸਾਨ ਜਿਹੜਾ ਉਹ ਸਮਝ ਆਉਂਦੀ ਹੈ। ਮਤਲਬ ਇੱਕ ਸਰਕਾਰੀ ਫੰਡ ਦੇ ਵਿੱਚੋਂ ਉਹ ਵੀ ਫੰਡ ਉਹ ਹੈ ਕਿ ਜਿਹੜਾ ਅਸੀਂ ਲੋਕਾਂ ਨੇ ਟੈਕਸ ਦਿੱਤਾ। ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਵੱਡਾ ਅਦਾਰਾ ਚਲਾ ਰਹੇ ਹੋ ਤੇ ਉਹ ਟੈਕਸ ਹੈ। ਤੁਸੀਂ ਰਿਕਸ਼ੇ ਵਾਲਾ ਵੀ ਟੈਕਸ ਦਿੰਦਾ, ਉਹ ਘਰ 'ਚ ਸਾਬਣ ਲੈ ਆਵੇ ਤੇ ਮਤਲਬ ਤੇਲ ਲੈ ਆਵੇ, ਚਾਹ ਪੱਤੀ ਲੈ ਆਵੇ, ਕੋਈ ਵੀ ਚੀਜ਼ ਲਿਆਉਂਦਾ ਉਹਦੇ ਉੱਤੇ GST ਵੈਟ ਵਗੈਰਾ ਕੱਟਿਆ ਹੁੰਦਾ। ਉਸ ਟੈਕਸ ਨਾਲ ਸਰਕਾਰਾਂ ਚੱਲਦੀਆਂ, ਉਸ ਟੈਕਸ ਨਾਲ ਜਿਹੜੀ ਇਹ ਕੰਸਟਰਕਸ਼ਨ ਹੁੰਦੀ ਹੈ। ਉਹਨਾਂ ਚੀਜ਼ਾਂ ਦੇ ਵਿੱਚੋਂ ਜੇ ਕਿਸੇ ਨੇ 100 ਕਰੋੜ ਦੀ ਡਿਵੈਲਪਮੈਂਟ ਕਰਾਈ ਹੈ ਤੇ ਠੇਕੇਦਾਰ ਨਾਲ ਪਹਿਲਾਂ ਹੀ ਟੁੱਕਿਆ ਹੁੰਦਾ ਇੰਨੇ ਪੈਸੇ, ਕਮਿਸ਼ਨਾਂ ਅਫਸਰਾਂ ਦੀਆਂ ਵੀ ਜਾਂਦੀਆਂ ਨੇ, ਜਿਹੜਾ ਪੋਲੀਟੀਸ਼ੀਅਨ ਦਵਾਉਂਦਾ ਉਹਨੂੰ ਵੀ ਜਾਂਦੀਆਂ ਨੇ। ਮਤਲਬ ਲੋਕਾਂ ਦਾ ਮਾਲ ਵਰਤ ਕੇ ਆਪਣੇ ਤੁਸੀਂ ਘਰ ਭਰਦੇ ਹੋ। ਵੀ ਆਮ ਇੱਥੇ ਸੁਣਨ 'ਚ ਆਉਂਦਾ ਵੀ 40% ਵੀ ਨਹੀਂ ਲੱਗਦਾ ਤੇ 60% ਜਿਹੜਾ ਉਹ ਕਮਿਸ਼ਨਾਂ ਦੇ ਵਿੱਚ ਤੇ ਇਹਨਾਂ ਦੀਆਂ ਠੱਗੀਆਂ 'ਚ ਖਾਧਾ ਜਾਂਦਾ। ਔਰ ਉਹ ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਸਿਰ 'ਚ ਮਾਰ ਕੇ ਤੁਸੀਂ ਇਹ ਅਹਿਸਾਨ ਕਰਦੇ ਹੋ। ਇਹ ਕਾਹਦੇ ਅਹਿਸਾਨ ਨੇ ਯਾਰ? ਮਤਲਬ ਜੇ ਸੁਖਬੀਰ ਬਾਦਲ ਹੈ ਤੇ ਇਹਦੀ ਕੋਈ ਮਤਲਬ ਪੈਲੀ ਘਟੀ, ਇਹਨੇ ਕੋਈ ਪੈਲੀ ਵੇਚ ਕੇ ਕੰਮ ਕਰਾਇਆ? ਇਹ ਚੰਨੀ ਹੈ ਜਾਂ ਮਤਲਬ ਕੈਪਟਨ ਅਮਰਿੰਦਰ ਸਿੰਘ ਰਹੇ ਆ? ਤੇ ਕੀ ਅਹਿਸਾਨ ਕਾਹਦਾ ਯਾਰ? ਤੁਸੀਂ ਸਾਡੇ ਲੋਕਾਂ ਦੇ ਸਿਰ 'ਤੇ, ਪਬਲਿਕ ਦੇ ਸਿਰ 'ਤੇ ਸਗੋਂ ਮੌਜਾਂ ਮਾਣੀਆਂ। ਮਤਲਬ 500 ਬੰਦਾ ਤੁਹਾਡੇ ਨਾਲ ਸਿਕਿਉਰਿਟੀ ਦਾ ਥਾਂ, ਤੁਹਾਡੇ ਨਾਲ ਸੈਂਕੜੇ ਗੱਡੀਆਂ ਚੱਲਦੀਆਂ ਨੇ, ਵੱਡੇ ਵੱਡੇ ਆਲੀਸ਼ਾਨ ਤੁਹਾਨੂੰ ਘਰ ਮਿਲਦੇ ਨੇ, ਪੈਸੇ ਦੀ ਤੁਹਾਨੂੰ ਕੋਈ ਕਮੀ ਨਹੀਂ ਰਹਿੰਦੀ, ਤਨਖਾਹਾਂ ਇੰਨੀਆਂ ਭਾਰੀਆਂ ਨੇ, ਉੱਤੋਂ ਕਰਪਸ਼ਨ ਤੁਸੀਂ ਕਰਦੇ ਹੋ ਮੋਟੀ। ਤੇ ਕਿਹਨੂੰ ਸੇਵਾ ਦਾ ਨਾਂ ਦਿੰਦੇ ਹੋ? ਸੇਵਾ ਕੀਤੀ ਕਿਹਨੇ ਅੱਜ ਤੱਕ? ਮੈਨੂੰ ਇਹ ਦੱਸਿਆ ਤੇ ਜਾਵੇ ਨਾ। ਮਤਲਬ ਪੰਜਾਬ ਉੱਜੜ ਗਿਆ, ਹਰ ਇਹਦਾ ਕਾਰੋਬਾਰ ਮਤਲਬ ਕੋਈ ਨਜ਼ਰ ਆਉਂਦਾ ਤੁਹਾਨੂੰ? ਬੱਚੇ ਇੱਥੋਂ ਸਾਰੇ ਹੀ ਬਾਹਰ ਨੂੰ ਚਲੇ ਗਏ। ਇੱਥੇ ਤੇ ਕਿਸੇ ਨੇ ਵੱਡਾ ਕੋ ਅਦਾਰਾ ਖੋਲ੍ਹਣਾ, ਉਹਨੇ ਕੋਈ 100-200 ਕਰੋੜ ਇਨਵੈਸਟ ਕਰਨਾ ਤੇ ਮੇਰਾ ਖਿਆਲ ਇੱਕ ਪਟਵਾਰੀ ਉਹਨੂੰ ਪੜ੍ਹਨੇ ਪਾ ਦਿੰਦਾ ਬੰਦੇ ਨੂੰ। ਉਹਨੂੰ ਪੋਲੀਟੀਸ਼ੀਅਨ ਦਾ ਸਹਾਰਾ ਲੈਣਾ ਹੀ ਪੈਂਦਾ। ਔਰ ਪੋਲੀਟੀਸ਼ੀਅਨ ਦੀ ਆਦਤ ਹੈ ਕਿ ਹਾਂ ਪ੍ਰੋਜੈਕਟ ਵਧੀਆ, ਇਹਦੇ ਵਿੱਚ ਪੈਸੇ 4 ਬਚਣੇ ਨੇ ਤੇ ਭਾਈ ਸਾਡੀ ਵੀ ਕਿਤੇ ਚੁਣ ਚੰਜ ਡਾਲਾ। ਮਤਲਬ ਇਹਨਾਂ ਚੀਜ਼ਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਪੰਜਾਬ ਦੇ ਸਿਰ 'ਤੇ ਖਾਂਦੇ ਹੋ, ਪੰਜਾਬ ਨੂੰ ਲੁੱਟਦੇ ਹੋ, ਪੰਜਾਬ ਦੇ ਲੋਕਾਂ ਨੂੰ ਲੁੱਟਦੇ ਹੋ। ਤੇ ਅਹਿਸਾਨ ਕਾਹਦੇ ਕਰਦੇ ਹੋ ਯਾਰ? ਉਹਦੇ ਬਦਲੇ ਤੁਸੀਂ ਪੇ ਕੀ ਕੀਤਾ ਪੰਜਾਬ ਨੂੰ? ਇਹਨਾਂ ਨੂੰ ਪੁੱਛਿਆ ਤੇ ਜਾਵੇ। ਤੁਹਾਨੂੰ ਲੱਗਦਾ ਕਿ ਲੋਕ ਕਿਉਂ ਨਹੀਂ ਪੁੱਛਦੇ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੌਣੇ 5 ਸਾਲ ਤੇ ਚੱਲਦਾ ਰਹਿੰਦਾ, ਉਸ ਤੋਂ ਬਾਅਦ ਸਾਨੂੰ ਲੱਗਦਾ ਕਿ ਨਵੀਂ ਸਰਕਾਰ ਬਣਾਉਣੀ ਹੈ, ਫਿਰ ਉਹ ਸਾਡੀਆਂ ਗਰਜਾਂ ਜੁੜ ਜਾਂਦੀਆਂ ਹੈਗੀਆਂ ਨੇ। ਕਿਹੜੀ ਉਹ ਜਾਣ ਕਿੱਦਣ? ਲੋਕ ਹਰ ਵਾਰ ਐਕਸਪੈਰੀਮੈਂਟ ਕਰਦੇ। ਇੱਥੇ ਵੱਡੀਆਂ ਰੈਲੀਆਂ, ਕਦੀ ਜੈਸੇ ਟੌੜਾ ਹੋਣਾ ਨੇ ਪਾਰਟੀ ਬਣਾਈ, ਫਿਰ ਰਾਮੂ ਵਾਲੀਆ ਸਾਹਿਬ ਨੇ ਬਣਾਈ, ਫਿਰ ਮਨਪ੍ਰੀਤ ਦੀ ਪਾਰਟੀ ਬਣ ਗਈ, ਫਿਰ ਆਮ ਆਦਮੀ ਪਾਰਟੀ ਆ ਗਈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਨੇ 4 ਲੋਕ ਸਭਾ ਦੇ ਦਿੱਤੇ, 20 ਉਹਨਾਂ ਨੂੰ ਵਿਧਾਇਕ ਦੇ ਦਿੱਤੇ ਹੈਗੇ, ਫਿਰ ਵੀ ਪੰਜਾਬ ਉੱਥੇ ਦਾ ਖੜਾ ਰਹਿ ਗਿਆ। ਕੋਈ ਆਪਣੀ ਜ਼ਿੰਮੇਵਾਰੀ ਸਮਝ ਕਿਉਂ ਨਹੀਂ ਰਿਹਾ? ਦੇਖੋ, ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ। ਲੋਕ ਆਪਣੇ ਨਿੱਜੀ ਗਰਜ ਦੇ ਵਿੱਚ, ਮੈਂ ਲੋਕਾਂ ਦਾ ਬਹੁਤਾ ਕਸੂਰ ਨਹੀਂ ਗਿਣਦਾ, ਇਹ ਬੜੇ ਤਗੜੀ ਮਤਲਬ ਪਲੈਨਿੰਗ ਕੀਤੀ ਗਈ 10-20-30 ਸਾਲ ਦੇ ਉੱਤੋਂ। ਤੁਸੀਂ ਦੇਖੋ, ਮੇਰੇ ਫਾਦਰ ਰਈਆ ਉਦੋਂ NAC ਹੁੰਦੀ ਸੀ, ਨੋਟੀਫਾਈਡ ਏਰੀਆ ਕਮੇਟੀ ਸੀਗੀ, ਉਹਦੇ ਚੇਅਰਮੈਨ ਹੁੰਦੇ ਸੀਗੇ। ਔਰ ਅਸੀਂ ਮਤਲਬ ਦੇਖਦੇ ਸੀ, ਸਾਡਾ ਮਤਲਬ ਸ਼ੋਰੂਮ ਸੀਗਾ ਰਈਏ, ਅਤੇ ਅਸੀਂ ਦੇਖਦੇ ਸੀ ਫਾਦਰ ਮੇਰੇ ਉਦੋਂ ਮਤਲਬ ਜੇਲ੍ਹਾਂ ਦੇ ਵਿੱਚ ਮੋਰਚੇ ਲੱਗਦੇ ਹੁੰਦੇ ਸੀ। 6 ਮਹੀਨੇ ਚਲ ਗਏ, 3 ਮਹੀਨੇ ਚਲ ਗਏ, ਅਕਾਲੀ ਦਲ 'ਚ ਸੀਗੇ। ਮਤਲਬ ਉਹ ਅੱਜ ਤੁਸੀਂ ਕਹੋ ਵੀ ਕਿਸੇ ਨੂੰ ਧਰਨਾ ਦੇਣਾ, ਮੋਰਚਾ ਲਾਉਣਾ, ਤੇ ਅੱਜ ਤੁਹਾਡੇ ਵਰਕਰ ਨਹੀਂ ਜਾਂਦੇ ਜੇਲ੍ਹ ਦੇ ਵਿੱਚ। ਉਹਦਾ ਕਾਰਨ ਇਹ ਨਹੀਂ ਕਿ ਉਹ ਤੁਹਾਡੇ ਨੂੰ ਟੁੱਟ ਚੁੱਕੇ ਨੇ, ਉਹਦਾ ਕਾਰਨ ਹੈ ਕਿ ਪੰਜਾਬ 'ਚ ਗਰੀਬੀ ਅਤੇ ਪੰਜਾਬ ਦੇ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਗਏ ਕਿ ਕਿਸਾਨ ਭੁੱਖਾ ਹੋ ਗਿਆ। ਜ਼ਿਆਦਾ ਮੋਰਚਾ ਤਾਂ ਕਿਸਾਨ ਹੀ ਜਾਂਦੇ ਸੀ ਕਿ ਫਸਲ ਬੀਜ ਲਈ, ਫਿਰ ਪਾਰਟੀਆਂ ਪਲਾਨ ਕਰਦੀਆਂ ਸੀ ਕਿ ਹੁਣ ਅਸੀਂ ਮੋਰਚਾ ਲਾਵਾਂਗੇ ਫਲਾਣੇ ਹੱਕ ਲੈਣ ਲਈ। ਲੋਕਾਂ ਨੂੰ ਹੈਂਡ ਟੂ ਮਾਊਥ ਕਰ ਦਿੱਤਾ ਕਿ ਸਵੇਰੇ ਕਮਾਉਣਾ ਹੈ ਅਤੇ ਸ਼ਾਮ ਨੂੰ ਖਾਣਾ ਹੈ। ਜਿਸ ਬੰਦੇ ਕੋਲ ਘਰ ਰੋਟੀ ਨਹੀਂ ਹੈਗੀ, ਉਹ ਮੋਰਚਾ ਲਾਉਣ ਦਾ ਸੋਚ ਵੀ ਨਹੀਂ ਸਕਦਾ। ਤੁਹਾਨੂੰ ਲੰਮਾ ਸਮਾਂ ਪ੍ਰੋਟੈਸਟ ਕਰਨਾ ਪਵੇ, ਤੁਸੀਂ ਕਰ ਹੀ ਨਹੀਂ ਸਕਦੇ। ਇਸ ਤਰੀਕੇ ਦੀ ਮਾਰ ਜਿਹੜੀ ਉਹ ਮਾਰੀ ਗਈ। ਐਜੂਕੇਸ਼ਨ ਤੁਹਾਡੀ ਖਤਮ ਕਰ ਦਿੱਤੀ ਗਈ। ਸਰਕਾਰੀ ਸਕੂਲਾਂ 'ਚ ਤੁਹਾਨੂੰ ਪੜ੍ਹਾਈ ਲੱਭਦੀ ਹੈ ਕਿਤੇ? ਰੋਜ਼ ਇੰਨੀਆਂ ਖਬਰਾਂ ਲੱਗਦੀਆਂ ਨੇ। ਸ਼ਹਿਰਾਂ ਵਾਲੇ ਸਕੂਲ ਮੈਂ ਮੰਨਦਾ ਕਿ ਚੰਗੇ ਹੋਣਗੇ, ਕਿ ਜਿੱਦਾਂ ਮਤਲਬ ਇੱਕ ਮਠਿਆਈ ਵੇਚਣੀ ਹੁੰਦੀ ਹੈ ਨਾ, ਵੀ ਉਹ ਵੇਖਿਆ ਜਾਂਦਾ ਵੀ ਜਿੱਥੇ ਮੀਡੀਆ ਵੀ ਸਰਗਰਮ ਆ, ਟੂਰਿਸਟ ਵੀ ਆਉਂਦਾ ਹੈ, ਅਤੇ ਉਹਨਾਂ ਦੇ ਜਿੱਦਾਂ ਦੁਕਾਨਦਾਰ ਮਠਿਆਈ ਵੇਚਦਾ ਅਤੇ ਕਵਰ ਅੱਗੇ ਲੱਗੇ ਹੁੰਦੇ ਅਤੇ ਪਿੱਛੇ ਜਿਹੜੀ ਗਡਾਊਨ 'ਚ ਬਣਦੀ ਉੱਥੇ ਕੀੜੇ ਹੀ ਚੱਲਣ ਡਏ ਹੁੰਦੇ ਆ। ਉਹ ਤਰੀਕਾ ਪਿੰਡਾਂ ਦੇ ਵਿੱਚ ਐਜੂਕੇਸ਼ਨ ਜਿਹੜੀ ਉਹ ਖਤਮ ਕਰ ਦਿੱਤੀ ਗਈ। ਜਿਹੜਾ ਬੱਚਾ ਪੜ੍ਹਦਾ ਲਿਖਦਾ ਪ੍ਰਾਈਵੇਟ ਸਕੂਲ ਦੇ ਵਿੱਚ, ਉਹ ਚੰਗੇ ਘਰਾਂ ਦੇ ਵਿੱਚੋਂ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਸਿੱਖਿਆ ਲੈਂਦੇ ਨੇ, ਮਿਡਿਓਕਰ ਪਰਿਵਾਰ ਨੇ, ਉਹ 10-20-30 ਲੱਖ ਹੋਰ ਇਕੱਠਾ ਕਰਦਾ ਔਰ ਬਾਹਰਲੇ ਮੁਲਕ 'ਚ ਕੂਚ ਕਰ ਜਾਂਦਾ, ਕਿਉਂਕਿ ਉਹਨੂੰ ਇੱਥੇ ਉਹਦੀ ਪੜ੍ਹਾਈ, ਉਹਦੀ ਕਾਬਲੀਅਤ ਦੇ ਮੁਤਾਬਕ ਕੰਮ ਹੀ ਨਹੀਂ ਮਿਲਦਾ। ਸਰਕਾਰੀ ਸਕੂਲ ਬਦਲਾਵ ਜਦੋਂ ਲੈ ਕੇ ਆਉਂਦਾ, ਹਮੇਸ਼ਾ ਗਰੀਬ ਲੈ ਕੇ ਆਉਂਦਾ। ਤੁਸੀਂ ਦੇਖੋ ਕਿ ਜੇ ਮੰਨ ਲਓ ਤੁਸੀਂ ਬਹੁਤ ਸੰਪੰਨ ਹੋ ਤਾਂ ਤੁਹਾਨੂੰ ਤਾਂ ਬਦਲਾਵ ਦੀ ਲੋੜ ਹੀ ਨਹੀਂ ਹੈਗੀ, ਤੁਹਾਡਾ ਤਾਂ ਬਹੁਤ ਵਧੀਆ ਚੱਲ ਰਿਹਾ। ਹਮੇਸ਼ਾ ਬਦਲਾਵ ਗਰੀਬ ਲੈ ਕੇ ਆਉਂਦਾ। ਗਰੀਬ ਨੂੰ ਮਾਰ ਹੀ ਇੰਨਾ ਦਿੱਤਾ ਗਿਆ। ਗਰੀਬ ਦੀ ਸੋਚ ਸਮਝ ਅਤੇ ਸ਼ਕਤੀ ਖਤਮ ਕਰ ਦਿੱਤੀ ਗਈ। ਉਹ ਬੇਰੁਜ਼ਗਾਰੀ ਨਾਲ ਖਤਮ ਕੀਤੀ, ਉਹ ਲੋਕਾਂ ਦੇ ਕੰਮ ਧੰਦੇ ਖਾਓ ਕੇ ਖਤਮ ਕੀਤੀ, ਉਹ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਕੇ ਕੀਤੀ। ਮਤਲਬ ਇਸ ਤਰੀਕੇ ਮਾਰ ਦਿੱਤਾ ਗਿਆ। ਅਤੇ ਬਦਲਾਵ ਕਿਹੜੇ ਦੀ ਆਸ ਕਰਦੇ ਹਾਂ ਅਸੀਂ? ਮਤਲਬ ਇਹ ਸਾਰਾ ਪਲੈਨਡ ਤਰੀਕੇ ਨਾਲ ਲੋਕਾਂ ਨੂੰ ਮਾਰਿਆ ਗਿਆ। ਔਰ ਲੋਕ ਆਪਣੀ ਗਰਜ ਦੇ ਨਾਲ ਜੁੜੇ ਨੇ ਕਿ 5 ਸਾਲ ਕਿਸੇ ਨੇ ਕੋਈ ਪੱਲੇ ਨਹੀਂ ਪਾਉਣਾ। ਹੁਣ ਜੋ ਮਿਲਦਾ ਇਹਨਾਂ ਕੋਲੋਂ, ਹੁਣ ਜੋ ਮੰਨਿਆ ਜਾਂਦਾ ਉਹਨਾਂ ਕੋਲ ਮਨਾ ਲਿਆ ਜਾਵੇ। ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ, ਲੋਕਾਂ ਨੂੰ ਮਤਲਬ ਫ੍ਰੀ ਕਰਨਾ ਚਾਹੀਦਾ। ਉਹਨਾਂ ਦੀ ਕਮ ਸੇ ਕਮ ਰੋਜੀ ਰੋਟੀ ਤੇ ਘਰ ਦੇ ਵਿੱਚ ਚੱਲਣੀ ਚਾਹੀਦੀ ਆ। ਉਹੋ ਹੀ ਨਹੀਂ ਚੱਲਣ ਦਿੱਤੀ ਜਾਂਦੀ। ਤੁਹਾਡੇ ਘਰੋਂ ਕੋਈ ਮਤਲਬ ਬੰਦਾ ਆਉਂਦਾ ਹੈ,
ਤੇ ਉਹਦੀ ਰੋਜੀ ਰੋਟੀ ਤੁਹਾਡੇ ਸਿਰ ਦੇ ਉੱਤੇ ਚੱਲਦੀ, ਉਹਨੂੰ ਕੋਈ ਬਾਹਰੋਂ ਸੋਰਸ ਹੀ ਨਹੀਂ ਹੈਗਾ, ਤੇ ਤੁਸੀਂ ਉਹਦੇ ਕੋਲ ਜੋ ਮਰਜ਼ੀ ਕਰਾਈ ਜਾਓ। ਮਤਲਬ ਇਹ ਗੁਲਾਮੀ ਹੈ ਨਾ, ਸਾਨੂੰ ਇਸ ਤਰੀਕੇ ਗੁਲਾਮ ਬਣਾ ਕੇ ਰੱਖਿਆ ਗਿਆ। ਤੁਸੀਂ ਬੜੇ ਮੁੱਦੇ ਬਿਠਾਏ ਔਰ ਹਲੂਣਾ ਹਰ ਪਾਰਟੀ ਨੂੰ ਵੀ ਦਿੱਤਾ, ਹਰ ਲੀਡਰ ਨੂੰ ਵੀ ਦਿੱਤਾ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋ, ਚਾਹੇ ਸੁਖਬੀਰ ਬਾਦਲ ਹੋ, ਚਾਹੇ ਬਿਕਰਮ ਜੀਠਾ ਹੋ, ਚਾਹੇ ਪ੍ਰਕਾਸ਼ ਸਿੰਘ ਬਾਦਲ। ਲੋਕ ਫਿਰ ਵੀ ਇਹਨਾਂ ਦੇ ਆਲੇ ਦੁਆਲੇ ਘੁੰਮਦੇ ਹੈਗੇ ਨੇ। ਮੈਂ ਜਗਤਾਰ ਜੀ, ਇੱਕ ਦਿਨ ਮੈਂ ਅੱਗੇ ਵੀ ਕਿਹਾ ਸੀਗਾ ਕਿ ਇੱਥੋਂ ਤੁਸੀਂ ਮੇਰੇ ਨਾਲ ਬਾਹਰ ਨਿਕਲੋ ਜੀ, ਸਾਨੂੰ 2-4 ਬੰਦੇ ਮਿਲਣਗੇ ਕਿ ਜਿਹੜੇ ਪਛਾਣ ਲੈਣਗੇ ਤੁਸੀਂ ਜਗਤਾਰ ਜੀ ਹੋ, ਮੈਂ ਮੰਨਣਾ ਵਾਂ। ਸਾਨੂੰ ਕੋਈ ਜਾਣਦਾ ਵੀ ਨਾ ਹੋਵੇ, ਸਾਡਾ ਮਤਲਬ ਨਾਂ ਵੀ ਨਾ ਕਿਸੇ ਨੂੰ ਪਤਾ ਹੋਵੇ, ਇੱਥੋਂ ਅੰਦਰੋਂ ਹੀ ਸਾਡੇ ਨਾਲ 20-30 ਗਨਮੈਨ ਬਾਹਰ ਨਿਕਲਣ, ਤੇ ਜਿਹੜਾ ਸਾਨੂੰ ਨਹੀਂ ਜਾਣਦਾ ਉਹ ਵੀ ਸਾਡੇ ਆਲੇ ਦੁਆਲੇ ਆ ਜਾਊਗਾ ਵੀ ਯਾਰ ਕੋਈ ਚੀਜ਼ ਹੀ ਹੋਣਾ। ਇਸ ਤਰੀਕੇ ਲੋਕਾਂ ਨੂੰ ਇੱਕ ਮਤਲਬ ਇਹਨਾਂ ਆਪਣਾ ਔਰਾ ਸੈੱਟ ਕੀਤਾ, ਆਪਣਾ ਮਤਲਬ ਭਰਮਾਇਆ ਜਾਂਦਾ। ਤੇ ਅਸੀਂ ਲੋਕ ਕੀ ਆ, ਮਤਲਬ ਫੁਕਰਬਾਜੀ, ਮਤਲਬ ਵੱਡੇ ਗਨਮੈਨ ਵਾਲੇ ਨੇ ਹੱਥ ਸੁੱਟ ਲਿਆ ਤੇ ਇੰਸਟਾ 'ਤੇ ਫੋਟੋਆਂ ਪਾਉਣੀਆਂ, ਫੇਸਬੁੱਕ 'ਤੇ ਫੋਟੋਆਂ ਪਾਉਣੀਆਂ ਵੀ ਆਲੇ ਦੁਆਲੇ ਮੇਰੀ ਠੁੱਕ ਵੱਜੇ। ਇਹ ਨਹੀਂ ਪਤਾ ਵੀ ਉਹ ਸੂਬਾ ਹੀ ਲੁੱਟ ਕੇ ਖਾ ਗਿਆ ਹੋਊਗਾ, ਜਾਂ ਮਤਲਬ ਤੁਹਾਡੇ ਹੋ ਸਕਦਾ ਵੀ ਇੱਥੇ ਮਤਲਬ ਤੁਹਾਡੇ ਬੱਚਿਆਂ ਦਾ ਹੀ ਇਹਦੇ ਕਰਕੇ ਘਾਣ ਹੋਇਆ ਹੋਊਗਾ। ਇਸ ਤਰੀਕੇ ਜਿਹੜਾ ਮਤਲਬ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ, ਸਿੰਪਲ ਤਰੀਕੇ ਨਾਲ ਰਹੋ। ਫਿਰ ਕੀ ਹੈ ਯਾਰ, ਮਤਲਬ ਇਹ ਲੋਕ ਇਹਨਾਂ ਨੂੰ ਗਨਮੈਨ ਕਿਉਂ, ਜੇ ਚੰਗੇ ਕੰਮ ਕਰਨ ਤੇ ਕਿਉਂ ਇਹਨਾਂ ਨਾਲ ਮਤਲਬ ਗਨਮੈਨ ਤੁਰੇ ਫਿਰਦੇ ਨੇ। ਇੱਥੇ ਇੱਕ ਦਿਨ ਬੜਾ ਵਧੀਆ ਕਿਸੇ ਨੇ ਮੈਸੇਜ ਪਾਇਆ ਸੀਗਾ ਵੀ 40 ਬੱਚਿਆਂ ਲਈ ਸਕੂਲ 'ਚ ਅਧਿਆਪਕ ਨਹੀਂ ਹੈਗਾ, ਤੇ ਇੱਕ ਕੁੱਤੇ ਕੰਜਰ ਲਈ ਮਤਲਬ ਤੁਸੀਂ ਇੱਕ ਬੰਦੇ ਲਈ 40-40 ਗਨਮੈਨ ਲਾ ਦਿੰਦੇ ਹੋ ਯਾਰ। ਮਤਲਬ ਇੱਕ ਟੀਚਰ ਦੀ ਤੇ ਮੇਰੇ ਖਿਆਲ ਸਿਪਾਹੀ ਦੀ ਉਨੀ ਤਨਖਾਹ ਹੈ, ਤੁਹਾਨੂੰ ਧਿਆਨ ਤੇ ਉੱਧਰ ਦੇਣਾ ਚਾਹੀਦਾ, ਉਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਬਿਲਕੁਲ। ਮਤਲਬ ਲੋਕਾਂ ਨੂੰ ਸੋਚ ਸਮਝ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਕਿ ਉਹਦੇ ਨਾਲ ਸਿਕਿਉਰਿਟੀ ਕਿੰਨੀ ਹੈ, ਉਹਦੇ ਨਾਲ ਬੰਦੇ ਕਿੱਦਾਂ ਦੇ ਨੇ। ਮਤਲਬ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਇਹਦਾ ਕਿਰਦਾਰ ਕੀ ਹੈ ਯਾਰ, ਇਹਦੀ ਸਮਾਜ ਨੂੰ ਦੇਣ ਕੀ ਹੈ। ਉਹ ਇਕੱਲਾ ਵੀ ਹੋਵੇ ਤੇ ਤੁਹਾਨੂੰ ਮਤਲਬ ਉਹਦੇ ਗੋਡੀ ਹੱਥ ਲਾ ਕੇ ਵੀ ਮਿਲਣਾ ਚਾਹੀਦਾ, ਤੇ ਉਹਦੇ ਨਾਲ ਹੱਥ ਵੀ ਮਿਲਾਉਣਾ ਚਾਹੀਦਾ, ਤੇ ਉਹਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ। ਪਰ ਇੱਥੇ ਪੁੱਠਾ ਹੈ ਨਾ, ਸਾਨੂੰ ਪਤਾ ਇਹ ਬੰਦੇ ਨੇ ਨਸ਼ਾ ਵੇਚਿਆ, ਸਾਨੂੰ ਪਤਾ ਇਹ ਬੰਦੇ ਨੇ ਪੰਜਾਬ ਦਾ ਘਾਣ ਕੀਤਾ, ਬਸ ਉਹਦੇ ਆਲੇ ਦੁਆਲੇ ਸਿਕਿਉਰਿਟੀ ਆ, ਤੇ ਅਸੀਂ ਲੋਕ ਉਹਦੇ ਨਾਲ ਵੀ ਫੋਟੋ ਕਰਾ ਕੇ ਖੁਸ਼ ਹੋ ਜਾਂਦੇ ਹਾਂ। ਤੇ ਕਿੱਥੋਂ ਮਾਨਸਿਕਤਾ ਮਤਲਬ ਲੋਕਾਂ ਦੀ ਬਦਲਣੀ ਹੈ। ਵੋਟਾਂ ਨੇ ਅੱਜ ਕੱਲ੍ਹ ਲੀਡਰ ਨੇ, ਨਿਆਣੇ ਵੋਟਾਂ ਮੰਗਣ ਜਾਂਦੇ, ਨਾਲ ਸੈਲਫੀਆਂ ਵੀ ਖਿਚਾ ਰਹੇ ਨੇ, ਕੁੜੀਆਂ ਬੁੜੀਆਂ ਬੱਚਿਆਂ ਦੇ ਨਾਲ, ਬੁੜੀਆਂ ਵੀ ਆਪਣੇ ਨਿਆਣੇ ਚੁੱਕ ਕੇ ਲੀਡਰਾਂ ਕੋਲ ਫੋਟੋਆਂ ਖਿਚਾ ਰਹੀਆਂ ਜੀ। ਇੱਥੇ ਦੀ ਸੁਸਾਇਟੀ ਦਾ ਹੀ ਕਸੂਰਵਾਰ ਹੋ ਗਿਆ ਨਾ ਜੀ। ਮੈਂ ਉਹੀ ਕਹਿ ਰਿਹਾ ਕਿ ਲੋਕਾਂ ਦੀ ਮਾਨਸਿਕਤਾ ਕਿੱਥੇ ਸੈੱਟ ਕਰ ਦਿੱਤੀ ਹੈ। ਤੁਹਾਨੂੰ ਲੱਗਦਾ ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਤੁਸੀਂ ਦੇਖਦੇ ਹੋ, ਅਸੀਂ ਜਦੋਂ ਪੜ੍ਹਦੇ ਸੀ ਸ਼ਹੀਦ ਭਗਤ ਸਿੰਘ ਦਾ ਐਸੇ ਸਟੋਰੀ, ਮਤਲਬ ਬਾਬਾ ਬੰਦਾ ਬਹਾਦਰ, ਅੱਜ ਤੁਹਾਨੂੰ ਕਿਤਾਬਾਂ 'ਚ ਕਿੱਥੇ ਮਿਲਦਾ। ਇਹ ਚੀਜ਼ਾਂ ਤੁਹਾਡੇ ਅੰਦਰ ਮਤਲਬ ਬਗਾਵਤੀ ਸੁਰਾਂ ਲੈ ਕੇ ਆਉਂਦੀਆਂ, ਇਹ ਚੀਜ਼ਾਂ ਤੁਹਾਡੇ ਅੰਦਰ ਇੱਕ ਜਜ਼ਬਾ ਜਗਾਉਂਦੀਆਂ। ਇਹ ਪਲੈਨਡ ਦੇ ਤਹਿਤ ਉਹਨੂੰ ਖਤਮ ਕੀਤਾ ਗਿਆ, ਸਿਰਫ ਮਤਲਬ ਫੋਕੀ ਸ਼ੌਹਰਤ ਦੇ ਵਿੱਚ ਅਸੀਂ ਉਲਝ ਕੇ ਰੱਖ ਗਏ ਹਾਂ। ਤੁਸੀਂ ਕਿਸੇ ਨੂੰ ਲੈਕਚਰ ਦਿੰਦੇ ਹੋ, ਮਤਲਬ ਤੁਸੀਂ ਬਹੁਤ ਜੋਸ਼ੀਲਾ, ਆਮ ਤੌਰ 'ਤੇ ਲੋਕਾਂ ਦੇ ਵਿੱਚ ਇੱਕ ਜੋਸ਼ ਭਰ ਦਿੰਦਾ ਬੰਦਾ, ਉਹ ਚੀਜ਼ਾਂ ਹੀ ਖਤਮ ਕਰ ਦਿੱਤੀਆਂ ਗਈਆਂ। ਨਾ ਉਹ ਸਾਨੂੰ ਪੜ੍ਹਨ ਨੂੰ ਮਿਲਦੀਆਂ, ਨਾ ਉਹ ਸਾਨੂੰ ਸੁਣਨ ਨੂੰ ਮਿਲਦੀਆਂ। ਇਸ ਤਰੀਕੇ ਸਾਰਾ ਸਿਸਟਮ ਮਤਲਬ ਇੱਕ ਪਲੈਨਡ, ਮੇਰਾ ਇਹ ਮੰਨਣਾ ਕਿ ਸਾਡੇ ਨਾਲ ਸਾਜ਼ਿਸ਼ ਕੋ ਅੱਜ ਦੀ ਨਹੀਂ ਹੋਈ। ਮੈਂ ਇਕੱਲਾ ਇਹਦੇ ਵਿੱਚ ਬੀਜੇਪੀ ਨੂੰ ਜਾਂ ਕਾਂਗਰਸ ਨੂੰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿ ਏਜੰਸੀਜ਼ ਉਹ ਕੰਮ ਕਰਦੀਆਂ ਨੇ। ਮਤਲਬ ਪੰਜਾਬੀ ਲੋਕ ਬੜੇ ਜੁਝਾਰੂ ਗਿਣੇ ਜਾਂਦੇ ਸੀਗੇ, ਕੁਛ ਅਸੀਂ ਓਵਰ ਵੀ ਕਰ ਜਾਂਦੇ, ਇਹਦੇ ਵਿੱਚ ਕੋਈ ਦੋ ਰਹਿਵਾਂ ਨਹੀਂ। ਮਤਲਬ ਸਾਡੇ ਤੋਂ ਹਰ ਵੇਲੇ ਖਤਰਾ ਹੀ ਮਤਲਬ ਮਹਿਸੂਸ ਕੀਤਾ ਜਾਂਦਾ। ਮੇਰਾ ਇਹ ਮੰਨਣਾ ਕਿ ਹੋ ਸਕਦਾ ਮੈਂ ਗਲਤ ਹੋਵਾਂ, ਮਹਾਰਾਜਾ ਰਣਜੀਤ ਸਿੰਘ ਵੇਲੇ ਪੰਜਾਬ ਬਹੁਤ ਵੱਡਾ ਸੀਗਾ, ਇੱਕ ਮਤਲਬ ਪੰਜਾਬੀ ਸੂਬਾ ਜਾਂ ਪੰਜਾਬ ਦਾ ਰਾਜ ਜਿਹੜਾ ਸੀਗਾ ਉਹ ਬਹੁਤ ਫੈਲਿਆ ਸੀਗਾ। ਮਹਾਰਾਜੇ ਦੇ ਜੀਂਦੇ ਜੀ ਅੰਗਰੇਜ਼ਾਂ ਕੋਲ ਉੱਤੇ ਉਹਨਾਂ ਸਾਰੀ ਦੁਨੀਆ 'ਤੇ ਕਬਜ਼ਾ ਕਰ ਲਿਆ ਸੀਗਾ, ਅਤੇ ਉਹ ਮਹਾਰਾਜਾ ਰਣਜੀਤ ਸਿੰਘ ਕੋ ਈਨ ਨਹੀਂ ਸੀ ਮਨਾ ਸਕੇ। ਉਹ ਇਸੇ ਮਤਲਬ ਆਸ ਦੇ ਵਿੱਚ ਸੀਗੇ, ਇਸੇ ਉਹਨਾਂ ਦੀ ਮਤਲਬ ਵੀ ਕਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਉਸ ਤੋਂ ਬਾਅਦ ਛੋਟੀਆਂ ਰਿਆਸਤਾਂ ਬਣਾਈਆਂ ਗਈਆਂ, ਕਿਸੇ ਨੂੰ ਲਾਲਚ ਦੇ ਕੇ, ਉਹਦੇ ਬੇਟੇ ਨੂੰ ਨਸ਼ੇ 'ਤੇ ਲਾ ਕੇ। ਇਤਿਹਾਸ ਮਤਲਬ ਇਹ ਕਹਿੰਦਾ ਉਸ ਤੋਂ ਬਾਅਦ ਉਹ ਛੋਟੀਆਂ ਰਿਆਸਤਾਂ ਹੋਈਆਂ, ਫਿਰ ਵੀ ਪੰਜਾਬ ਵੱਡਾ ਰਹਿ ਜਾਂਦਾ ਸੀ। ਲਾਹੌਰ ਤੁਹਾਡੇ ਵਿੱਚ ਆਉਂਦਾ ਸੀਗਾ, ਅਤੇ ਇੱਥੋਂ ਤੁਹਾਡਾ ਦਿੱਲੀ ਤੱਕ ਜਾਂਦਾ ਸੀਗਾ। ਜਦੋਂ ਪਾਕਿਸਤਾਨ ਦੀ ਵੰਡ ਹੁੰਦੀ ਹੈ, ਜਾਂ ਤਾਂ ਇੱਕ ਪਾਸੇ ਰਹਿਣ ਦਿੰਦੇ, ਲਾਹੌਰ ਵੀ ਇੱਧਰ ਰਹਿਣ ਦਿੰਦੇ, ਜਾਂ ਸਾਨੂੰ ਵੀ ਉੱਧਰ ਕਰ ਦਿੰਦੇ। ਮਤਲਬ ਇਹਨਾਂ ਦੇ ਵਿੱਚ ਫਿਰ ਅੱਧ ਕੀਤਾ ਜਾਂਦਾ ਵੀ ਜਿੰਨਾ ਇਹਨਾਂ ਨੂੰ ਤੋੜਿਆ ਜਾ ਸਕਦਾ ਤੇ ਉਹ ਤੋੜਿਆ ਜਾਵੇ। ਅੱਧਾ ਪੰਜਾਬ ਉੱਧਰ ਰਹਿ ਗਿਆ ਤੁਹਾਡਾ, ਇੱਥੇ ਸਾਡਾ ਪੰਜਾਬ ਆ ਬੈਲਟ ਬੜੀ ਮਤਲਬ ਈਨ ਮੰਨਣ ਵਾਲੀ ਨਹੀਂ ਹੈਗੀ। ਮਤਲਬ ਦਿਲ ਤੋਂ ਜ਼ਿਆਦਾ ਕੰਮ ਲੈਂਦੇ ਨੇ। ਤੁਸੀਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੱਕ ਸਾਡੇ ਵਰਗੇ ਸੁਭਾਅ ਦੇ ਲੋਕ ਤੁਹਾਨੂੰ ਆਮ ਤੌਰ 'ਤੇ ਮਿਲ ਜਾਂਦੇ। ਬਾਹਰਲਿਆਂ ਨਾਲ ਤੁਸੀਂ ਅੱਗੇ ਜਾਓ ਤਾਂ ਫਿਰ ਤੁਹਾਡੀ ਰਾਸ ਨਹੀਂ ਰਲਦੀ। ਉਹ ਮੁੜ ਕੇ ਜਦੋਂ ਮੇਰੇ ਖਿਆਲ 66 ਕਿ 67 ਦੇ ਵਿੱਚ ਇਹਨੂੰ ਵੀ ਵੰਡ ਦਿੱਤਾ ਜਾਂਦਾ। ਉਸ ਤੋਂ ਬਾਅਦ ਪੰਜਾਬ ਦੇ ਲੋਕ ਫਿਰ ਬੜੇ ਜੁਝਾਰੂ ਸੀ। ਮੈਂ ਤੁਹਾਨੂੰ ਦੱਸਿਆ ਕਿ ਮੋਰਚੇ ਲੱਗਦੇ ਸੀਗੇ 80 ਮਤਲਬ 66 ਤੋਂ ਬਾਅਦ 10-12 ਸਾਲਾਂ ਜਦੋਂ ਪਤਾ ਲੱਗਾ ਵੀ ਅਜੇ ਥੋੜ੍ਹੇ ਬਹੁਤੇ ਸਾਹ ਇਹਨਾਂ ਦੇ ਬਚੇ ਨੇ, ਵੈਂਟੀਲੇਟਰ 'ਤੇ ਆ ਚੁੱਕੇ ਨੇ, ਫਿਰ ਸਾਡੇ ਇੱਥੇ ਉਹ ਕਾਲਾ ਦੌਰ ਆਉਂਦਾ ਜਿਹਦੇ ਵਿੱਚ ਸਾਡੇ ਆਪਣੇ ਮੁੰਡੇ ਵੀ ਮਰਦੇ ਆ, ਪੁਲਿਸ ਵਾਲੇ ਵੀ ਮਰਦੇ ਆ। ਮਤਲਬ ਬਹੁਤ ਜ਼ਿਆਦਾ, ਮੈਂ ਤਾਂ ਸਮੁੱਚੇ ਤੌਰ 'ਤੇ ਕਹੂੰਗਾ ਵੀ ਪੰਜਾਬ ਦਾ ਨੁਕਸਾਨ ਹੁੰਦਾ ਉਹ 'ਚ, ਚਾਹੇ ਸਿੱਖ ਮਰੇ, ਚਾਹੇ ਹਿੰਦੂ ਮਰੇ, ਚਾਹੇ ਪੁਲਿਸ ਵਾਲੇ ਮਰੇ, ਮਰਿਆ ਪੰਜਾਬੀ। ਪੰਜਾਬ ਦੇ ਜਵਾਨ ਬੱਚੇ ਹੀ ਮਰੇ ਨਾ, ਮਤਲਬ ਉਹਦੇ ਵਿੱਚ ਇਹ ਤਾਂ ਨਹੀਂ ਸੀ ਕੋਈ 80-80 ਸਾਲ ਵਾਲੇ, 90-90। ਉਦੋਂ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਜਾਂਦਾ ਇੱਕ ਪਲਾਨ ਦੇ ਤਹਿਤ। ਉਸ ਤੋਂ ਬਾਅਦ ਜਦੋਂ ਲੱਗਦਾ ਵੀ ਪੰਜਾਬੀ
ਅਜੇ ਥੋੜ੍ਹੇ ਬਹੁਤੇ ਸਾਹ ਬਚੇ ਨੇ, ਤੇ ਸਾਡੇ ਵਿੱਚ ਜਿਹੜਾ ਨਸ਼ਾ ਲਿਆ ਕੇ ਵਾੜ ਦਿੱਤਾ ਜਾਂਦਾ। ਬਾਹਰਲੀਆਂ ਵੀ ਸਟੇਟਾਂ ਨੇ, ਕਿੰਨਾ ਕੁ ਮਤਲਬ ਨਸ਼ਾ ਉਹਦੇ ਵਿੱਚ ਫੈਲਦਾ। ਨਸ਼ਾ ਇਹ ਨਹੀਂ ਹੈ ਕਿ ਪਾਕਿਸਤਾਨੋਂ ਜਾਂ ਅਫਗਾਨਿਸਤਾਨ ਤੋਂ ਆ ਰਿਹਾ ਜਗਤਾਰ ਜੀ, ਨਸ਼ੇ ਦੀ ਖਪਤ ਹੈ। ਮਤਲਬ ਬਾਹਰਲੀਆਂ ਸਟੇਟਾਂ 'ਚ ਖਪਤ ਕਿਉਂ ਘੱਟ ਹੈ? ਉੱਥੇ ਬੱਚਿਆਂ ਕੋਲ ਰੁਜ਼ਗਾਰ ਹੈ। ਤੁਹਾਡਾ ਬੱਚਾ ਮਤਲਬ ਮੇਰਾ ਹੋਵੇ, ਤੁਹਾਡਾ ਹੋਵੇ, ਜਦੋਂ ਪੜ੍ਹ ਲਿਖ ਜਾਂਦਾ ਹੈ, ਉਹਨੇ ਆਪਣਾ ਜ਼ਿੰਦਗੀ ਦਾ ਬਿਹਤਰੀਨ ਟਾਈਮ ਆਪਣੀ ਪੜ੍ਹਾਈ 'ਤੇ ਦਿੱਤਾ ਹੁੰਦਾ, ਉਹਨੇ ਮਿਹਨਤ ਕੀਤੀ ਹੁੰਦੀ ਹੈ, ਮਾਂ-ਬਾਪ ਨੇ ਬਿਹਤਰੀਨ ਖਰਚਾ ਕੀਤਾ ਹੁੰਦਾ ਆਪਣਾ, ਮਤਲਬ ਸਾਰਾ ਕੁਝ ਤੋੜ ਕੇ। ਜਦੋਂ ਬੱਚੇ ਨੂੰ ਲੱਗਦਾ ਮੈਂ MA ਕਰ ਲਈ, ਮੈਂ PhD ਕਰ ਲਈ, ਮੈਂ ਕੋਈ ਡਿਗਰੀ ਕਰ ਲਈ, ਉਸ ਲੈਵਲ ਦਾ ਮੈਨੂੰ ਕੰਮ ਨਹੀਂ ਮਿਲਦਾ। ਤੇ ਸਾਡੇ ਘਰਾਂ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ, ਤੇ ਉਹਨੂੰ ਸਮਾਜ ਵੀ ਮਿਹਣੇ ਮਾਰਦਾ, ਉਹਨੂੰ ਘਰ 'ਚੋਂ ਵੀ ਮਿਹਣੇ ਵੱਜਦੇ ਨੇ ਵੀ ਤੂੰ ਯਾਰ ਪੜ੍ਹਾਉਣ ਲਿਖਾਉਣ ਦਾ ਕੀ ਫਾਇਦਾ ਸੀ, ਇੰਨੇ ਪੈਸੇ। ਬੱਚਾ ਮਾਨਸਿਕ ਤੌਰ ਦੇ ਉੱਤੇ ਡਿਪਰੈਸ਼ਨ 'ਚ ਆਉਂਦਾ, ਬਿਮਾਰ ਹੁੰਦਾ। ਤੇ ਸਾਡੇ ਪੰਜਾਬੀਆਂ ਦੀ ਖਾਸ ਆਦਤ ਹੈ ਕਿ ਜਦੋਂ ਬੱਚਾ ਉਹ ਫਿਰ ਹੌਲੀ ਹੌਲੀ ਕੋਈ ਸ਼ਰਾਬ ਵੱਲ ਜਾਂ ਬੀਅਰ ਵੱਲ ਵੱਧਦਾ। ਤੇ ਸਾਡੇ ਪੰਜਾਬੀਆਂ ਦੀ ਆਦਤ ਹੈ, ਇਹ ਵਿਗੜ ਗਿਆ, ਇਹਦਾ ਵਿਆਹ ਕਰ ਦਿਓ ਸੁਧਰ ਜੂਗਾ। ਆਮ ਤੌਰ 'ਤੇ ਬੱਚਾ ਵਿਆਹ ਦਿੱਤਾ ਜਾਂਦਾ, ਉਸ ਤੋਂ ਬਾਅਦ ਉਹਦੇ ਬੱਚੇ ਪਰਿਵਾਰ ਆ ਜਾਂਦਾ, ਉਹਨੂੰ ਮਿਹਣੇ ਹੋਰ ਵੱਜਣੇ ਸ਼ੁਰੂ ਹੋ ਜਾਂਦੇ, ਕੰਮ ਨਹੀਂ, ਤੇ ਉਹ ਵੱਡੇ ਨਸ਼ੇ ਦੇ ਉੱਤੇ ਆ ਜਾਂਦਾ ਹੈ, ਕੋਈ ਸਮੈਕ, ਕੋਈ ਫੀਮ। ਇਸ ਤਰੀਕੇ ਮਾਨਸਿਕਤਾ ਜਿਹੜੀ ਬੱਚਿਆਂ ਦੀ ਉਹ ਸੈੱਟ ਕਰ ਦਿੱਤੀ ਗਈ, ਔਰ ਹੌਲੀ ਹੌਲੀ ਇੱਥੋਂ ਰੁਜ਼ਗਾਰ ਵੀ ਸਾਰਾ ਬਾਹਰ ਭੇਜ ਦਿੱਤਾ ਗਿਆ, ਬੱਚੇ ਬਾਹਰ ਜਾਂਦੇ ਨੇ। ਦੂਜੀ ਬਾਹਰ ਜਾਣ ਦੀ ਬੱਚਿਆਂ ਦਾ ਇੱਕ ਮੈਂ ਵੱਡਾ ਰੀਜ਼ਨ, ਮਤਲਬ 5-10% ਉਹ ਵੀ ਰੀਜ਼ਨ ਗਿਣਦਾ। ਅੱਜ ਕੱਲ੍ਹ ਸੋਸ਼ਲ ਮੀਡੀਆ ਹਰ ਬੰਦੇ ਕੋਲ ਹੈ। ਬੱਚਾ ਜਦੋਂ ਦੇਖਦਾ ਕੈਨੇਡਾ 'ਚ ਯਾਰ ਇੱਦਾਂ ਲਾ ਐਂਡ ਆਰਡਰ ਹੈ, ਜਾਂ ਇੱਦਾਂ ਲੋਕਾਂ ਦੇ ਹੱਕ ਮਿਲਦੇ ਨੇ, ਰਾਈਟਸ ਮਿਲਦੇ ਨੇ, ਤੇ ਸਾਡੇ ਤਾਂ ਬਿਲਕੁਲ ਉਲਟ ਹੈ। ਜਦੋਂ ਮਰਜ਼ੀ ਮਤਲਬ ਪੁਲਿਸ ਵਾਲਾ ਚਪੇੜਾ ਮਾਰ ਦੇ, ਜਦੋਂ ਮਰਜ਼ੀ ਜਿਹਦੀ ਮਰਜ਼ੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲੇ। ਹਾਲਾਤ ਤੁਸੀਂ ਸੂਬੇ ਦੇ ਦੇਖੇ ਨੇ, ਮਤਲਬ ਇੱਥੇ ਕਿਸੇ ਦੀ ਕੋਈ ਧੀ ਭੈਣ ਨੂੰ ਛੇੜਦਾ ਹੈ ਨਾ, ਤੁਸੀਂ ਥਾਣੇ ਕੰਪਲੇਂਟ ਕਰਾਓ, ਕਿੰਨੇ ਕੁ ਪਰਚੇ ਤੁਹਾਨੂੰ ਮਿਲਣਗੇ ਛੇੜਨ ਦੇ। ਕੀ ਗੱਲ ਇੱਥੇ ਛੇੜਖਾਨੀ ਦੀਆਂ ਵਾਰਦਾਤਾਂ ਨਹੀਂ ਹੁੰਦੀਆਂ? ਬਹੁਤ ਹੁੰਦੀਆਂ ਨੇ। ਮਤਲਬ ਟੀਨੇਜ ਹੈ, ਬੱਚੇ ਕਰਦੇ ਹੋਣਗੇ, ਮੇਰੇ ਵੀ ਕਰ ਸਕਦੇ ਨੇ, ਤੁਹਾਡੇ ਵੀ ਕਰ ਸਕਦੇ ਨੇ। ਕਦੀ ਕੋਈ ਕੰਪਲੇਂਟ FIR ਦਰਜ ਹੁੰਦੀ ਹੈ, ਉਹ ਫਿਰ ਸਾਡੇ ਵਰਗੇ ਲੀਡਰ ਨੂੰ ਲੱਭਦਾ, SHO ਨੂੰ, ਉਹ ਯਾਰ ਪੈ ਕੇ ਰਾਜੀਨਾਮਾ ਕਰਾ ਦੇ, ਯਾਰ ਮਾਫੀ ਮੰਗਾ ਦੇ, ਫਲਾਣਾ ਕਰਾ ਦੇ, ਢਮਕਾਣਾ ਕਰਾ ਦੇ। ਜਦੋਂ ਉਹ ਬੰਦੇ ਦੇ ਉੱਤੇ ਕਾਰਵਾਈ ਨਹੀਂ ਹੁੰਦੀ, ਉਹ ਫਿਰ ਇਹੋ ਜਿਹੀ ਹਰਕਤ ਕਰਦਾ। ਤੇ ਅਖੀਰ ਸਾਨੂੰ ਜਾਣਾ ਪਤਾ ਕਿੱਥੇ ਪੈਂਦਾ, ਜਿਹੜੇ ਲੋਕ ਭਲੇ ਮਾਨਸ ਨੇ, ਫਿਰ ਉਸ ਤੋਂ ਵੱਡਾ ਗੁੰਡਾ ਲੱਭਦੇ ਨੇ, ਗੈਂਗਸਟਰ, ਵੀ ਯਾਰ ਇਹਨੂੰ ਦਬਕਾ ਮਾਰ, ਤੇ ਫਿਰ ਉਹਦੀ ਜਾਨ ਛੁੱਟਦੀ ਹੈ। ਤੇ ਜਦੋਂ ਸਾਡੇ ਬੱਚੇ ਇਹ ਚੀਜ਼ਾਂ ਵੇਖਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਤਾਂ ਆਉਂਦਾ ਵੀ ਲੱਖ ਲਾਹਣ ਤੇ ਇੱਥੋਂ ਤੇ ਬਾਹਰ ਚਲੇ ਜਾਈਏ, ਉੱਥੇ ਇੱਥੇ ਚਲੇ ਜਾਈਏ। ਇਕੱਲਾ ਪੈਸਾ ਨਹੀਂ ਲੋੜ ਹੈਗੀ। ਦੂਜੀ ਚੀਜ਼ ਦੇਖੋ, ਤੁਸੀਂ ਪੜ੍ਹ ਲਿਖ ਗਏ, ਤੁਸੀਂ ਡਾਕਟਰ ਹੋ, ਤੁਸੀਂ ਮਤਲਬ ਪ੍ਰਿੰਸੀਪਲ ਲੱਗੇ ਹੋ, ਮੈਂ ਇੱਕ ਐਜੂਕੇਸ਼ਨ ਮਿਨਿਸਟਰ ਹਾਂ, ਅਤੇ ਮੇਰੀ ਕੋਈ ਕੁਆਲੀਫਿਕੇਸ਼ਨ ਚੈੱਕ ਨਹੀਂ ਹੁੰਦੀ, ਮੈਂ ਅਨਪੜ੍ਹ ਹਾਂ, ਅਤੇ ਤੁਹਾਨੂੰ ਪੌਣਾ ਘੰਟਾ ਮੈਂ ਬਾਹਰ ਖਿਲਾਰ ਛੱਡਦਾ। ਬੱਚੇ ਨਹੀਂ ਬਰਦਾਸ਼ਤ ਕਰਦੇ ਇਹਨਾਂ ਚੀਜ਼ਾਂ ਨੂੰ। ਸਿਸਟਮ ਦੇ ਵਿੱਚ ਵੀ ਨਾਲ ਜਿਹੜਾ ਬਦਲਾਵ ਲਿਆਉਣ ਦੀ ਲੋੜ ਹੈ, ਉਹਦੇ ਬੰਦੇ ਨੂੰ ਉਹਦੀ ਪੜ੍ਹਾਈ ਲਿਖਾਈ ਦੇ ਮੁਤਾਬਕ ਇੱਜ਼ਤ ਦੇਣ ਦੀ ਲੋੜ ਹੈ, ਅਤੇ ਫਿਰ ਹੀ ਤੁਸੀਂ ਇੱਥੇ ਪੰਜਾਬੀ ਬੱਚਿਆਂ ਨੂੰ ਟਿਕਾ ਸਕਦੇ ਹੋ। ਅੱਜ ਤੁਹਾਡੇ ਹਰ ਕੰਮ ਦੇ ਉੱਤੇ ਤੁਹਾਡੇ ਬਾਹਰੀ ਲੋਕਾਂ ਦਾ ਕਬਜ਼ਾ। ਮੈਂ ਨਹੀਂ ਕਹਿੰਦਾ, ਜਿਹੜਾ ਦੇਸ਼ ਦੇ ਵਿੱਚ ਰਹਿੰਦਾ, ਚਾਹੇ ਉਹ ਬਿਹਾਰੀ ਹੈ, ਚਾਹੇ ਉਹ ਮਤਲਬ UP ਤੋਂ ਹੈ, ਚਾਹੇ ਉਹ ਗੁਜਰਾਤੀ, ਉਹਨੂੰ ਪੂਰਾ ਰਾਈਟ ਹੈ ਜੋ ਮਰਜ਼ੀ ਕਰੇ। ਪਰ ਇਹ ਨਹੀਂ ਹੈਗਾ ਕਿ ਆਪਣੇ ਆਪ 'ਚ ਅਸੀਂ ਤਬਾਹ ਹੋ ਰਹੇ ਹਾਂ। ਮਤਲਬ ਸਾਡੇ ਬੰਦੇ ਵੀ ਤਾਂ UP ਬਿਹਾਰ 'ਚ ਕੰਮ ਕਰਦੇ ਨੇ, ਇਹ ਨਹੀਂ, ਇਹ ਸਾਡੇ ਰਾਈਟ ਨੇ। ਸਾਡਾ ਦੇਸ਼ ਇੱਕ ਹੈ, ਮਤਲਬ ਮੈਂ ਦੇਸ਼ ਦੀ ਏਕਤਾ ਅਖੰਡਤਾ 'ਚ ਬਹੁਤ ਵਿਸ਼ਵਾਸ ਕਰਦਾ। ਪਰ ਆਪਣਾ ਸਾਰਾ ਕੁਝ ਖਤਮ ਕਰਕੇ ਆਪਣੀ ਜਿਹੜੀ ਜਨਰੇਸ਼ਨ ਹੈ ਉਹ ਤੁਸੀਂ ਬਾਹਰ ਭੇਜ ਰਹੇ ਹੋ, ਮਤਲਬ ਫਿਜ਼ੀਕਲੀ ਵੀ, ਮੈਂਟਲੀ ਵੀ ਜੋ ਨਾ ਕਰਨਾ, ਜੋ ਉਹਦੀ ਐਜੂਕੇਸ਼ਨ ਹੈ ਉਹ ਵੀ, ਅਤੇ ਫਾਈਨੈਂਸ਼ਲੀ ਵੀ ਤੁਸੀਂ ਸਾਰਾ ਕੁਝ ਬਾਹਰ ਭੇਜ ਰਹੇ ਹੋ। ਅਤੇ ਇਸ ਸੂਬੇ ਦੀ ਕੀ ਤਰੱਕੀ ਲੋਚਦੇ ਹੋ? ਚੰਗਾ ਬੰਦਾ ਇੱਥੇ, ਮਤਲਬ ਕਿਉਂ ਸਿਆਸਤ 'ਚ ਇੰਨਾ ਜ਼ਿਆਦਾ ਨਿਗਾਰ ਹੈ? ਚੰਗਾ ਬੰਦਾ ਕੋਈ ਪੋਲੀਟਿਕਸ 'ਚ ਆਉਣਾ ਨਹੀਂ ਚਾਹੁੰਦਾ। ਮਤਲਬ ਮੈਂ ਤਾਂ ਕੱਲ੍ਹ, ਮੈਨੂੰ ਇੱਕ IG ਮਿਲੇ ਸੀਗੇ ਸਾਡੇ, ਉਹ ਬੜੇ ਇਮਾਨਦਾਰੀ ਨਾਲ ਉਹਨਾਂ ਨਾਲ ਕੰਮ ਕੀਤਾ ਸ਼ਹਿਰ ਦੇ ਵਿੱਚ, ਅਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ 58 'ਚ ਰਿਟਾਇਰ ਹੋ ਜਾਂਦੇ ਹੋ। ਮੇਰਾ ਇਹ ਮੰਨਣਾ ਕਿ 58 ਸਾਲ ਤੁਸੀਂ ਕੰਮ ਕੀਤਾ, ਲੋਕਾਂ ਦੇ ਟੈਕਸ ਨਾਲ ਤੁਹਾਨੂੰ ਤਨਖਾਹ ਮਿਲੀ, 5 ਸਾਲ ਤੁਹਾਨੂੰ 63 ਸਾਲ ਤੱਕ ਤੁਹਾਨੂੰ ਸਿਆਸਤ ਦਾ ਹਿੱਸਾ ਵੀ ਬਣਨਾ ਚਾਹੀਦਾ, ਕਿਉਂਕਿ ਤੁਹਾਡਾ ਤਜਰਬਾ ਲੈਣ ਦੀ ਵੀ ਲੋੜ ਹੈ ਇਮਾਨਦਾਰ ਲੋਕਾਂ ਦਾ। ਪਰ ਇੱਥੇ ਸਿਸਟਮ ਕੀ ਹੈ? ਤੁਸੀਂ IG ਲੱਗੇ ਹੋ, ਤੁਸੀਂ DC ਲੱਗੇ ਹੋ, ਤੁਸੀਂ ਜੋ ਆਪਣੀ ਦੁਰਦਸ਼ਾ ਵੇਖਦੇ ਹੋ ਪੋਲੀਟੀਸ਼ੀਅਨ ਦੇ ਹੱਥੋਂ, ਗਾਲਾਂ ਵੀ ਲੈਂਦੇ ਹੋ, ਮਤਲਬ ਉਹਨਾਂ ਨੂੰ ਇੱਜ਼ਤ ਮਾਨ ਵੀ ਨਹੀਂ ਤੁਹਾਨੂੰ ਦਿੰਦੇ, ਅਤੇ 2-2 ਘੰਟੇ ਤੁਹਾਨੂੰ ਬਾਹਰ ਵੀ ਪੜ੍ਹਿਆ ਲਿਖਿਆ ਨੂੰ ਖਿਲਾਰ ਛੱਡਦੇ ਨੇ, ਅਤੇ ਤੁਸੀਂ ਚਾਹੁੰਦੇ ਹੀ ਨਹੀਂ ਕਿ ਮੇਰਾ ਬੱਚਾ ਸਿਆਸਤ 'ਚ ਆਵੇ। ਜਿੰਨਾ ਚਿਰ ਚੰਗੇ ਲੋਕ ਸਿਆਸਤ 'ਚ ਨਹੀਂ ਆਉਣਗੇ, ਪੜ੍ਹੇ ਲਿਖੇ ਲੋਕ ਸਿਆਸਤ 'ਚ ਨਹੀਂ ਆਉਣਗੇ, ਅਤੇ ਡਾਕੂ ਤੁਹਾਡੇ ਦੇ ਉੱਤੇ ਰਾਜ ਕਰਦੇ ਰਹਿਣਗੇ ਨਾ। ਫਿਰ ਮਤਲਬ ਚੰਗਾ ਬੰਦਾ ਸਿਆਸਤ 'ਚ ਆਉਣਾ ਹੀ ਨਹੀਂ ਚਾਹੁੰਦਾ। ਸਿਆਸਤ ਦੀ ਪਰਿਭਾਸ਼ਾ ਹੀ ਚੇਂਜ ਹੋ ਗਈ। 20-25 ਸਾਲ ਪਹਿਲਾਂ ਜਦੋਂ ਮੇਰੇ ਫਾਦਰ ਸੀਗੇ, ਜਾਂ ਉਹਨਾਂ ਤੋਂ ਪਹਿਲਾਂ ਲਾ ਲਓ, ਪਿੰਡ 'ਚ 2 ਲੀਡਰ ਹੁੰਦੇ ਸੀ, ਕੋਈ ਅਕਾਲੀ ਹੋਣਾ, ਕੋਈ ਕਾਂਗਰਸੀ ਹੋਣਾ, ਅਤੇ ਤੀਜੇ ਕਾਮਰੇਡ ਹੋਣੇ, ਅਤੇ ਲੋਕਾਂ ਨੇ ਜਿੱਥੇ ਉਹਨਾਂ ਨੂੰ ਮਿਲਣਾ ਉਹਨਾਂ ਦੇ ਗੋਡੀ ਹੱਥ ਲਾ ਕੇ ਯਾਰ ਬੰਦਾ ਵਧੀਆ ਹੀ ਫਲਾਣਾ। ਅੱਜ ਪੋਲੀਟੀਸ਼ੀਅਨ ਜਿੰਨੀ ਮਰਜ਼ੀ ਇਮਾਨਦਾਰੀ ਨਾਲ ਕੰਮ ਕਰੇ, ਜਦੋਂ ਉੱਥੇ ਕੁ ਜਾਊਗਾ ਤਾਂ ਲੋਕ ਕਹਿਣਗੇ ਇਹ ਚੋਰ ਹੈ। ਤੁਸੀਂ ਦੇਖੋ, ਮੈਂ ਬਹੁਤ ਜ਼ਿਆਦਾ ਇਸ਼ੂ ਚੁੱਕੇ ਆਪਣੇ ਸੂਬੇ ਦੇ, ਮਤਲਬ ਮੈਂ ਗਰੰਟੀ ਨਾਲ ਤੁਹਾਨੂੰ ਕਹਿ ਸਕਦਾ, ਜੋ ਮਰਜ਼ੀ ਮਤਲਬ ਕਹੀ ਜਾਵੇ, ਇੱਥੇ ਤੁਹਾਡੇ ਊਣਤਾਈਆਂ ਕਰਨ ਵਾਲੇ ਵੀ ਬਹੁਤ ਨੇ। ਮੈਂ ਜ਼ਿੰਦਗੀ ਦੇ ਵਿੱਚ ਕੋਈ ਇਸ਼ੂ ਚੁੱਕਿਆ ਹੋਵੇ ਨਾ 5-7-10 ਸਾਲਾਂ 'ਚ, ਉਹਦੇ ਉੱਤੇ ਮੈਂ ਦੁਬਾਰਾ ਬੋਲ ਨਾ ਸਕਾਂ, ਤੇ ਇਟ ਮੀਨਸ ਮੇਰੀ ਸੈਟਿੰਗ ਹੋ ਗਈ। ਇੱਥੇ ਹੁੰਦਾ ਕੀ ਹੈ, ਮੈਂ ਇੱਥੇ ਹਸਪਤਾਲਾਂ ਦਾ ਇਸ਼ੂ ਚੁੱਕਿਆ ਬੜਾ ਵੱਡਾ, ਅਤੇ ਉਦੋਂ ਲੋਕਾਂ ਦੇ ਮਨ 'ਚੋਂ ਮੈਂ ਡਰ ਕੱਢਿਆ ਕਿ ਯਾਰ ਇਹ ਏਡਾ ਵੱਡਾ ਕਰੋਨਾ ਨਹੀਂ ਹੈਗਾ। ਮੇਰੀ ਸਟੇਟਮੈਂਟ 'ਤੇ ਕੋਈ ਪਰਚਾ ਤਾਂ ਨਹੀਂ ਹੁੰਦਾ,
ਜਾਂ ਤੇ ਇਹ ਆ ਵੀ ਮੈਂ ਕਰਾਇਆ ਤੇ ਮੈਂ ਮੁੱਕਰ ਜਾਵਾਂ। ਤੁਸੀਂ ਮੇਰੇ ਕੋਲ ਆਏ ਕਿ ਮੈਂ ਬਹੁਤ ਮਤਲਬ ਪੀੜਤ ਹਾਂ ਯਾਰ, ਮੇਰੇ ਨਾਲ ਇਹ ਗੱਲ ਹੋ ਗਈ, ਮੈਂ ਤੁਹਾਡੀ ਆਵਾਜ਼ ਬਣ ਕੇ ਗੂੰਜਦਾ, ਉਹਦੇ ਉੱਤੇ ਕਾਰਵਾਈ ਹੋ ਜਾਂਦੀ ਆ। ਉਸ ਤੋਂ ਬਾਅਦ ਤੁਸੀਂ ਲੋਕ ਉਹਨਾਂ ਨਾਲ ਮਤਲਬ ਸੈਟਿੰਗ ਕਰ ਜਾਓ ਤੇ ਉੱਥੇ ਮਨਦੀਪ ਸਿੰਘ ਮੰਨਾ ਕੀ ਕਰ ਸਕਦਾ। ਮੈਂ ਜ਼ਿੰਦਗੀ 'ਚ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਮੈਂ ਇਹੋ ਜਿਹਾ ਜ਼ਿੰਦਗੀ 'ਚ, ਮੈਂ ਨਹੀਂ ਕਹਿੰਦਾ ਮੈਂ ਦੁੱਧ ਤੋਂ ਆਊਂਗਾ, ਪਰ ਮੈਂ ਜ਼ਿੰਦਗੀ 'ਚ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਤੇ ਨਾ ਕਰੂੰਗਾ ਕਿ ਜਿਹਦੇ ਨਾਲ ਸਮਾਜ ਨੂੰ ਪੇ ਕਰਨਾ ਪਵੇ, ਸਾਡੇ ਭਵਿੱਖ ਵਾਲੀ ਪੀੜ੍ਹੀ ਨੂੰ ਪੇ ਕਰਨਾ ਪਵੇ। ਮਤਲਬ ਇੱਥੇ ਗਲਤੀਆਂ ਹਰ ਬੰਦੇ ਕੋਲ ਹੀ ਹੁੰਦੀਆਂ ਨੇ। ਮਤਲਬ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ, ਮਤਲਬ ਲੱਗਣਾ ਚਾਹੀਦਾ ਇਹਦੇ ਅੱਗੇ। ਤੁਸੀਂ ਇੱਥੇ ਕੋਈ ਤੁਹਾਨੂੰ ਨਿੰਦੇ, ਕੋਈ ਤੁਹਾਡੀ ਸ਼ੋਭਾ ਕਰੇ, ਪਰ ਤੁਹਾਨੂੰ ਆਪਣਾ ਫਰਜ਼ ਜਿਹੜਾ ਉਹ ਸਮਾਜ ਲਈ, ਕਿੰਨੀ ਕੁ ਜ਼ਿੰਦਗੀ ਹੈ, ਜੇ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਸੌਖੀ ਨਹੀਂ ਕਰਨਾ, ਮੈਂ ਵੀ ਚੁੱਪ ਕਰਕੇ ਖਾਈ ਜਾਵਾਂ, ਸੌਈ ਜਾਵਾਂ, ਆਪਣਾ ਕੰਮ ਕਰੀ ਜਾਵਾਂ, ਤੇ ਫਿਰ ਇਸ ਪੀੜ੍ਹੀ ਦਾ ਕੌਣ ਸੋਚੂਗਾ, ਅੱਗੋਂ ਦੇਸ਼ ਦਾ ਕੌਣ ਸੋਚੂਗਾ, ਇਸ ਸੂਬੇ ਦਾ ਕੌਣ ਸੋਚੂਗਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਹਰ ਬੱਚੇ ਨੂੰ ਅੱਗੇ ਲੱਗਣਾ ਚਾਹੀਦਾ ਔਰ ਪੋਲੀਟਿਕਸ ਦਾ ਹਿੱਸਾ ਬਣਨਾ ਚਾਹੀਦਾ। ਮਨਦੀਪ ਜੀ, ਅੱਜ ਦੀ ਤਰੀਕ 'ਚ ਜਿਸ ਤਰ੍ਹਾਂ ਆਪਾਂ ਮੋਟੇ ਤੌਰ 'ਤੇ ਇਕੱਲੇ ਕਿ ਜਿਹੜੀਆਂ ਮੇਨ ਪਾਰਟੀਆਂ ਨੇ, ਮੇਨ ਪਾਰਟੀਆਂ ਨੂੰ ਲੈ ਕੇ ਮੈਂ ਤੁਹਾਨੂੰ ਇੱਕ ਪਾਰਟੀ ਦਾ ਨਾਮ ਲਵਾਂਗਾ, ਤੁਸੀਂ ਡਿਫਾਈਨਡ ਕਰਨਾ ਹੈ ਕਿ ਉਹ ਕਿਹੋ ਜਿਹੀ ਪਾਰਟੀ ਦਾ ਪਿਛਲਾ ਕਿਰਦਾਰ ਜਾਂ ਸਾਨੂੰ ਅਸੀਂ ਭਵਿੱਖ 'ਚ ਕੀ ਆਸ ਰੱਖ ਸਕਦੇ ਜੀ। ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਮੈਂ ਨੇੜਿਓਂ ਕੰਮ ਕੀਤਾ ਜੀ। ਮਤਲਬ ਮੈਂ ਨਹੀਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਮਾੜਾ ਨਹੀਂ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ ਕਿਰਦਾਰ ਜਿਹੜੇ ਬੰਦੇ ਸੀਗੇ ਉਹਨਾਂ ਦਾ ਮਾੜਾ ਹੋ ਗਿਆ। ਮਤਲਬ ਬੇਅਦਬੀ ਹੁੰਦੀ ਹੈ, ਕੀ ਸਫਾਈਆਂ ਦਿੰਦੇ ਨੇ ਕਿ ਅਸੀਂ ਬੇਅਦਬੀ ਨਹੀਂ ਕੀਤੀ। ਮੈਂ ਕਦੋਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਪੰਨੇ ਤੁਸੀਂ ਪਾੜੇ ਤੇ ਤੁਸੀਂ ਬਾਜ਼ਾਰਾਂ 'ਚ ਖਿਲਾਰੇ, ਤੁਹਾਡੇ ਰਾਜ 'ਚੋਂ ਹੀ। ਤੁਸੀਂ ਇਸ ਗੱਲ ਦੇ ਉੱਤੇ ਮਾਫੀ ਮੰਗਦੇ, ਹੁਣ ਚੋਣਾਂ ਦੇ ਦੌਰਾਨ ਮੰਗ ਰਹੇ ਹੋ, ਇਹ 2 ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ, 3 ਸਾਲ, ਵੀ ਸਾਡੇ ਰਾਜ 'ਚੋਂ ਹੀ ਹੈ, ਇਹ ਨਹੀਂ ਹੋਣੀ ਚਾਹੀਦੀ ਸੀ। ਉਸ ਤੋਂ ਅੱਗੇ ਆ ਜਾਓ। ਜਿਨ੍ਹਾਂ ਕਰਕੇ ਇਹ ਸਾਰਾ ਪੰਜਾਬ 'ਚ ਅੱਗ ਲੱਗੀ, ਉਹਨਾਂ ਨੂੰ ਸਿਕਿਉਰਿਟੀ, ਮਤਲਬ ਐਡਾ ਵੱਡਾ ਮਾਫੀ ਦਾ ਇਸ਼ੂ ਸੀਗਾ ਵੀ ਉਦੋਂ ਐਡਾ ਪੀਕ ਦੇ ਉੱਤੇ ਉਹ ਚੱਲ ਰਹੀ ਹੈ ਲਹਿਰ, ਵਿਰੋਧੀ ਲਹਿਰ ਸੀਗੀ, ਤੇ ਤੁਸੀਂ ਚੁੱਕ ਕੇ ਆਪਣੀਆਂ ਵੋਟਾਂ ਦੀ ਖਾਤਰ ਮਾਫੀ ਮਤਲਬ ਦਿੰਦੇ ਹੋ। ਤੇ ਤੁਸੀਂ ਕਿਉਂ ਨਹੀਂ ਇਸ ਸਮਾਜ ਦੀ ਮਤਲਬ ਜਿਹੜਾ ਨੁਕਸਾਨ ਹੋਇਆ ਉਹਦਾ ਤੁਸੀਂ ਪੂਰਾ ਹਿੱਸਾ ਹੋ। ਹਰਸਿਮਰਤ ਬਾਦਲ ਇੱਕ ਦਿਨ ਕਹਿੰਦੇ ਨੇ ਕਿ ਮੇਰੇ ਭਰਾ ਨੇ ਇੰਨਾ ਜਿੰਨਾ ਵੀ ਨਸ਼ਾ ਵੇਚਿਆ ਹੋਵੇ, ਮਤਲਬ ਗੱਲਾਂ ਨੇ ਨਾ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਮੈਂ ਨਸ਼ਾ ਖਤਮ ਕਰਨਾ, ਮੁੜ ਕੇ ਲੱਕ ਤੋੜਨ ਤੇ ਆ ਗਿਆ। ਪੋਲੀਟੀਸ਼ੀਅਨ ਨੇ ਜ਼ਬਾਨ ਕੋਈ ਨਹੀਂ ਹੈਗੀ ਇੱਕ ਦੇ, ਮਤਲਬ ਜਿੱਦਾਂ ਪੰਜਾਬ 'ਚ ਵੈਸੇ ਹੀ 4 ਮਤਲਬ ਨਿਕਲਦੇ ਨੇ ਸਾਡੀ ਭਾਸ਼ਾ ਦੇ, ਉਹ ਕੀ ਕਹਿੰਦੇ ਨੇ, ਇੱਕ ਇੰਨਾ ਵੀ ਨਸ਼ਾ ਵੇਚਿਆ ਹੋਵੇ ਤੇ ਸਾਡਾ ਕੱਖ ਨਾ ਰਵੇ। ਮੈਂ ਵੀ ਕਹਿੰਦਾ ਕਿ ਤੁਸੀਂ ਨਸ਼ਾ ਨਹੀਂ ਵੇਚਿਆ। ਬਿਕਰਮ ਮਜੀਠੀਆ ਕੋ ਮਤਲਬ ਮੋਟਰਸਾਈਕਲ ਦੇ ਉੱਤੇ ਪੁੜੀਆਂ ਵੇਚਦਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ, ਇਹ ਨਹੀਂ ਹੈ। ਪਰ ਜੋ ਤੁਸੀਂ ਤੰਤਰ ਸੀਗਾ ਉਹਦੇ ਨਾਲ ਖਿਲਵਾੜ ਕੀਤਾ, ਪੋਲੀਟੀਸ਼ੀਅਨ, ਉਹ ਲੋਕ ਤੁਹਾਨੂੰ ਫੰਡ ਦਿੰਦੇ ਰਹੇ ਆ ਕੇ। ਮੈਂ ਨਹੀਂ ਕਹਿੰਦਾ ਤੁਹਾਡਾ ਕੋਈ ਕਸੂਰ ਹੈ, ਤੁਸੀਂ ਵੀ ਇਲੈਕਸ਼ਨ ਲੜੋ ਜਾਂ ਤੁਸੀਂ ਪੋਲੀਟਿਕਸ 'ਚ ਹੋ, ਤੁਹਾਨੂੰ ਕੋਈ ਬੰਦਾ ਫੰਡ ਦੇਵੇ ਨਾ, ਲੱਖ 2 ਲੱਖ 50 ਲੱਖ, ਤੇ ਤੁਸੀਂ ਇਹ ਨਹੀਂ ਵੇਖਦੇ ਕੌਣ ਹੈ। ਮੈਂ ਉੱਥੋਂ ਤੱਕ ਇਹਨਾਂ ਦਾ ਕਸੂਰ ਹੀ ਨਹੀਂ ਗਿਣਦਾ। ਤੁਸੀਂ ਮੇਰੇ ਕੋਲ ਆਏ, ਤੁਸੀਂ ਮੈਨੂੰ ਫੰਡ ਦਿੱਤਾ, ਮੈਂ ਪੈਸੇ ਦੇ ਚੱਕਰ 'ਚ ਤੁਹਾਡੇ ਨਾਲ ਨੇੜ ਵਧਾਇਆ। ਉਸ ਤੋਂ ਬਾਅਦ ਤੁਹਾਨੂੰ ਮੈਂ ਜਿਪਸੀ ਵੀ ਦਿੱਤੀ, ਤੁਹਾਨੂੰ ਮੈਂ ਗਨਮੈਨ ਵੀ ਦਿੱਤੇ, ਤੁਹਾਨੂੰ ਮੈਂ ਸਰਕਾਰੀ ਜਿਹੜੇ ਘਰ ਨੇ ਉਹ ਵੀ ਦਿੱਤੇ, ਤੇ ਜਦੋਂ ਤੁਸੀਂ ਆਉਣਾ ਤੁਹਾਨੂੰ ਮੈਂ ਪਾਇਲਟਸ ਵੀ ਦਿੱਤੀਆਂ। ਉਹਦੀ ਆੜ ਦੇ ਵਿੱਚ ਉਹ ਧੰਦਾ ਹੋਇਆ, ਤੇ ਫਿਰ ਤੁਸੀਂ ਕਿਵੇਂ ਦੋਸ਼ੀ ਨਹੀਂ ਹੈਗੇ? ਉਹ ਸਹੂਲਤਾਂ ਤੁਹਾਡੀ ਸੀਗੀਆਂ, ਮਤਲਬ ਤੁਹਾਡੇ ਹੱਥ 'ਚ ਸੀਗੀਆਂ। ਤੁਸੀਂ ਉਹਨਾਂ ਲੋਕਾਂ ਨੂੰ ਖੁਰਾਕ 'ਚ ਵੰਡਣ ਵਾਲੇ ਕੌਣ ਸੀਗੇ? ਇਹ ਸਹੁੰ ਖਾਓ ਕਿ ਤੁਸੀਂ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹਨਾਂ ਦੀ, ਭਾਵੇਂ ਤੁਹਾਨੂੰ ਜਾਣ ਪਛਾਣ ਸੀ ਜਾਂ ਨਹੀਂ ਸੀ, ਉਹਨਾਂ ਦੀ ਤੁਸੀਂ ਪੁਸ਼ਤ ਪਨਾਹੀ ਕੀਤੀ ਕਿ ਨਹੀਂ ਕੀਤੀ? ਉਹਨਾਂ ਨੂੰ ਤੁਹਾਡੀ ਸ਼ਹਿਰ ਰਹੀ ਕਿ ਨਹੀਂ ਰਹੀ? ਉਹਨਾਂ ਨੇ ਉਹਦੀ ਦੁਰਵਰਤੋਂ ਕੀਤੀ ਕਿ ਨਹੀਂ ਕੀਤੀ? ਮਤਲਬ 10 ਸਾਲ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧਿਆ ਫੁੱਲਿਆ। ਇੱਥੇ ਹੋਇਆ ਕੀ ਆ ਅਕਾਲੀ ਦਲ ਵੇਲੇ, ਮੈਂ ਥੋੜ੍ਹਾ ਤੁਹਾਨੂੰ ਡਿਫਾਈਨ ਇਹ ਲੱਗਾ ਕਰਨ ਕਿ ਟਰਾਂਸਪੋਰਟ ਉਹਨਾਂ ਦੀ, ਬਿਕਰਮ ਮਜੀਠੀਆ ਵੀ ਬੱਸਾਂ ਵਾਲੀ ਟਰਾਂਸਪੋਰਟ ਪਾ ਗਏ ਆ, ਹਾਈਵੇ ਐਕਸਪ੍ਰੈਸ, ਪਹਿਲਾਂ ਇਹ A to Z ਨਾਂ ਰੱਖਿਆ ਸੀ, ਉਦੋਂ ਤਾਂ ਇਹ ਸੀਗਾ ਵੀ A to Z ਹੀ ਮੇਰੀਆਂ, ਮੈਂ ਖਰੀਦ ਲੈਣੀਆਂ ਸਾਰੀਆਂ। ਟਰਾਂਸਪੋਰਟ ਸਾਰੀ ਦੇ ਉੱਤੇ ਕਬਜ਼ਾ, ਸ਼ਰਾਬ ਸਾਰੀ ਦੇ ਉੱਤੇ ਕਬਜ਼ਾ, ਰੇਤਾ ਦੇ ਉੱਤੇ ਸਾਰਾ ਕਬਜ਼ਾ, ਜਿੰਨੇ ਵੀ ਆ ਕੇਬਲ ਸੀਗਾ ਸਾਰਾ ਮਤਲਬ ਤੁਹਾਡਾ ਕਬਜ਼ਾ। ਹੋਣਾ ਕੀ ਚਾਹੀਦਾ ਪੋਲੀਟੀਸ਼ੀਅਨ ਲਈ? ਮੈਂ ਜਗਤਾਰ ਜੀ ਇੱਕ ਗੱਲ ਤੁਹਾਨੂੰ ਕਹਾਂ ਕਿ ਪੋਲੀਟੀਸ਼ੀਅਨ ਦਾ ਪਹਿਲਾ ਧਰਮ ਹੋਣਾ ਚਾਹੀਦਾ ਸਿਆਸਤ। ਸਿਆਸਤ ਦਾ ਮਤਲਬ ਹੈ ਸੇਵਾ। ਸੈਕੰਡਰੀ ਹੋਣਾ ਚਾਹੀਦਾ ਕਿ ਤੁਸੀਂ ਉਹਦੇ 'ਚੋਂ ਵਪਾਰ ਵੀ ਕਰ ਲਓ, ਵੀ ਕੰਮ ਕਾਰ ਤੇ ਹਰ ਬੰਦੇ ਨੇ ਕਰਨਾ। ਇੱਥੇ ਹੋਇਆ ਕੀ ਹੈ ਕਿ ਤੁਹਾਡਾ ਪ੍ਰੈਫਰ ਜਿਹੜਾ ਧਰਮ ਬਣ ਗਿਆ ਉਹ ਵਪਾਰ। ਸਿਆਸਤ ਨੂੰ ਤੁਸੀਂ ਟੂਲ ਵਜੋਂ ਵਰਤਿਆ ਆਪਣਾ ਮਤਲਬ ਇਹ ਵਧਾਉਣ ਲਈ। ਮੈਂ ਇਹ ਡਿਫਾਈਨ ਕਰਦਾ ਕਿ ਇਹਨਾਂ ਨੇ ਇਹ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹੋ? ਮੈਂ ਜੋ ਇਹਨਾਂ ਦਾ ਪਹਿਲਾ ਫਿਊਚਰ ਸੀਗਾ ਜੀ, ਮੈਂ ਹੁਣ ਵੀ ਉਹ ਫਿਊਚਰ ਦੇਖਦਾ ਇਹਨਾਂ ਦਾ। ਲੋਕਾਂ 'ਚ ਲਾਈਕਿੰਗ, ਇੱਥੇ ਤੋਂ ਸ਼ਹਿਰ 'ਚ ਹੀ ਬਿਕਰਮ ਇਲੈਕਸ਼ਨ ਲੜ ਰਿਹਾ, ਮੈਂ ਤਾਂ ਕਹਿੰਦਾ ਉਹ 3 ਨੰਬਰ 'ਤੇ ਆਊਗਾ ਕਿ ਲੋਕਾਂ ਦੇ ਵਿੱਚ ਇੰਨੀ ਦਹਿਸ਼ਤ, ਮਤਲਬ ਤੁਸੀਂ ਲੋਕਾਂ ਦੇ ਕਾਰੋਬਾਰ ਦੇ ਉੱਤੇ ਕਬਜ਼ੇ ਕੀਤੇ। ਅੱਜ ਤੁਸੀਂ ਕਿਹੜੇ ਮੂੰਹ ਨਾਲ ਮਤਲਬ ਤੁਸੀਂ ਲੋਕਾਂ ਨੂੰ ਇਹ ਗਿਣਾ ਰਹੇ ਹੋ ਅਸੀਂ ਸੜਕਾਂ ਨਾਲ ਬਣਾਈਆਂ? ਯਾਰ ਇਹ ਫੰਡਸ ਆਉਂਦੇ ਨੇ ਤੁਹਾਨੂੰ, ਅਸੀਂ ਲੋਕ ਦਿੰਦੇ ਹਾਂ ਤੁਹਾਨੂੰ, ਕੇਂਦਰ ਤੋਂ ਫੰਡ ਆਉਂਦੇ ਨੇ। ਸਮੇਂ ਦੀ ਜ਼ਰੂਰਤ ਹੈ ਕਿ ਹਾਈਵੇ ਬਣਨੇ, ਸਾਰਾ ਕੁਝ ਇਹ ਤੁਸੀਂ ਬਣਾਤੇ ਯਾਰ। ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਰਾਜ 'ਚ ਮੈਂ ਤਾਂ ਦੋਵਾਂ ਨੂੰ ਇੱਕੋ ਗਿਣਦਾ ਜੀ। ਮਤਲਬ ਫਿਕਸ ਮੈਚ ਚੱਲਿਆ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਜਿਹੜੀ ਬਦਸਲੂਕੀ ਹੋਈ, ਜੋ ਅਕਾਲੀ ਦਲ ਨੇ ਕੀਤਾ, ਚਾਹੇ ਉਹ ਨਸ਼ਾ ਸੀਗਾ, ਚਾਹੇ ਬੇਅਦਬੀ ਦੇ ਉੱਤੇ ਸਿਆਸਤ ਕੀਤੀ। ਤੁਹਾਨੂੰ ਯਾਦ ਹੋਊਗਾ ਕਿ ਇਹ ਜਿਹੜੀ ਸਰਕਾਰ ਬਣੀ ਆ ਕੈਪਟਨ ਅਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਦੀ ਸਹੁੰ ਖਾਣ ਕਰਕੇ ਬਣੀ। ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਯਾਰ ਵੋਟਾਂ ਵਾਲੇ ਤੁਹਾਡੇ ਕੋਲ ਆਉਂਦੇ ਨੇ ਨਾ, ਸਹੁੰ ਖਾ ਜਾਓ, ਵੋਟ ਸਾਨੂੰ ਪਾਉਣੀ ਹੈ।
ਜੇ ਇੱਕ ਬੰਦਾ ਤੁਹਾਡਾ ਭਵਿੱਖ ਵਿਗਾੜਨ ਲਈ ਝੂਠੀ ਸਹੁੰ ਖਾ ਸਕਦਾ ਤੇ ਤੁਸੀਂ ਆਪਣਾ ਭਵਿੱਖ ਸਵਾਰਨ ਲਈ ਝੂਠੀ ਸਹੁੰ ਨਹੀਂ ਖਾ ਸਕਦੇ। ਉਹ ਤੇ ਡਿੱਟੋ ਸਰਕਾਰ ਜੋ ਕਾਲੀਆਂ ਦੇ ਆਖੇ ਚੱਲਦੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕੰਮ ਹੀ ਉਹ ਕੀਤੇ। ਉਹ ਸ਼ਰੇਆਮ ਕਹਿੰਦਾ ਰਿਹਾ ਮੇਰਾ ਭਤੀਜਾ ਹੈ ਫਲਾਣਾ, ਮਤਲਬ ਲੋਕਾਂ ਸਾਹਮਣੇ ਜਦੋਂ ਤੂੰ ਇੱਥੋਂ ਪਹਿਲਾਂ ਇਲੈਕਸ਼ਨ ਲੜੀ ਉਦੋਂ ਤੈਨੂੰ ਬਾਂਦਰ ਕੁੱਤਾ ਮੈਂ ਟੰਗ ਦੂੰਗਾ ਫਲਾਣਾ ਕਰ ਦੂੰਗਾ। ਜਦੋਂ ਤੁਸੀਂ ਬਣ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇੱਕਦਮ ਬਦਲ ਜਾਂਦੇ ਹੋ। ਕੈਪਟਨ ਅਮਰਿੰਦਰ ਸਿੰਘ ਨੇ ਧਿਆਨ ਹੀ ਨਹੀਂ ਦਿੱਤਾ। ਮੈਂ ਤੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਮੈਂ ਪੋਲੀਟਿਕਸ ਦੀਆਂ ਯੂਨੀਵਰਸਿਟੀਜ਼ ਗਿਣਦਾ ਸੀਗਾ। ਕੰਮ ਇਹਨਾਂ ਮਾੜੇ ਕੀਤੇ ਚੰਗੇ ਕੀਤੇ ਉਹ ਨਹੀਂ ਮੈਨੂੰ ਪਤਾ, ਪਰ ਸਿਆਸਤ ਦੇ ਧੁਰੇ ਸੀਗੇ ਕਿ ਇਹਨਾਂ ਕੁਛ ਸਿੱਖਿਆ ਜਾ ਸਕਦਾ। ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਵੀ ਨਹੀਂ ਕੀਤਾ, ਮਤਲਬ ਇੱਕ ਦੂਜੇ ਨਾਲ। ਤੁਸੀਂ ਹੁਣ ਦੇਖੋ ਅਕਾਲੀ ਦਲ ਦੀ ਗੱਲ, ਸਾਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਕਿੰਨੀ ਹੋ ਗਈ ਜੀ, 100 ਸਾਲ ਦੇ ਕਰੀਬ ਹੋ ਗਏ। ਮੇਰਾ ਮੰਨਣਾ ਸੀਗਾ ਕਿ ਜਿੱਡੀ ਲੰਬਾ ਸਮਾਂ ਉਹਦੀ ਸਿਆਸਤ ਰਹੀ ਆ ਉਹਦੇ 'ਤੇ ਬੁੱਤ ਲੱਗਣੇ ਚਾਹੀਦੇ ਸੀਗੇ ਪੰਜਾਬ 'ਚ। ਇਸ ਉਮਰ ਦੇ ਵਿੱਚ ਤੁਸੀਂ ਉਹਨੂੰ ਰੋਲ ਰਹੇ ਹੋ। 100 ਸਾਲ ਦਾ ਮਤਲਬ ਬਜ਼ੁਰਗ ਤੁਸੀਂ ਇਲੈਕਸ਼ਨ ਦੇ ਵਿੱਚ ਖੜਾ ਕਰ ਦਿੱਤਾ ਯਾਰ। ਉਹ ਸਾਰੀਆਂ ਇਲੈਕਸ਼ਨ 'ਚ ਜਿੱਤਦਾ ਆ, ਉਹਦਾ ਇੱਕ ਮਾਣ ਮੱਤਾ ਇਤਿਹਾਸ ਰਿਹਾ ਵੀ ਉਹ ਕੋਈ ਇਲੈਕਸ਼ਨ ਹਾਰਿਆ ਨਹੀਂ ਜਾਂ ਕਿੱਦਾਂ। ਇਹਦੇ ਵਿੱਚ ਜੋ ਹਾਰ ਜਾਂਦਾ ਤੇ ਲੱਖ ਲਾਹਣਤ ਹੈ ਸੁਖਬੀਰ ਬਾਦਲ। ਫਿਰ ਚੰਨੀ ਤੈਨੂੰ ਠੀਕ ਹੀ ਕਹਿੰਦਾ ਸੀਗਾ ਵੀ ਭਰਾਵਾ ਤੇਰੇ ਜੰਮਣ ਲੱਗਿਆ ਤੈਨੂੰ ਮਾਰ ਦਿੰਦਾ ਤੇ ਉਹ ਜ਼ਿਆਦਾ ਵਧੀਆ ਸੀ। ਆਪਣੇ ਬਾਪ ਨੂੰ ਤੁਸੀਂ ਸੁੱਖ ਦਿਓ। ਮਤਲਬ ਤੁਹਾਡੀ ਵਜ੍ਹਾ ਕਰਕੇ, ਸੁਖਬੀਰ ਕਰਕੇ, ਉਹਦੇ ਸਾਲੇ ਦੇ ਕਰਕੇ ਇੰਨੀਆਂ ਗਾਲਾਂ ਮਤਲਬ ਪ੍ਰਕਾਸ਼ ਸਿੰਘ ਬਾਦਲ ਦੀਆਂ ਨੰਗੀਆਂ ਮਤਲਬ ਫੋਟੋਆਂ ਬਣਾ ਲੋਕਾਂ ਨੇ ਪਾ ਦਿੱਤੀਆਂ। ਤੇ ਯਾਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨੂੰ ਇਲੈਕਸ਼ਨ ਲੜਾਉਣ ਦੀ ਕੀ ਮਤਲਬ ਇੱਕ ਸੋਚ ਹੈ ਨਾ ਕਿ ਪਰਿਵਾਰਕ ਇਲੈਕਸ਼ਨਾਂ ਲੜਾ ਲਓ, ਇੱਕ ਤਾਂ ਸਾਡੇ ਕੋਲ ਭੱਜਣਗੇ ਨਹੀਂ, ਇੱਕ ਜਿਹੜਾ ਇਹ ਕਿ ਸਾਡੀਆਂ ਸੀਟਾਂ ਵੱਧ ਜਾਣਗੀਆਂ। ਮੈਂ ਨਹੀਂ ਮਤਲਬ ਇਹ ਕਹਿੰਦਾ ਕਿ ਸਾਰ ਪ੍ਰਕਾਸ਼ ਸਿੰਘ ਬਾਦਲ ਇਹ ਉਮਰ ਦੇ ਵਿੱਚ ਰੋਲਣੇ ਚਾਹੀਦੇ ਨੇ, ਪਰ ਉਹਦੇ ਪੁੱਤ ਵੱਲੋਂ, ਉਹਦੇ ਟੱਬਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। 3 ਮਹੀਨੇ ਬਣਦੇ ਨੇ ਚੰਨੀ ਸਾਹਿਬ ਨੂੰ ਅਨੁਸੂਚਿਤ ਜਾਤੀਆਂ ਨੂੰ ਕੈਸ਼ ਕਰਨ ਲਈ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ। ਚੰਨੀ ਸਾਹਿਬ ਬਹੁਤ ਡਰਾਮੇ ਕਰਦੇ, ਕਿਤੇ ਭੰਗੜਾ ਪਾ ਲਿਆ, ਕਿਤੇ ਲੰਗਰ 'ਚ ਰੋਟੀ ਖਾ ਲਈ। ਮਤਲਬ ਜੇ ਕੋਈ ਕੰਮ ਆ ਤਾਂ ਮੈਂ ਆਹ ਵੀ ਕਰਦਾ ਰਿਹਾ, ਲੋਕਾਂ ਮਜ਼ਾਕ ਬਣਾਏ। ਤੇ ਮੈਂ ਤਾਂ ਇੱਕ ਦਿਨ ਕਿਹਾ ਸੀ, ਮੈਂ ਕਿਹਾ ਚੰਨੀ ਸਾਹਿਬ ਜਿੰਨੇ ਤੁਸੀਂ ਕੰਮ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ, ਤੇ ਸਾਨੂੰ ਤਾਂ ਲੱਗਦਾ ਵੀ ਸਾਡਾ ਮੁੱਖ ਮੰਤਰੀ ਨੇ ਤਾਂ ਕੁਛ ਲੇਡਾ ਹੈ ਵੀ ਹਰ ਰੂਪ ਹੀ ਮਤਲਬ ਧਾਰਨ ਕਰ ਜਾਂਦਾ। ਲੋਕਾਂ ਇੱਥੋਂ ਤੱਕ ਮਤਲਬ ਚੁਟਕਲੇ ਬਣਾਏ ਕਿ ਇੱਕ ਬੰਦਾ ਵੈਲਡਿੰਗ ਦੀ ਦੁਕਾਨ ਕਰਦਾ ਤੇ ਉਹ ਚੰਨੀ ਸਾਹਿਬ ਨੂੰ ਮੈਸੇਜ ਕਰਦਾ ਫੇਸਬੁੱਕ ਦੇ ਉੱਤੇ, ਆਂਦਾ ਭਰਾਵਾ ਮੇਰਾ ਕਾਰੀਗਰ ਭੱਜ ਗਿਆ ਜੀ, ਇਹ ਵੀ ਕਰ ਸਕਦਾ ਤੇ ਆ ਜਾ। ਮਤਲਬ ਇਸ ਤਰੀਕੇ ਦਾ ਦੇਖੋ ਜਿਹੜਾ CM ਹੈ ਨਾ, ਉਹਨੂੰ ਲੋਕਾਂ 'ਚ ਵਿਚਰਨਾ ਚਾਹੀਦਾ। ਲੋਕਾਂ ਨੂੰ ਜੱਫੀਆਂ ਵੀ ਪਾਵੇ, ਲੋਕਾਂ 'ਚ ਬਹਿ ਕੇ ਲੰਗਰ ਵੀ ਖਾਵੇ, ਮਤਲਬ ਲੋਕਾਂ ਦੇ ਨਾਲ ਪਿਆਰ ਨਾਲ ਰਵੇ। ਪਰ ਉਹ ਇੱਕ ਉਹਦਾ ਰੁਤਬਾ ਤੇ ਇੱਕ ਉਹਦਾ ਔਰਾ ਮਤਲਬ ਦਬਦਬੇ ਵਾਲਾ ਵੀ ਹੋਣਾ ਚਾਹੀਦਾ ਕਿ ਗੰਦੇ ਲੋਕ ਉਹਦੇ ਕੋਲੋਂ ਡਰਨ। ਅਫਸਰਸ਼ਾਹੀ ਦੇ ਉੱਤੇ ਉਹਦਾ ਮਤਲਬ ਪੂਰਾ ਦਬਦਬਾ ਹੋਵੇ। ਇੱਥੇ ਕਿਸੇ ਅਫਸਰ ਨੇ ਮਹਿਸੂਸ ਹੀ ਨਹੀਂ ਕੀਤਾ ਕਿ ਚਰਨਜੀਤ ਸਿੰਘ ਚੰਨੀ ਮਤਲਬ ਮੁੱਖ ਮੰਤਰੀ ਰਹੇ ਨੇ। ਤੁਸੀਂ ਭੰਗੜਾ ਪਾ ਲੈਂਦੇ ਹੋ, ਤੁਸੀਂ ਮਤਲਬ ਮੰਜਾ ਮੁਣ ਲੈਂਦੇ ਹੋ, ਤੁਸੀਂ ਧਾਰਾਂ ਕੱਢ ਲੈਂਦੇ ਹੋ, ਮੈਨੂੰ ਇਹਦੇ 'ਚੋਂ ਕੋਈ ਕੰਮ ਨਹੀਂ ਆਉਂਦਾ। ਮਤਲਬ ਤੁਸੀਂ ਇਹ ਚੀਜ਼ਾਂ ਸਾਰੀਆਂ ਕਰ ਲੈਂਦੇ ਹੋ। ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ। ਤੇਰੇ ਭੰਗੜੇ ਦੇ ਨਾਲ ਲੋਕਾਂ ਨੂੰ ਨੌਕਰੀਆਂ ਤਾਂ ਨਹੀਂ ਮਿਲ ਜਾਣੀਆਂ, ਤੇਰੇ ਮੰਜਾ ਬੁਣਨ ਨਾਲ ਕੋਈ ਮੰਜੇ ਦਾ ਕਾਰੋਬਾਰ ਤਾਂ ਨਹੀਂ ਵੱਧ ਜਾਣਾ। ਮਤਲਬ ਇਹ ਇਸ ਤਰੀਕੇ ਤੁਸੀਂ ਸਿਰਫ ਇੱਥੇ ਹੁੰਦਾ ਕੀ ਹੈ ਕਿ ਜੋ ਮਤਲਬ ਕਹਿੰਦੇ ਨਾ ਜੋ ਦਿਖਤਾ ਹੈ ਉਹ ਵਿਕਤਾ ਹੈ, ਸਿਰਫ ਆਪਣੇ ਆਪ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਤੁਹਾਡੇ ਨਾਲ ਆਉਂਦਿਆਂ ਗੱਲ ਕੀਤੀ ਰਾਜਾ ਵੜਿੰਗ, ਆਪਣਾ ਬੜਾ ਉਹਨੇ ਪੱਖ ਪੇਸ਼ ਕੀਤਾ। ਮੈਂ ਬੜੀ ਇਮਾਨਦਾਰੀ ਨਾਲ 3-4 ਮਹੀਨੇ 5 ਮਹੀਨੇ ਮਿਨਿਸਟਰ ਲੈ, ਮੇਰੇ ਨਾਲ ਉਹਨੂੰ ਭਾਉ ਡਿਬੇਟ ਦੇ ਉੱਤੇ ਮਤਲਬ ਇਸ ਬੰਦੇ ਨੂੰ ਵੀ ਲੈ ਆਪਾਂ ਇਸੇ ਦੇ ਉੱਤੇ ਡਿਬੇਟ ਕਰ ਲੈਂਦੇ ਹਾਂ। ਬਾਦਲਾਂ ਦੀਆਂ ਬੱਸਾਂ ਬੰਦ, ਡਿੰਪੀ ਢਿੱਲੋਂ ਦੀਆਂ ਬੱਸਾਂ ਬੰਦ, ਜਿੰਨੇ ਅਕਾਲੀ ਸੀਗੇ ਇੱਕ ਅੱਧੇ ਮਤਲਬ ਹੋਰ। ਮਨਪ੍ਰੀਤ ਬਾਦਲ ਸ਼ਰੇਆਮ ਕਹਿ ਰਿਹਾ ਮੇਰਾ ਟੈਕਸ ਪੈਂਡਿੰਗ ਹੈ ਤੇ ਮੇਰੀ ਰਘੂ ਰਾਜ ਟਰਾਂਸਪੋਰਟ ਚੱਲਦੀ ਹੈ। ਸੂਬੇ ਦਾ ਵਿੱਤ ਮੰਤਰੀ ਕਵੇ ਕਿ ਮੇਰਾ ਟੈਕਸ ਬਣਦਾ ਸੀ ਮੈਂ ਸਰਕਾਰ ਨੂੰ ਨਹੀਂ ਦਿੱਤਾ, ਤੇ ਉਹਨੂੰ ਵਿੱਤ ਮੰਤਰੀ ਰਹਿਣ ਦਾ ਹੱਕ ਹੈਗਾ। ਹੋਰ ਕਾਂਗਰਸੀਆਂ ਦੀਆਂ ਬੱਸਾਂ ਚੱਲਦੀਆਂ ਸੀ ਤੇ ਮੈਂ ਇੱਕ ਦਿਨ ਸਵਾਲ ਕੀਤਾ ਸੀ, ਮੈਂ ਕਿਹਾ ਰਾਜਾ ਵੜਿੰਗ ਕੂੜਾ ਚੁੱਕ ਲੈਣਾ ਆ ਕੇ ਬੱਸ ਅੱਡੇ ਦੇ ਉੱਤੇ ਆ ਕੇ, ਤੇ ਬਾਦਲਾਂ ਦੇ ਵਿੱਚ ਬੜਾ ਦਬਦਬਾ ਬਣਾਉਣਾ, ਮੈਂ ਬੱਸਾਂ ਬੰਦ ਕਰ ਦੇਣੀਆਂ, ਫਲਾਣਾ ਕਰ ਦੇਣੀਆਂ। ਕੀ ਕਰਪਸ਼ਨ ਜਿਹੜੀ ਟਰਾਂਸਪੋਰਟ ਦੇ ਵਿੱਚ ਹੈ ਉਹ ਜਗਤਾਰ ਜੀ ਇਕੱਲੀ ਬੱਸਾਂ ਦੇ ਵਿੱਚ ਹੈ? ਟਰੱਕਾਂ 'ਚ ਇੰਨਾ ਮਤਲਬ ਮਾਲ ਆਉਂਦਾ, ਕੋਈ ਓਵਰਲੋਡ ਹੁੰਦੇ, ਕੋਈ ਕਿਸੇ ਕੋਲ ਲਾਇਸੈਂਸ ਨਹੀਂ, ਕਿਸੇ ਕੋਲ ਪਾਸਿੰਗ ਨਹੀਂ, ਕਦੀ ਉਹ ਚੈੱਕ ਕੀਤੇ। ਇੱਥੇ ਟਰੈਕ ਸਾਡੇ ਚੱਲਦਾ ਅੰਮ੍ਰਿਤਸਰ ਦੇ ਵਿੱਚ। ਮੈਂ ਇੱਕ ਦਿਨ ਉੱਥੇ ਏਜੰਟ ਮੇਰੇ ਕੋਲ ਮੈਨੂੰ ਘੇਰ ਲਿਆ, ਮੈਨੂੰ ਕਿਸੇ ਨੇ ਦੱਸਿਆ ਵੀ ਲੱਖ ਰੁਪਈਆ ਰੋਜ਼ ਜਿਹੜਾ ਉੱਥੋਂ ਟਰੈਕ ਦੇ ਉੱਤੋਂ ਇਕੱਠਾ ਕਰਕੇ ਤੇ ਉੱਥੇ ਜਾਂਦਾ, ਮਤਲਬ ਉੱਤੇ ਜਾਂਦਾ ਹੈ ਜੀ। ਉੱਤੇ ਫਿਰ ਤੇਰੀ ਕੀ ਕਹਿੰਦੀ ਇਮਾਨਦਾਰੀ, ਫਿਰ ਤੂੰ ਟਰੈਕ ਦੇ ਉੱਤੇ ਕਿਉਂ ਨਹੀਂ ਇੱਕ ਵਿਜ਼ਿਟ ਕੀਤਾ ਤੇ ਟਰੈਕ ਦੇ ਉੱਤੇ ਕਿਉਂ ਨਹੀਂ ਗਿਆ? ਵੱਡਾ ਟਰੈਕ ਤੁਹਾਡਾ ਚੱਲਦਾ ਹੈ ਆਪਣਾ ਜਿਹੜਾ ਜਿੱਥੋਂ ਵੱਡੇ ਲਾਇਸੈਂਸ ਬਣਦੇ ਨੇ, ਹੈਵੀ ਲਾਇਸੈਂਸ ਬਣਦੇ ਨੇ, 10 ਲੱਖ ਰੁਪਈਆ ਤੁਸੀਂ ਰੋਜ਼ ਦਾ ਉੱਥੋਂ ਇਕੱਠਾ ਕਰਦੇ ਹੋ ਹਰ ਮਤਲਬ ਇਹੋ ਜਿਹੀਆਂ ਕਿੰਨਾ ਮਤਲਬ ਹੋਰ ਟਰਾਂਸਪੋਰਟੇਸ਼ਨ ਹੈ, ਕਦੀ ਉਹਦੇ 'ਤੇ ਧਿਆਨ ਨਹੀਂ ਦਿੱਤਾ। ਬਸ ਖਬਰ ਬਣਦੀ ਹੈ ਨਾ, ਜਗਤਾਰ ਹੋਣਾ ਦੀ ਗੱਡੀ ਘੇਰ ਲਈ ਤੇ ਖਬਰ ਨਹੀਂ ਬਣਨੀ, ਬਾਦਲ ਦੀ ਬੱਸ ਘੇਰ ਲਈ ਤੇ ਸਵੇਰੇ ਲੱਗਣੀ ਆ ਵੀ ਬਾਦਲ ਦੀ ਬੱਸ ਬੰਦ ਕਰਤੀ, ਡਿੰਪੀ ਢਿੱਲੋਂ ਦੀ ਬੱਸ ਬੰਦ ਕਰਤੀ। ਮਤਲਬ ਇਹ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਵੇਂ ਡਿਫਾਈਨ ਕਰਦੇ? ਮੈਂ ਨਿੱਜੀ ਤੌਰ 'ਤੇ ਪਸੰਦ ਨਹੀਂ ਕਰਦਾ ਜੀ ਉਹਨਾਂ ਨੂੰ। ਮਤਲਬ ਮੇਰੇ ਨਾਲ ਬਹੁਤ ਸਾਰੀਆਂ ਮੀਟਿੰਗਸ, ਮੈਂ ਕਾਰਨ ਵੀ ਦੱਸ ਦਿੰਦਾ ਜੀ ਕਿਉਂ, ਕਿ 4.5 ਸਾਲ ਪੰਜਾਬ ਪਿੱਛੇ ਉੱਜੜਿਆ।
ਪੰਜਾਬ 'ਚ ਬਹੁਤ ਵੱਡੇ ਘਪਲੇ ਹੋਏ, ਪੰਜਾਬ ਨੂੰ ਲੁੱਟਿਆ ਗਿਆ। ਇਹਨਾਂ ਦੇ ਆਪਣੇ ਐਮਐਲਏ ਵੀ ਕਈ ਰੇਤਾਂ ਦੀਆਂ ਖੱਡਾਂ ਤੇ ਪੱਗਾਂ ਲਵਾਉਂਦੇ ਰਹੇ, ਗੱਲਾਂ ਤੇ ਕਰਦੇ ਸੀ ਵੀ ਕੈਪਟਨ ਨੂੰ ਫਾਹੇ ਲਾਉਣਾ ਤੇ ਬਿਕਰਮ ਨੂੰ ਫਾਹੇ ਲਾਉਣਾ, ਤੇ ਜਦੋਂ ਕਿਤੇ ਵਿਆਹ ਸ਼ਾਦੀ ਆ ਤੇ ਉਦੋਂ ਸਾਰੇ ਹੀ ਇਕੱਠੇ ਤੇ ਕੈਪਟਨ ਦੇ ਘਰੋਂ ਸ਼ਗਨ ਵੀ ਇਕੱਠੇ ਕਰਦੇ ਰਹੇ। ਚਲੋ ਇਹਨਾਂ ਨੇ 4.5 ਸਾਲ ਜੋ ਮੈਂ ਅੱਗੇ ਜੋ ਤੁਹਾਨੂੰ ਕਿਹਾ ਨਾ ਕਿ 458 ਜਿਹੜੇ ਬਾਕੀ ਬਚਣੇ ਨੇ, ਉਹਨਾਂ ਦੇ ਵਿੱਚੋਂ 451 ਜਿੰਨੇ ਵੀ ਬਚਦੇ ਨੇ, 468 ਉਹਨਾਂ ਦੇ ਵਿੱਚੋਂ ਜੇ 68 ਬੰਦੇ ਵੀ ਆਪਣਾ ਰੋਲ ਪਲੇ ਕਰਦੇ, ਚਾਹੇ ਉਹ ਜਿੱਤ ਜਾਣ ਚਾਹੇ ਉਹ ਹਾਰ ਜਾਣ, ਤੇ ਇਹ 117 ਚੋਂ 54 ਨਹੀਂ ਖਾ ਸਕਦਾ। ਕਿਸੇ ਵੀ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਫਾਇਦਾ ਇਹ ਲਿਆ। ਮੈਂ ਤੈਨੂੰ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਕਿਹਾ ਸੀ ਵੀ ਤੂੰ ਲੱਗ ਜਾ ਸਾਲ ਇੱਕ ਪੰਜਾਬ ਲਈ, ਕੋਈ ਕਰਕੇ ਤੇ ਵਿਖਾ, ਤੇਰਾ ਪਿਛਲਾ ਕੀਤਾ ਸਾਰਾ ਮਾਫ। ਮਤਲਬ ਉਹਨਾਂ ਨੇ ਫਾਇਦਾ ਇਸ ਚੀਜ਼ ਦਾ ਲਿਆ ਕਿ ਲੋਕੀ ਕਾਲੀ ਕਾਂਗਰਸੀਆਂ ਦੇ ਬਹੁਤ ਉਲਟ ਨੇ, ਪੰਜਾਬੀਆਂ ਲਈ ਕੁਝ ਕਰੋ। ਹਾਂ ਮੌਕਾ ਮਿਲ ਜਾਏਗਾ, ਮੈਂ ਨਹੀਂ ਕਹਿੰਦਾ ਉਹ ਕਰਨਗੇ ਕਿ ਨਹੀਂ ਕਰਨਗੇ, ਮੌਕਾ ਮਿਲ ਜਾਏਗਾ, ਉਹ ਆਪਣਾ ਸ਼ਾਇਦ ਵਧੀਆ ਰੋਲ ਜਿਹੜਾ ਉਹ ਪਲੇ ਕਰਨ। ਕਿ 4.5 ਸਾਲ ਜੋ ਆਮ ਆਦਮੀ ਪਾਰਟੀ ਨੂੰ ਰੋਲ ਪਲੇ ਕਰਨਾ ਚਾਹੀਦਾ ਸੀ ਨਹੀਂ ਕੀਤਾ। ਮੈਂ ਇਕੱਲਾ ਲੱਗਾ ਰਿਹਾ ਨਾ, ਮਤਲਬ ਮੇਰੇ ਵਾਂਗੂ ਜੇ ਹੋਰ 117 ਲੱਗੇ ਹੁੰਦੇ ਤੇ ਤੁਸੀਂ ਕਿਸੇ ਦੀ ਹਿੰਮਤ ਹੈਗੀ ਆ ਕੁਛ ਮਤਲਬ ਖਾ ਜਾਵੇ। ਮੈਨੂੰ ਨਿੱਜੀ ਤੌਰ 'ਤੇ ਚੰਗੇ ਨਹੀਂ ਲੱਗਦੇ, ਪਰ ਜੇ ਮੈਂ ਵੇਖਾਂ ਸਟੇਟਲੀ ਤੇ ਮੈਂ ਜੇ ਆਪਣੇ ਸੂਬੇ ਨੂੰ ਪਿਆਰ ਕਰਦਾ ਤੇ ਇਹਨਾਂ ਦੋਵਾਂ ਨਾਲੋਂ ਚੰਗੇ ਨੇ ਕਿ ਯਾਰ ਨਵੇਂ ਆਉਣਗੇ, ਹੋ ਸਕਦਾ ਉਹ ਜੇਬ ਕਤਰੇ ਹੀ ਹੋਣ, ਇਹਨਾਂ ਵਾਂਗੂ ਹਜ਼ਾਰ ਕਰੋੜ ਰੁਪਈਏ ਦਾ ਟਾਰਗੇਟ ਨਹੀਂ ਲੈ ਕੇ ਆਉਣਗੇ ਜਿੰਨੀਆਂ ਟਿਕਟਸ ਆਮ ਆਦਮੀ ਪਾਰਟੀ ਨੇ ਦਿੱਤੀਆਂ। ਪਹਿਲਾਂ ਤਾਂ ਉਹਨਾਂ ਕੋਲ ਸੀਐਮ ਚਿਹਰਾ ਹੀ ਮਤਲਬ ਜਿਹੜਾ ਅਨਾਊਂਸ ਨਹੀਂ ਹੋਇਆ। ਮੇਰੇ ਨਾਲ ਤਾਂ ਇਹਨਾਂ ਦੇ ਹੁਣ ਬੋਲਣ ਤੇ ਚਲੋ ਇਲੈਕਸ਼ਨ 'ਚ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ, ਕਿਉਂਕਿ ਪੰਜਾਬ 'ਚ ਬਦਲਾਅ ਆਉਣਾ ਚਾਹੀਦਾ। ਉਦੋਂ ਮਤਲਬ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਵੀ ਮੈਨੀਫੈਸਟੋ ਲੈ ਕੇ ਆ ਰਹੇ ਹੋ, ਇਹਦਾ ਕੋਈ ਸੋਰਸ ਤੇ ਦੱਸੋ। ਮੈਨੂੰ ਇਹਨਾਂ ਬੜਾ ਕਿਹਾ ਜੁਆਇਨ ਕਰਨ ਲਈ, ਮੈਂ ਨਹੀਂ ਕੀਤਾ, ਕਿਸੇ ਨੇ ਸੋਰਸ ਦੱਸਿਆ ਹੀ ਨਹੀਂ। ਮਤਲਬ ਜੋ ਰੋਲ ਇਹਨਾਂ ਨੂੰ ਪਲੇ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਉਹ ਮੇਰੀ ਨਿੱਜੀ ਗਰਜ ਹੋ ਸਕਦੇ ਨੇ, ਪਰ ਮੈਂ ਸੂਬੇ ਲਈ ਕਹਿੰਦਾ ਜਿੱਦਾਂ ਇਹਨਾਂ ਟਿਕਟਾਂ ਦਿੱਤੀਆਂ ਨੇ, ਮੈਂ ਅੱਗੋਂ ਵੀ ਤੁਹਾਨੂੰ ਦੱਸ ਦਿੰਦਾ ਕਿ ਭਗਵੰਤ ਮਾਨ ਨੂੰ ਇਹਨਾਂ ਸੀਐਮ ਚਿਹਰਾ ਦਿੱਤਾ। ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਹੋਲੀ ਸੋਲੀ ਪੰਜਾਬ ਦੀ ਸਰਕਾਰ ਚਲਾ ਪਾਉਣਗੇ? ਉਹਨਾਂ ਦੇ ਉੱਤੇ ਕੋਈ ਦਿੱਲੀਓਂ ਕੰਟਰੋਲ ਨਹੀਂ ਹੋਊਗਾ। ਕੇਜਰੀਵਾਲ ਜੇ ਸਰਕਾਰ ਬਣਾਉਂਦੇ ਨੇ ਤੇ ਉਹ ਪੰਜਾਬ 'ਚ ਇੱਕ ਮਾਡਲ ਸੈੱਟ ਕਰਨਾ ਚਾਹੁੰਦੇ ਨੇ ਜਿਹਦਾ ਥ੍ਰੈਟ ਮੋਦੀ ਨੂੰ ਵੀ ਹੈਗਾ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਜਿੱਦਾਂ ਮੈਂ ਅੱਗੇ ਕਿਹਾ ਨਾ ਕਿ ਜਦੋਂ ਮਠਿਆਈ ਵੇਚਣੀ ਹੈ ਨਾ, ਉਹ ਬਾਹਰ ਬੜੇ ਵਰਕ ਲਾ ਕੇ ਰੱਖੀ ਜਾਂਦੀ, ਅੰਦਰ ਉਹਦੇ ਕੀ ਆ ਉਹ ਗਾਹਕ ਨੂੰ ਨਹੀਂ ਵਿਖਾਇਆ ਜਾਂਦਾ। ਮਤਲਬ ਇਸ ਤਰੀਕੇ ਇੱਕ ਮਾਡਲ ਇਹਨੂੰ ਸੈੱਟ ਕਰਨਾ ਚਾਹੁੰਦੇ ਨੇ ਵੀ ਉਹਨਾਂ ਕੋਲ ਕਿਸੇ ਵੀ ਸਟੇਟ ਦੇ ਵਿੱਚ ਫੁੱਲ ਜਿਹੜੀ ਉਹ ਪਾਵਰ ਨਹੀਂ ਹੈਗੀ। ਉਹਨਾਂ ਨੂੰ ਪੰਜਾਬ ਇੱਕ ਦਿਸਿਆ ਵੀ ਮੈਂ ਇੱਥੇ ਆ ਕੰਮ ਕਰਨਾ, ਔਰ ਪੂਰਾ ਕੰਟਰੋਲ ਉਹਨਾਂ ਦਾ ਦਿੱਲੀ ਤੋਂ ਹੋਊਗਾ। ਜਿਹੜੇ ਬੰਦਿਆਂ ਨੂੰ ਉਹਨਾਂ ਟਿਕਟਾਂ ਦਿੱਤੀਆਂ, ਕਈ ਬੰਦੇ ਦਾਗੀ ਨੇ, ਤੁਸੀਂ ਦੇਖੋ ਕਿਸੇ ਦੇ ਪਰਿਵਾਰਕ ਦੇ ਉੱਤੇ ਨਸ਼ੇ ਦੇ ਪਰਚੇ, ਕਿਸੇ ਦੇ ਉੱਤੇ ਪੁਰਾਣੇ ਇੰਨੇ ਪਰਚੇ, ਕਿਸੇ ਦੀ ਮਾਨਸਿਕਤਾ ਤੁਸੀਂ ਥੋੜ੍ਹੀ ਬਦਲ ਸਕਦੇ ਹੋ। ਮਤਲਬ ਉਹਨਾਂ ਨੂੰ ਕੰਟਰੋਲ ਕਰਨ ਲਈ ਕੀ ਭਗਵੰਤ ਮਾਨ ਕੰਟਰੋਲ ਕਰ ਪਾਉਣਗੇ? ਉਹਨਾਂ ਵੱਲੋਂ ਹੀ ਨਾ ਮਤਲਬ ਇਹ ਸੂਬੇ ਨੂੰ ਚਲਾਉਣ ਲਈ ਇਹ ਪੰਜਾਬੀ ਨੇ, ਇੱਕ ਦਿੱਲੀ ਵਾਲੇ ਮਤਲਬ ਲੋਕ ਨਹੀਂ ਹੈਗੇ ਕਿ ਕਿਸੇ ਫੈਕਟਰੀ ਵਾਲੇ ਨੂੰ ਟਿਕਟ ਮਿਲ ਗਈ ਤੇ ਕਿਸੇ ਨੂੰ ਉਹਨੂੰ ਮਿਲ ਗਈ। ਇਹਨਾਂ ਨੂੰ ਕੱਲ੍ਹ ਨੂੰ ਚਲਾਉਣਾ ਕਿਸ ਤਰ੍ਹਾਂ ਹੈ, ਮਤਲਬ ਇਹਨਾਂ ਦੇ ਉੱਤੇ ਉਹ ਵੀ ਬੜਾ ਵੱਡਾ ਚੈਲੰਜ ਹੋਊਗਾ। ਪਰ ਮੇਰਾ ਇੱਕ ਮੰਨਣਾ ਹੈ ਕਿ ਪੰਜਾਬ 'ਚ ਬਦਲਾਅ ਆਉਣਾ ਚਾਹੀਦਾ। ਲੋਕ ਕਹਿੰਦੇ ਜੇ ਬਦਲਾਅ ਆ ਗਿਆ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਕਹਿਣ ਨੂੰ ਤਾਂ ਭਗਵੰਤ ਮਾਨ ਹੋ ਸਕਦਾ ਹੈ ਕਿ ਛੇਤੀ ਜਾਂ ਕੇਜਰੀਵਾਲ ਮੁੱਖ ਮੰਤਰੀ ਬਣ ਜਾਏ ਜਾਂ ਰਾਘਵ ਚੱਡਾ। ਮੈਂ ਇੱਕ ਚੀਜ਼ ਅੱਗੇ ਵੀ ਕਹੀ, ਚਲੋ ਐਵੇਂ ਛੋਟਾ ਮੂੰਹ ਵੱਡੀ ਗੱਲ ਹੈ ਜੀ। ਮੈਨੂੰ ਭਗਵੰਤ ਮਾਨ ਹੋਣੀ ਸੀਐਮ ਹੀ 3-6 ਮਹੀਨੇ ਨਜ਼ਰ ਆਉਂਦੇ ਨੇ ਜੀ, ਕਿਉਂਕਿ ਉਹ ਜਜ਼ਬਾਤੀ ਬੰਦਾ ਹੈ। ਮਤਲਬ ਜੋ ਇਹ ਦਿੱਲੀ ਤੋਂ ਕਹਿਣਗੇ ਹੋ ਸਕਦਾ ਉਹ ਨਾ ਚੱਲੇ, ਔਰ ਉਹਨੂੰ ਜਿਹੜਾ ਤਾਣਾ ਬਾਣਾ ਘੜ ਕੇ ਮਤਲਬ ਇਹ ਸਮੇਂ ਦੇ ਗਰਭ 'ਚ ਹੈ। ਮੈਂ ਨਾ ਭਗਵੰਤ ਮਾਨ ਬਣੇ, ਉਸ ਤੋਂ ਬਾਅਦ 6 ਸੀਐਮ ਬਦਲ ਜਾਣ, ਪਰ ਸੂਬੇ ਲਈ ਤੇ ਸੁਹਿਰਦ ਰਹਿਣ ਨਾ, ਮਤਲਬ ਸੂਬੇ ਦਾ ਤੇ ਵਿਕਾਸ ਕਰਨਾ, ਇਹਦੀ ਸੋਚ ਦੇ ਵਿੱਚ ਰਹਿਣ ਨਾ। ਇਹ ਨਹੀਂ ਕਿ ਆਪਣਾ ਟਾਰਗੇਟ ਲੈ ਕੇ ਵੀ ਅਸੀਂ ਦਿੱਲੀ ਤੇ ਕਿਵੇਂ ਕਬਜ਼ਾ ਕਰਨਾ, ਜਿਹੜਾ ਕੇਂਦਰ ਹੈ ਉਹਦੀ ਸਿਆਸਤ ਦੇ ਉੱਤੇ, ਉਹਦੇ ਵਿੱਚ ਪੰਜਾਬ ਦੇ ਉੱਤੇ ਤਜਰਬੇ ਨਾ ਕੀਤੇ ਜਾਣ। ਪੰਜਾਬ ਨੂੰ ਮੈਂ ਇਕੱਲਾ ਆਮ ਆਦਮੀ ਪਾਰਟੀ ਨੂੰ ਬਦਲ ਨਹੀਂ ਵੇਖਦਾ। ਜੇ ਇੱਥੇ ਹੰਗ ਅਸੈਂਬਲੀ ਆਉਂਦੀ ਹੈ, ਜਿਹਦਾ ਬਹੁਤ ਜ਼ਿਆਦਾ ਰੌਲਾ ਪਿੱਛੇ ਜੇ ਚੱਲ ਰਿਹਾ ਕਿ ਹੰਗ ਅਸੈਂਬਲੀ ਆਉਂਦੀ ਹੈ, ਤੇ ਮੇਰਾ ਖਿਆਲ ਉਹ ਜਿਹੜੇ ਹੰਗ ਦਾ ਜਿਹੜਾ ਦੌਰ ਹੋਊਗਾ ਤੇ ਉਹ ਬੀਜੇਪੀ ਕੋਲ ਸਾਰਾ ਕੰਟਰੋਲ ਹੋਊਗਾ। ਜਿਸ ਤਰੀਕੇ ਮੋਦੀ ਲੱਗੇ ਨੇ, ਉਹ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਛਾਉਣ ਲਈ ਕੋਈ ਮਤਲਬ ਬਹੁਤ ਪੰਜਾਬ ਨੂੰ ਕੋਈ ਗੱਫੇ ਵੀ ਦੇ ਸਕਦੇ ਨੇ, ਕੁਛ ਵੀ ਕਰ ਸਕਦੇ ਨੇ। ਕੇਜਰੀਵਾਲ ਨੂੰ ਤਾਂ ਇਕੱਠਾ ਕਰਨਾ ਪੈਣਾ ਸੋਰਸ, ਉਹ ਤਾਂ ਇਨਸਟੈਂਟ ਹੀ ਮਤਲਬ ਕੁਛ ਵੀ ਕਰ ਸਕਦੇ ਨੇ ਨਾ। ਮਤਲਬ ਪੰਜਾਬ ਨੂੰ ਮੇਰਾ ਮੰਨਣਾ ਹੈ ਕਿ ਬਦਲ ਆਉਣਾ ਚਾਹੀਦਾ, ਇਹਨਾਂ ਦੋਵਾਂ ਨੂੰ ਗਲੋਂ ਮਤਲਬ ਲੱਥਣਾ ਚਾਹੀਦਾ ਹੈ। ਔਰ ਚਾਹੇ ਉਹ ਬੀਜੇਪੀ ਆਵੇ, ਚਾਹੇ ਉਹ ਕਿਸਾਨ ਆਉਣ, ਚਾਹੇ ਆਮ ਆਦਮੀ ਪਾਰਟੀ ਆਵੇ, ਨਵੇਂ ਬੰਦੇ ਆਉਣਗੇ। ਉਹਨਾਂ ਦਾ ਜਿੱਦਾਂ ਇਹ ਪੁਰਾਣੇ 500 ਕਰੋੜ ਦਾ ਟਾਰਗੇਟ ਲੈ ਕੇ ਚੱਲਦੇ ਨੇ, ਤੇ ਸ਼ਾਇਦ ਇਹਨਾਂ ਦਾ ਕਰੋੜ 2 ਕਰੋੜ 'ਚ ਹੀ ਸਰ ਜਾਵੇ ਵੀ ਨਹੀਂ ਯਾਰ ਲੋਕਾਂ ਨੂੰ ਸਰਵ ਵੀ ਕਰਨਾ। ਮੈਂ ਇੱਕ ਗੱਲ ਕਹਿੰਦਾ ਕਿ ਪੋਲੀਟੀਸ਼ੀਅਨ ਮਤਲਬ 95% ਸਮਾਜ ਦਾ ਕੰਮ ਕਰਨ, 5% ਆਪਣੇ ਲਈ ਕੰਮ ਕਰਨ ਤੇ ਆਪਣੇ ਪਰਿਵਾਰ ਲਈ, ਤੇ ਉਹਨਾਂ ਦੀ ਇੱਕ ਪੀੜ੍ਹੀ ਭੁੱਖੀ ਨਹੀਂ ਮਰ ਸਕਦੀ। ਪਰ ਇੱਥੇ ਉਲਟਾ 5% ਸਮਾਜ ਲਈ ਕੀਤਾ ਜਾਂਦਾ, 95% ਜਿੱਦਾਂ ਮੈਂ ਦੱਸਿਆ ਨਾ ਕਿ ਟੂਲ ਵਜੋਂ ਵਰਤਿਆ ਜਾਂਦਾ ਸਿਆਸਤ ਨੂੰ, 95 ਆਪਣੇ ਲਈ ਕੀਤਾ ਜਾਂਦਾ। ਪਰ ਅੱਜ ਕੱਲ੍ਹ ਮਾਰਕੀਟਿੰਗ ਬੜੀ ਵਧੀਆ ਹੁੰਦੀ ਹੈ ਨਾ, ਉਹ 5-95 ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਸੂਬੇ ਲਈ ਕੰਮ ਕਰੋ ਨਾ ਯਾਰ, ਆਪਣਾ ਟੱਬਰ ਵੀ ਪਾਲੋ, ਸਾਰਾ ਕੁਝ ਕਰੋ। ਮੈਨੂੰ ਲੱਗਦਾ ਹੈ ਕਿ ਨਵੇਂ ਬੰਦੇ ਆਉਣਗੇ ਤੇ ਹੋ ਸਕਦਾ ਉਹਨਾਂ ਦੀ ਸੋਚ, ਉਹਨਾਂ ਦਾ ਟਾਰਗੇਟ ਇੰਨਾ ਵੱਡਾ ਨਾ ਹੋਵੇ ਤੇ ਇਹ ਪੰਜਾਬ ਲਈ, ਪੰਜਾਬ ਦਾ ਭਲਾ ਹੋ ਜਾਊ, ਪੰਜਾਬ ਦਾ ਭਲਾ ਹੋ ਜਾਊਗਾ। ਅੱਛਾ, ਮੈਂ ਛੋਟੇ ਆਨਸਰ ਦਿਓ ਜੀ। ਮੈਂ ਹੁਣ ਪਰਸਨੈਲਿਟੀ ਦੇ ਬਾਰੇ ਪੁੱਛੂੰਗਾ ਜੀ। ਨਵਜੋਤ ਸਿੰਘ ਸਿੱਧੂ। ਮੈਂ ਨਵਜੋਤ ਸਿੰਘ ਸਿੱਧੂ, ਜੇ ਤੁਸੀਂ ਕੰਪੈਰੀਜ਼ਨ ਜਿੱਥੋਂ ਚੋਣ ਲੜ ਰਿਹਾ, ਮੈਂ ਬਿਕਰਮ ਨਾ ਕਰਾਂ ਉਹਦਾ,
ਨਵਜੋਤ ਸਿੰਘ ਸਿੱਧੂ ਸਿਰੇ ਦਾ ਝੂਠਾ, ਮਤਲਬ ਫਰੇਬੀ, ਲੋਕਾਂ ਦੇ ਨਾਲ ਉਹਨੂੰ ਕੋਈ ਲੈਣਾ ਦੇਣਾ ਨਹੀਂ। ਜਿਹੜਾ ਬੰਦਾ ਆਪਣੇ ਸੂਬੇ ਨੂੰ 2-2 ਸਾਲ ਛੱਡ ਕੇ ਗਾਇਬ ਹੋ ਸਕਦਾ, ਉਹਦੇ ਤੋਂ ਤੁਸੀਂ ਇਹ ਆਸ ਨਹੀਂ ਕਰ ਸਕਦੇ। ਪਿੱਛੇ ਜੇ ਇਹਨਾਂ ਦਾ ਕੱਢਿਆ ਕਿ ਆਪਣੀ ਮਦਰ ਨਾਲ ਕੀ ਸਲੂਕ ਕੀਤਾ, ਤੇ ਮੈਂ ਬੋਲਿਆ ਉਹਦੀ ਫੇਵਰ ਦੇ ਵਿੱਚ ਕਿ ਯਾਰ ਮੈਂ ਆਪਣੀ ਮਾਂ ਨਾਲ ਕੀ ਸਲੂਕ ਕਰਦਾ, ਅਸੀਂ ਤੇ ਇਹ ਦੇਖਣਾ ਉਹਨੇ ਸੂਬੇ ਨਾਲ ਕੀ ਸਲੂਕ ਕੀਤਾ। ਇਹ ਚੀਜ਼ਾਂ ਮੈਂ 4 ਸਾਲ ਪਹਿਲਾਂ ਬੋਲ ਚੁੱਕਾ ਸੀਗਾ। ਉਹ ਮੇਰਾ ਮਤਲਬ ਨਿੱਜੀ ਸੀਗਾ ਕਿ ਬੰਦਾ ਝੂਠ ਕਿਉਂ ਮਾਰਦਾ ਲੋਕਾਂ ਨੂੰ, ਮੇਰੀ ਮਾਂ ਇੱਦਾਂ, ਮੇਰੀ ਤੇਰੀ ਮਾਂ ਨਾਲ ਤੇ ਤੇਰੇ ਸੰਬੰਧ ਵਧੀਆ ਹੀ ਨਹੀਂ ਰਹੇ, ਉਹ 5 ਸਾਲ ਦੇ ਤੈਨੂੰ ਛੱਡ ਗਈ ਸੀ, ਫਿਰ ਝੂਠ ਫਰੇਬ ਕਿਉਂ ਲੋਕਾਂ ਨੂੰ ਮਾਰਦਾ। ਅਖੀਰ ਉਹ ਇੱਕ ਦਿਨ ਤੁਹਾਡੇ ਸਾਹਮਣੇ ਆ ਜਾਣਾ ਹੁੰਦਾ। ਇਹ ਨਿੱਜੀ ਗੱਲਾਂ ਨੇ, ਮਤਲਬ ਉਹ ਝੂਠਾ ਹੈ, ਉਹ ਫਰੇਬੀ ਹੈ। ਮੈਂ ਤੁਹਾਨੂੰ ਕਹਿੰਦਾ ਕਿ ਤੂੰ ਮਤਲਬ ਠੱਗ ਹੈ, ਤੇਰੀ ਵਾਈਫ ਨੇ ਇੱਥੇ ਪੂਰਾ ਆਤੰਕ ਜਿਹੜਾ ਉਹ ਮਚਾ ਛੱਡਿਆ ਕਰਪਸ਼ਨ ਦਾ। ਪਰ ਜੇ ਮੈਂ ਤੇਰੀ ਤੁਲਨਾ ਬਿਕਰਮ ਮਜੀਠੀਆ ਨਾ ਕਰਾਂ, ਤੇ ਫਿਰ ਉਹ ਕਹਿੰਦੇ ਨਾ ਵੀ ਇਹਦੇ ਨਾਲੋਂ ਇਹ ਪਿਓ ਇਹਦਾ ਚੰਗਾ ਸੀ। ਉਹ ਸੁਣੀ ਹੈ ਕਹਾਵਤ ਜੀ ਤੁਸੀਂ? ਇੱਕ ਰਾਜਾ ਸੀਗਾ, ਉਹ ਜਦੋਂ ਲੋਕ ਮਰਦੇ ਸੀਗੇ ਉਹਨਾਂ ਦੇ ਮੂੰਹ 'ਚ ਨਾ ਇੱਕ ਠੀਪਾ ਪਾਇਆ ਜਾਂਦਾ ਸੀ, ਪੈਸਾ ਇੱਕ ਪਾਇਆ ਜਾਂਦਾ ਸੀ, ਤੇ ਉਹ ਵੀ ਕੱਢ ਲੈਂਦਾ ਹੁੰਦਾ ਸੀ, ਤੇ ਦੁਨੀਆ ਉਹਨੂੰ ਬੜੀਆਂ ਗਾਲਾਂ ਕੱਢਦੀ ਸੀ ਕਿ ਬੜਾ ਗੰਦਾ ਹੈ ਰਾਜਾ ਯਾਰ। ਉਹਦੀ ਡੈਥ ਹੋ ਜਾਂਦੀ ਹੈ, ਉਹਦਾ ਬੇਟਾ ਅੱਗੋਂ ਬਣ ਜਾਂਦਾ ਹੈ ਰਾਜ ਭਾਗ ਦੇ ਵਿੱਚ, ਉਹ ਰਾਜਾ ਬਣ ਜਾਂਦਾ। ਉਹ ਆਪਣੇ ਕਿਸੇ ਸਲਾਹਕਾਰ ਨਾਲ ਸਲਾਹ ਕਰਦਾ, ਜਿੱਦਾਂ ਇਹਨਾਂ ਪੋਲੀਟੀਸ਼ੀਅਨ ਦੇ ਹੁੰਦੇ ਨੇ ਸਲਾਹਕਾਰ, ਕਿ ਯਾਰ ਮੇਰੇ ਪਿਓ ਨੂੰ ਲੋਕ ਗਾਲਾਂ ਬੜੀਆਂ ਕੱਢਦੇ ਨੇ, ਕੋਈ ਇਹੋ ਜਿਹੀ ਕਰਾਮਾਤ ਕਰੋ ਕਿ ਲੋਕ ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਹੋ ਜਾਣ। ਉੱਥੇ ਕੋਈ ਮਤਲਬ ਬੰਦਾ ਕੋਈ ਸਿਆਣਾ ਸੀਗਾ, ਜਿੱਦਾਂ ਕੈਪਟਨ ਨੇ ਆਪਣੇ ਸਲਾਹਕਾਰ ਉਹ ਰੱਖੇ ਸੀ ਭਰਤਿੰਦਰ ਚਹਿਲ ਅਤੇ ਸੰਦੀਪ ਵਰਗੇ ਜਾਂ ਸੁਖਬੀਰ ਨੇ ਜਿਹੜੇ ਰੱਖੇ ਨੇ। ਉਹ ਕਹਿੰਦਾ ਯਾਰ ਇਹ ਕਿਹੜੀ ਗੱਲ ਹੈ, ਤੇਰੇ ਪਿਓ ਨੂੰ ਲੋਕ ਚੰਗਾ ਹੀ ਕਹਿਣਗੇ, ਤੇਰਾ ਪਿਓ ਤੇ ਪੈਸਾ ਕੱਢਦਾ ਸੀ ਨਾ ਮੂੰਹ ਦੇ ਵਿੱਚੋਂ, ਤੂੰ ਇੱਕ ਕੰਮ ਕਰ ਵੀ ਪੈਸਾ ਵੀ ਕੱਢਿਆ ਕਰ ਅਤੇ ਲਾਸ਼ ਕੱਢ ਕੇ ਉਹਦੇ ਡੰਡੇ ਮਾਰ ਕੇ ਤੇ ਫਿਰ ਨੱਪਿਆ ਕਰ। ਅਤੇ ਜਦੋਂ ਉਹਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੋਕ ਕਹਿੰਦੇ ਇਹਦੇ ਨਾਲ ਇਹਦਾ ਪਿਓ ਚੰਗਾ ਸੀਗਾ। ਸੋ ਤੁਲਨਾ ਮੈਂ ਇਹਦੀ ਬਿਕਰਮ ਮਜੀਠੀਆ ਦੀ ਕਰਦਾ ਵੀ ਸਿੱਧੂ ਚੋਰ ਹੈ, ਸਿੱਧੂ ਜੇਬ ਕਤਰਾ ਹੈ, ਸਿੱਧੂ ਝੂਠਾ ਹੈ ਸਿਰੇ ਦਾ, ਸਿੱਧੂ ਨੂੰ ਪੰਜਾਬ ਨਾਲ ਲਗਾ ਨਹੀਂ। ਪਰ ਜੇ ਮੈਂ ਬਿਕਰਮ ਮਜੀਠੀਆ ਨਾਲ ਵੇਖਾਂ ਤਾਂ ਉਹਦੇ ਨਾਲੋਂ ਕਈ ਗੁਣਾ ਚੰਗਾ। ਇਹਨੇ ਲੋਕਾਂ ਦੇ ਉੱਤੇ ਜਾਲੀ ਪਰਚੇ ਤਾਂ ਨਹੀਂ ਕਰਾਏ, ਮਤਲਬ ਇਹਨੇ ਡਰੱਗ ਵਾਲਿਆਂ ਨੂੰ ਇੰਨਾ ਵਧਾਇਆ ਫਲਾਇਆ ਤਾਂ ਨਹੀਂ, ਇਹਨਾਂ ਦੇ ਲੋਕਾਂ ਦੇ ਇਹਨੇ ਕਰਪਸ਼ਨ ਕੀਤੀ ਹੈ, ਇਹਨੇ ਲੋਕਾਂ ਦੇ ਕਾਰੋਬਾਰ ਦੇ ਉੱਤੇ ਕਬਜ਼ਾ ਤਾਂ ਨਹੀਂ ਕੀਤਾ। ਮਤਲਬ ਇਹ ਇਸ ਤਰੀਕੇ ਚੰਗੇ ਦੋਵੇਂ ਹੀ ਨਹੀਂ। ਮੈਂ ਤੁਹਾਨੂੰ ਫਿਰ ਕਹਿੰਦਾ ਜੇ ਤੁਸੀਂ ਤੁਲਨਾ ਕਰਨ ਦੀ ਗੱਲ ਕਰ ਰਹੇ ਹੋ ਤੇ ਫਿਰ ਮੈਂ ਕਹੂੰਗਾ ਵੀ ਇਹਦੇ ਨਾਲ ਉਹ ਚੰਗਾ ਹੈ। ਸੁਖਬੀਰ ਬਾਦਲ, ਮੈਂ ਜਿੰਨਾ ਕਿ ਸੁਖਬੀਰ ਜੀ ਨੂੰ ਨਿੱਜੀ ਜਾਣਦਾ, ਮਤਲਬ ਮੈਂ 97 ਦੇ ਵਿੱਚ ਜਗਤਾਰ ਜੀ ਅਕਾਲੀ ਦਲ ਜੁਆਇਨ ਕੀਤਾ ਸੀ। ਸੁਖਬੀਰ ਬੇਹੱਦ ਵਧੀਆ ਬੰਦਾ ਸੀਗਾ, ਆਪਣੀ ਜ਼ੁਬਾਨ ਵਾਲਾ ਬੰਦਾ ਸੀਗਾ। ਕਈ ਮੁੱਦਿਆਂ ਦੇ ਉੱਤੇ ਉਹਨਾਂ ਸਾਨੂੰ ਠੋਕ ਕੇ ਜਵਾਬ ਦੇਣਾ ਵੀ ਯਾਰ ਜੋ ਮਰਜ਼ੀ ਕਰ ਲਓ, ਮੈਂ ਫਲਾਣੀ ਥਾਂ 'ਤੇ ਜ਼ੁਬਾਨ ਕਰ ਲਈ ਹੈ। ਜਦੋਂ ਉਹਨਾਂ ਦੇ ਉੱਤੇ ਛੱਪਾ ਅਤੇ ਜਦੋਂ ਬਿਕਰਮ ਮਜੀਠੀਆ ਦੀ ਐਂਟਰੀ ਹੁੰਦੀ ਹੈ, ਸੁਖਬੀਰ ਦੇ ਮਦਰ ਜੀਂਦੇ ਰਹਿੰਦੇ ਨੇ ਅਤੇ ਬਿਕਰਮ ਮਜੀਠੀਆ ਕੁਸਕਦਾ ਵੀ ਨਹੀਂ ਸੀ। ਇਹ ਦੁਨੀਆ ਨੂੰ ਪਤਾ ਸੀਗਾ ਵੀ ਉਹਨੂੰ ਪਤਾ ਸੀ ਇਹ ਮੇਰੇ ਘਰ ਵਾਲੇ ਨੂੰ, ਮਤਲਬ ਮੇਰੇ ਬੇਟੇ ਨੂੰ ਖਰਾਬ ਕਰੂਗਾ। ਜਿਸ ਦਿਨ ਦਾ ਉਹ ਇਹਨਾਂ ਦੇ ਆਖੇ ਚੱਲਣਾ ਸ਼ੁਰੂ ਹੋ ਗਏ ਅਤੇ ਸੁਖਬੀਰ ਹੋਣੀ ਸਿਆਸੀ ਤੌਰ 'ਤੇ ਮੇਰੇ ਖਿਆਲ ਦਿਵਾਲੀਆ ਹੋ ਚੁੱਕੇ ਨੇ, ਮਤਲਬ ਤਬਾਹ ਹੋ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਇੰਜੋਏ ਕੀਤੀ ਆਪਣੀ ਜਿਹੜੀ 4.5 ਪੌਣੇ 5 ਸਾਲ ਦੀ। ਉਹਨੇ ਪਹਿਲਾਂ ਤਾਂ ਕਹਿ ਦਿੱਤਾ ਸੀਗਾ ਕਿ ਮੇਰੀ ਇਹ ਲਾਸਟ ਇਲੈਕਸ਼ਨ ਹੈ, ਔਰ ਉਹਨੇ ਲੋਕਾਂ ਦਾ ਕੰਮ ਕਰਨ ਨੂੰ ਮਤਲਬ ਸੋਚਿਆ ਹੀ ਕੁਛ ਨਹੀਂ। ਮੈਂ ਉਹਨੂੰ ਜਦੋਂ ਜੁਆਇਨ ਕੀਤਾ ਸੀਗਾ ਜਗਤਾਰ ਜੀ, ਅਤੇ ਮੈਂ ਉਹਨੂੰ ਕੀਤਾ ਸੀਗਾ ਕਿ ਉਹ 2002 ਤੋਂ 7 ਵਾਲਾ ਕੈਪਟਨ ਹੈ, ਕਿ ਬੜਾ ਸਖਤ ਐਡਮਿਨਿਸਟ੍ਰੇਟਰ ਅਤੇ ਵਧੀਆ ਦਬਦਬੇ ਵਾਲਾ ਬੰਦਾ ਹੈ। ਅਤੇ ਉਸ ਤੋਂ ਬਾਅਦ ਤਾਂ ਨਿਰਾ ਜਿੱਦਾਂ ਘੀਆ ਹੀ ਹੋ ਕੇ ਗਲਿਆ ਬੰਦਾ ਉਹ ਮਤਲਬ ਨਿਕਲਿਆ, ਜਿਹੜਾ ਬੰਦਾ ਝੂਠੀ ਸਹੁੰ ਖਾ ਗਿਆ। ਅਤੇ ਮੈਂ ਇੱਕ ਦਿਨ ਬੋਲਿਆ ਸੀਗਾ, ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ, ਮੇਰਾ ਨਾਮ ਮਨਦੀਪ ਸਿੰਘ ਮੰਨਾ, ਮੇਰੇ ਫਾਦਰ ਸਾਰ ਅਮਰੀਕ ਸਿੰਘ, ਮੇਰੇ ਮਤਲਬ ਬੇਟੇ ਦਾ ਨਾਮ ਅਭੈਰਾਜ ਹੈ। ਇਸ ਤੋਂ ਅੱਗੇ ਜਿਹੜਾ ਇਹਦਾ ਬੱਚਾ ਹੋਣਾ ਨਾ, ਉਸ ਤੋਂ ਬਾਅਦ ਸਾਡੀ ਪਿਛਲੀ ਪੀੜ੍ਹੀ ਲੋਕਾਂ ਨੇ ਭੁੱਲਦੇ ਜਾਣਾ। ਤੁਹਾਨੂੰ ਵੀ ਸਮਾਜ ਦੇ ਲੋਕ ਜਾਣਦੇ ਹੋਣਗੇ ਜਗਤਾਰ ਸਿੰਘ ਪੁੱਤਰ ਫਲਾਣਾ ਅਤੇ ਪੁੱਤਰ ਫਲਾਣਾ, ਇਸ ਤੋਂ ਅੱਗੇ ਤਾਂ ਨਹੀਂ ਕਿਸੇ ਨੂੰ ਪਤਾ। ਇਹ ਮਤਲਬ ਅਸੀਂ ਆਮ ਲੋਕ ਹਾਂ। ਤੇਰੇ ਪਰਿਵਾਰ ਦਾ 8-10 ਪੀੜ੍ਹੀਆਂ ਤੋਂ ਇਤਿਹਾਸ ਲਿਖਿਆ ਆਉਂਦਾ। ਤੈਨੂੰ ਕਹਿੰਦੇ 6ਵੇਂ ਪਾਤਸ਼ਾਹ ਨੇ ਆਸ਼ੀਰਵਾਦ ਦਿੱਤਾ ਸੀਗਾ ਕਿ ਰਾਜ ਭਾਗ ਭੋਗੋਗੇ। ਤੁਹਾਡਾ ਇਤਿਹਾਸ ਲਿਖਿਆ ਆਉਂਦਾ ਵੀ ਤੁਹਾਡਾ ਦਾਦਾ ਪੜਦਾਦਾ ਬਾਬਾ ਕੌਣ ਸੀਗਾ। ਪਰ ਮੈਂ ਮੰਨਦਾ ਕਿ ਇਹ ਜਿਹੜੀ ਤੇਰੀ 7ਵੀਂ ਪੀੜ੍ਹੀ ਹੈ ਰਾਜ ਭਾਗ ਤੋਂ ਬਾਅਦ, ਇਹਦਾ ਨਾਂ ਜਿਹੜਾ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ ਵੀ ਇਹ ਬੰਦਾ ਝੂਠੀ ਸਹੁੰ ਖਾ ਗਿਆ, ਮਤਲਬ ਇਹਨੇ ਪੰਜਾਬ ਲਈ ਕੀਤਾ ਕੁਛ ਨਹੀਂ। ਜਿਹੜਾ ਬੰਦਾ ਗੁਰੂ ਦਾ ਮਤਲਬ ਸਕਾ ਨਹੀਂ ਹੋ ਸਕਦਾ। ਮੈਂ ਕੋਈ ਏਡਾ ਮਤਲਬ ਕਮਿਟਡ ਜਾਂ ਕੱਟੜ ਬੰਦਾ ਨਹੀਂ ਹੈਗਾ, ਪਰ ਤੁਸੀਂ ਰੱਬ ਦੀ ਸਹੁੰ ਸੋਚ ਸਮਝ ਕੇ ਖਾਓ। ਜਦੋਂ ਤੁਸੀਂ ਅੰਦਰ ਵੜ ਕੇ 2 ਬੰਦਿਆਂ ਖਾਧੀ, ਕੋਈ ਮਤਲਬ ਮੈਂ ਨਹੀਂ, ਇੱਥੇ ਦੁਨੀਆ ਝੂਠੀਆਂ ਸਹੁੰਆਂ ਖਾਂਦੀ ਹੈ। ਲੱਖਾਂ ਦੇ ਇਕੱਠ ਦੇ ਵਿੱਚ ਤੁਸੀਂ ਗੁਰੂ ਮਹਾਰਾਜ ਦਾ ਨਾਂ ਲੈ ਕੇ ਸਹੁੰ ਖਾਧੀ ਹੈ, ਅਤੇ ਉਹ ਰੱਬ ਨੇ ਤੁਹਾਡਾ ਹਸ਼ਰ ਕੀ ਕੀਤਾ ਤੁਸੀਂ ਵੇਖ ਹੀ ਸਕਦੇ ਹੋ। ਮੈਂ ਤਾਂ BJP ਨੂੰ ਵੀ ਇੱਕ ਦਿਨ ਕਿਹਾ ਸੀਗਾ, ਇਹਨਾਂ ਦੇ ਮੈਨੂੰ ਲੀਡਰ ਮਿਲੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਤੁਸੀਂ ਪੰਜਾਬ ਲਈ ਚੰਗੇ ਕੰਮ ਕਰੋ, ਮੈਂ ਤੁਹਾਨੂੰ ਵੀ ਜੁਆਇਨ ਕਰ ਸਕਦਾ। ਮਤਲਬ ਪੰਜਾਬ ਨੂੰ ਕੋਈ ਦਿਓ ਤਾਂ ਸਹੀ ਨਾ, ਮਤਲਬ ਪੰਜਾਬ ਨੂੰ ਸੌਖਾ ਤਾਂ ਕਰੋ ਨਾ ਯਾਰ। ਅਤੇ ਤੁਸੀਂ ਚੰਗਾ ਕਿੱਥੋਂ ਕਰੋਗੇ? ਜਿੰਨੀ ਨੈਗੇਟਿਵਿਟੀ ਅਕਾਲੀ ਦਲ ਦੀ ਸੀ, ਉਸ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਦੀ ਸੀ। ਇਹਨੇ ਤਾਂ ਉਹਨਾਂ ਤੋਂ ਵੀ ਵੱਧ ਜਿਹੜਾ ਮਤਲਬ ਗਲਤ ਕੰਮ ਕੀਤੇ ਨੇ, ਅੱਖਾਂ ਬੰਦ ਕਰਕੇ ਰੱਖੀਆਂ ਨੇ। ਅਤੇ ਤੁਸੀਂ ਕੀ ਮਤਲਬ ਸ਼ਾਸਨ ਦਿਓਗੇ? ਉਹਨੇ ਐਕਚੁਅਲੀ BJP ਨੂੰ ਲਾਰਾ ਲਾਇਆ ਕਿ ਮੈਂ 40 MLA ਲੈ ਕੇ ਆਊਂਗਾ, ਅਤੇ ਗਏ ਤੇ ਵਿੱਚੋਂ 4 ਵੀ ਨਹੀਂ। ਹੁਣ ਤੁਸੀਂ ਪੜ੍ਹੇ ਲਿਖੇ ਹੋ ਜਗਤਾਰ ਜੀ, ਮੈਨੂੰ ਲੱਗਦਾ ਵੈਲ ਕੁਆਲੀਫਾਈ ਬੰਦੇ ਹੋ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਦੇਸ਼ ਦਾ ਸੰਵਿਧਾਨ ਕਿੱਥੇ ਹੈ? ਸਾਡੇ ਦੇਸ਼ 'ਚ ਕੋਈ ਕੋਰਟ ਕਾਨੂੰਨ ਹੈਗਾ? ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ। ਕੈਪਟਨ ਅਮਰਿੰਦਰ ਸਿੰਘ ਦੀਆਂ
ਔਨ ਰਿਕਾਰਡ ਔਨ ਰੋਲ ਜਿਹੜੀਆਂ ਸਟੇਟਮੈਂਟ ਨੇ ਕਿ ਮੇਰੇ ਕੋਲ ਮੰਤਰੀਆਂ ਦੀਆਂ ਫਾਈਲਾਂ ਸੀਗੀਆਂ, ਚੰਨੀ ਰੇਤਾ ਦਾ ਕੰਮ ਕਰਦਾ ਸੀ, ਜਾਂ ਸੁੱਖ ਸਰਕਾਰੀਆ ਫਲਾਣਾ ਕਰਦਾ ਸੀਗਾ, ਤ੍ਰਿਪਤ ਫਲਾਣਾ ਕਰਦਾ ਸੀਗਾ, ਉਹ ਫਾਈਲਸ ਮੈਂ ਸੋਨੀਆ ਗਾਂਧੀ ਨੂੰ ਦਿੱਤੀਆਂ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਦਿਨ ਮੈਂ ਸਹੁੰ ਕੱਢ ਕੇ ਬੈਠਾ ਸੀਗਾ, ਉਹਦੇ ਵਿੱਚ ਇਹ ਕਹਿੰਦਾ ਕਿ ਜੋ ਸੰਵਿਧਾਨ ਕਹਿੰਦਾ ਮੈਂ ਇਨ ਬਿਨ ਉਹਦੀ ਪਾਲਣਾ ਕਰੂੰਗਾ, ਬਿਨਾਂ ਕਿਸੇ ਭੇਦਭਾਵ ਦੇ ਕਰੂੰਗਾ, ਔਰ ਕੋਈ ਵੀ ਰਾਜ ਸੰਬੰਧਿਤ ਵਿਅਕਤੀ ਤੋਂ ਬਿਨਾਂ ਕਿਸੇ ਨਾਲ ਵੀ ਸਾਂਝਾ ਨਹੀਂ ਕਰੂੰਗਾ। ਤੇ ਸੋਨੀਆ ਗਾਂਧੀ ਕੀ ਸੀਗੀ ਸਰਕਾਰ ਦੇ ਵਿੱਚ? ਉਹਨੂੰ ਤੁਸੀਂ ਇਹ ਫਾਈਲਸ ਕਿਉਂ ਦਿੱਤੀਆਂ ਕਰਪਸ਼ਨ ਵਾਲੀਆਂ? ਚਲੋ ਦਿੱਤੀਆਂ, ਤੁਹਾਡੀ ਪਾਰਟੀ ਦੀ ਤੌਰ 'ਤੇ ਬੌਸ ਹੋ ਸਕਦੀ ਆ, ਮੁੱਖ ਮੰਤਰੀ ਦੇ ਤੌਰ 'ਤੇ ਤਾਂ ਨਹੀਂ। ਉਹਨਾਂ ਲੋਕਾਂ ਦੇ ਉੱਤੇ ਤੁਸੀਂ ਕਾਰਵਾਈ ਨਹੀਂ ਕੀਤੀ ਕਿਉਂਕਿ ਤੁਹਾਡਾ ਫਰਜ਼ ਬਣਦਾ ਸੀਗਾ। ਤੁਸੀਂ ਕਿਤੇ SHO ਲੱਗੇ ਹੋ ਅਤੇ ਤੁਹਾਨੂੰ ਪਤਾ ਹੋਵੇ ਵੀ ਆ ਫਲਾਣਾ ਬੰਦਾ ਕਾਤਲ ਹੈ, ਅਤੇ ਉਹਨੂੰ ਤੁਸੀਂ ਫੜ ਕੇ ਅੰਦਰ ਨਾ ਦਿਓ, ਤੁਹਾਡੇ ਸਾਹਮਣੇ ਕੁਰਸੀ 'ਤੇ ਆ ਕੇ ਬੈਠਾ ਹੋਵੇ, ਉਹ ਮੰਤਰੀ ਤੈਨੂੰ ਮਿਲਦੇ ਰਹੇ, ਅਤੇ ਕੀ ਗੱਲ SHO ਦੋਸ਼ੀ ਨਹੀਂ ਹੈਗਾ? ਤੂੰ ਸ਼ਰੇਆਮ ਮੰਨ ਰਿਹਾ, ਤੂੰ ਕਮਿਟ ਕਰ ਰਿਹਾ, ਤੂੰ ਐਡਮਿਟ ਕਰ ਰਿਹਾ ਮੇਰੇ ਕੋਲ ਫਾਈਲਾਂ ਸੀਗੀਆਂ ਇਹਨਾਂ ਦੀਆਂ ਕਰਪਸ਼ਨ ਦੀਆਂ ਅਤੇ ਮੈਂ ਕਾਰਵਾਈ ਨਹੀਂ ਕੀਤੀ, ਅਤੇ ਕੋਈ ਕੋਰਟ ਸੂ ਮੋਟੋ ਲੈ ਰਿਹਾ। ਇਸ ਤੋਂ ਵੱਡੀ ਗਵਾਹੀ ਕੀ ਹੋ ਸਕਦੀ ਹੈ? ਕੋਈ ਮਤਲਬ ਹਾਈ ਕੋਰਟ, ਸੁਪਰੀਮ ਕੋਰਟ, ਸੈਸ਼ਨ ਕੋਰਟ ਕੋਈ ਸੂ ਮੋਟੋ ਲੈ ਰਿਹਾ? ਕੋਈ ਅਫਸਰ ਦੀ ਸਟੇਟਮੈਂਟ ਆ ਰਹੀ ਹੈ ਕਿ ਅਸੀਂ ਮਤਲਬ ਜਿਹੜੇ ਤੱਥ ਇਕੱਠੇ ਕੀਤੇ ਉਹ ਅਫਸਰਾਂ ਹੀ ਕੀਤੇ ਸੀ ਨਾ? ਮਤਲਬ ਇਹ ਦੇਸ਼ ਦੇ ਤੰਤਰ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ। ਸਭ ਤੋਂ ਵੱਡਾ ਸਤੰਭ ਜੇ ਅਸੀਂ ਇਨਸਾਫ ਲੈਣ ਲਈ ਗਿਣਦੇ ਹਾਂ, ਕੋਰਟ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ। ਮੈਂ ਦਿਲੀ ਰਿਸਪੈਕਟ ਕਰਦਾ ਕਿ ਮਾੜੇ ਚੰਗੇ ਲੋਕ ਹੁੰਦੇ ਨੇ, ਪਰ ਉਹਨਾਂ ਦੇ ਉੱਤੇ ਵੀ ਵਿਸ਼ਵਾਸ ਹੌਲੀ ਹੌਲੀ। ਤੁਸੀਂ ਮੈਨੂੰ ਇੱਕ ਦਿਨ ਨਾ ਬੜਾ ਦੁੱਖ ਲੱਗਾ, TV 'ਚ ਇੱਕ ਐਡ ਚੱਲ ਰਹੀ ਹੈ, ਤੁਸੀਂ ਦੇਖੋ, ਆਮ ਤੌਰ 'ਤੇ ਅਖਬਾਰਾਂ 'ਚ ਤੁਸੀਂ ਪੱਤਰਕਾਰ ਹੋ ਨਾ, ਤੇ ਮੇਰੇ ਖਿਆਲ ਗਵਰਨਰ ਦਾ ਕੁਛ ਛੇਤੀ ਕੀਤਿਆਂ ਕਾਰਟੂਨ ਬਣ ਸਕਦਾ, ਸੰਵਿਧਾਨ ਹੈ ਸ਼ਾਇਦ, ਨਾ ਰਾਸ਼ਟਰਪਤੀ ਦਾ ਕਾਰਟੂਨ ਬਣ ਸਕਦਾ। ਅਤੇ ਮੈਂ ਇੱਕ ਦਿਨ ਐਡ ਦੇਖਦਾ ਸੀ, ਉਹ ਜੱਜ ਸਾਹਿਬ ਬੈਠੇ ਨੇ ਉਹਦੇ ਉੱਤੇ, ਅਤੇ ਉਹ ਐਡ ਆ ਰਹੀ ਹੈ ਚਿਪਸ ਦੀ, ਉਹ ਬਿੰਗੋ ਕੋਈ ਚਿਪਸ ਹੈ, ਉਹ ਜੱਜ ਕੋਲ ਪੁੱਛ ਰਿਹਾ ਮੁਜਰਮ ਨੇ ਬਿੰਗੋ ਖਾਇਆ ਕਿਆ, ਮਤਲਬ ਇਹਨੂੰ ਬਰੀ ਕਰ ਦਿਓ। ਮਤਲਬ ਕੋਰਟਾਂ ਦਾ ਵੀ ਤੁਸੀਂ ਯਾਰ ਮਜ਼ਾਕ ਬਣਾ ਕੇ ਰੱਖ ਦਿੱਤਾ ਇਹਨਾਂ ਚੀਜ਼ਾਂ ਦੇ ਉੱਤੇ, ਕੋਈ ਲਗਾਮ, ਕੋਈ। ਭਗਵੰਤ ਮਾਨ ਸਾਫ਼ ਦਿਲ ਬੰਦਾ ਹੈ ਜੀ, ਮੈਂ ਮਤਲਬ ਇਮੋਸ਼ਨਲੀ ਜਿਹੜੇ ਬੰਦੇ ਹੁੰਦੇ ਨੇ ਉਹ ਦਿਲ ਦੇ ਸਾਫ਼ ਹੁੰਦੇ ਨੇ, ਔਰ ਮੈਨੂੰ ਜਿੰਨਾ ਕੁ ਪਤਾ ਲੱਗਦਾ ਸੀਗਾ ਆਮ ਆਦਮੀ ਨਾਲ ਮਿਲ ਕੇ ਉਹਨੂੰ ਚਿਹਰਾ ਨਹੀਂ ਸੀ ਅਨਾਊਂਸ ਕਰਨਾ ਚਾਹੁੰਦੇ, ਆ ਲਾਸਟ ਦੇ ਵਿੱਚ ਕੀਤਾ ਗਿਆ। ਔਰ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਚੋਣ ਜਿੱਤਣ ਤੋਂ ਬਾਅਦ ਉਹਦੇ ਨਾਲ ਧੋਖਾ ਨਾ ਹੋਵੇ। ਮਤਲਬ ਭੋਲੇ ਭਾਲੇ ਬੰਦਿਆਂ ਨਾਲ ਅਕਸਰ ਹੁੰਦਾ ਧੋਖਾ ਹੀ ਆ, ਕੋਈ ਇਮੋਸ਼ਨ ਨਾਲ ਜੁੜੇ ਹੁੰਦੇ ਨੇ। ਔਰ ਕੱਲ੍ਹ ਨੂੰ ਜੋ ਪੰਜਾਬ ਦੀਆਂ ਡਿਮਾਂਡਸ ਨੇ ਨਾ, ਜੋ ਵੀ ਹੈ, ਉਹ ਕਹਿਣਗੇ ਅਸੀਂ ਦਿੱਲੀ ਤੋਂ ਚਲਾਉਣਾ, ਅਤੇ ਇਹ ਇਮੋਸ਼ਨਲ ਬੰਦਾ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਚਿਰ ਕਿਸੇ ਦੀ ਮੰਨ ਸਕਦਾ ਹੈ। ਕੋਈ ਡਿਮਾਂਡ ਗੁਲਾਮੀ ਜਿਹੜੀ ਝੱਲ ਸਕਦਾ, ਡਿਮਾਂਡ ਨਹੀਂ ਗੁਲਾਮੀ ਝੱਲ ਸਕਦਾ, ਕਿ ਕਿਸੇ ਦੇ ਰਿਮੋਟ ਵਾਂਗੂ ਚੱਲ ਸਕਦਾ। ਮੇਰੀਆਂ ਬੈਸਟ ਵਿਸ਼ਿਜ਼ ਨੇ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਆ, ਅਤੇ ਭਗਵੰਤ ਮਾਨ ਨੂੰ ਇੱਕ ਹੌਲੀ ਸੌਲੀ ਜਿਹੜਾ ਉਹ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ। ਪਰ ਮੈਂ ਫਿਰ ਕਹਿੰਦਾ ਕਿ ਬੜਾ ਵੱਡਾ ਚੈਲੰਜ ਹੈ ਕਿ ਜਿਨ੍ਹਾਂ ਲੋਕਾਂ ਦੀ ਇਹਨਾਂ ਟੀਮ ਇਕੱਠੀ ਕੀਤੀ, ਕੋਈ ਅਕਾਲੀ ਦਲ 'ਚੋਂ ਆਏ, ਕੋਈ ਕਾਂਗਰਸ 'ਚੋਂ ਆਏ, ਕੋਈ ਮਤਲਬ ਘਟੀਆ ਪੱਧਰ ਦੇ ਲੋਕ ਵੀ ਨੇ। ਚਲੋ ਠੀਕ ਹੈ, ਇੱਥੇ ਸਮਾਜ ਦੇ ਵਿੱਚ ਨਾ ਬਦਲਾਵ ਆਉਂਦਾ, ਮਤਲਬ ਮੈਂ ਜ਼ਿੰਦਗੀ 'ਚ ਇਹ ਨਹੀਂ ਕਿ ਮਾੜੇ ਕੰਮ ਨਹੀਂ ਕੀਤੇ ਹੋਣਗੇ, ਉਸ ਤੋਂ ਬਾਅਦ ਉਹਨਾਂ ਦੀ ਸੋਚ ਕਿਵੇਂ ਬਦਲਣੀ, ਉਹਨਾਂ ਦੇ ਉੱਤੇ ਕੰਟਰੋਲ ਕਿਵੇਂ ਰੱਖਣਾ, ਇਹ ਵੀ ਭਗਵੰਤ ਮਾਨ ਲਈ ਬੜਾ ਵੱਡਾ ਚੈਲੰਜ ਹੋਊਗਾ। ਅਤੇ ਉਹ ਪਾਰਟੀ, ਮੇਰਾ ਇੱਕ ਮੰਨਣਾ ਕਿ ਉਹ ਬੰਦੇ ਨੂੰ ਨੌਕਰ ਸਮਝਦੇ ਨੇ। ਮੈਂ ਤਾਂ ਤੁਹਾਨੂੰ ਪੁੱਛ ਲੈਣਾ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਤੋਂ ਬਿਨਾਂ ਕਿਸੇ MLA ਨੂੰ ਜਾਣਦੇ ਹੋ? ਕਿਸੇ ਦਾ ਨਾਂ ਦਿੱਲੀ 'ਚ ਹੈਗਾ? ਮਤਲਬ ਉਹ ਬੰਦੇ ਨੂੰ ਸਮਝਦੇ ਨੇ ਵੀ ਅਸੀਂ ਆ, ਵੀ ਬੋਲਣ ਵਾਲੇ ਬੰਦੇ ਨਹੀਂ ਚਾਹੀਦੇ। ਅਤੇ ਕਿਤੇ ਭਗਵੰਤ ਮਾਨ ਹੋਣਾ ਦੀ ਵੀ ਇਹ ਨਾ ਹੋਵੇ ਜਿੱਦਾਂ ਉਹ ਇੱਕ ਦਿਨ ਚੰਨੀ ਸਾਹਿਬ ਕਿਤੇ ਬੈਠੇ ਸੀਪ ਖੇਡਣ ਲੱਗ ਪਏ ਸੀ ਨਾ, ਅਤੇ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਸੀ, ਮੈਂ ਕਿਹਾ ਵੇਖੀ ਕਿਤੇ ਭਰਾਵਾ ਪੂਰੇ ਪੰਜਾਬ ਦੀ ਸੀਪ ਨਾ ਲਾ ਦੀ ਤੂੰ, ਸੋ ਕਿਤੇ ਭਗਵੰਤ ਮਾਨ ਹੋਣਾ ਦੇ ਵੀ ਸੀਪ ਨਾ ਲੱਗੇ। ਮਤਲਬ ਇਹ ਆਖਰੀ ਕਾਂਗਰਸ ਦਾ ਜਿਹੜਾ CM ਦਾ ਫੇਸ ਹੈਗਾ ਚਰਨਜੀਤ ਚੰਨੀ, ਮੈਂ ਤਾਂ ਬਿਲਕੁਲ ਕਾਬਲ ਨਹੀਂ ਗਿਣਦਾ ਜੀ। ਮਤਲਬ ਇੱਕ ਤੁਸੀਂ ਕਹਿ ਰਹੇ ਹੋ ਕਿ ਪੱਤਾ ਖੇਡਿਆ ਗਿਆ ਅਨੁਸੂਚਿਤ ਜਾਤੀਆਂ ਵਾਲਾ, ਜੋ ਚੰਨੀ ਸਾਹਿਬ ਨੇ 3 ਮਹੀਨੇ ਕੀਤਾ, ਮਤਲਬ ਜੋ ਪੰਜਾਬ ਨੂੰ ਦੇਣਾ ਚਾਹੀਦਾ ਸੀਗਾ, ਆ ਪਿੱਛੇ 10 ਕਰੋੜ ਰੁਪਈਆ ਇੱਥੇ, ਮਤਲਬ ਬਸ਼ਰਮੀ ਦੀ ਹੱਦ ਦੇਖੋ। ਦਿੱਲੀ ਤੋਂ ਇਹਨਾਂ ਦੇ ਨੇਤਾ ਆਉਂਦੇ ਨੇ, ਸਿੱਧੂ ਸਾਹਿਬ ਲਾਗੇ ਬੈਠੇ ਨੇ, ਉਹ ਕਹਿ ਰਹੇ ਨੇ ਕਿ ਨੋਟਬੰਦੀ ਹੋ ਗਈ ਹੈ ਅਤੇ 10 ਕਰੋੜ ਰੁਪਈਆ ਕਿੱਥੋਂ ਆਇਆ? ਉਸ ਤੋਂ ਬਾਅਦ ਮਤਲਬ ਕਹਿੰਦੇ ਆ ਨਾ ਵੀ ਸ਼ਰਮਿੰਦੇ ਦੇ ਬਸ਼ਰਮ ਦੇ ਪਿੱਛੇ ਰੁੱਖ ਉੱਗ ਜੇ, ਅਤੇ ਉਹ ਆਂਦਾ ਵੀ ਮੈਂ ਛਾਵੇਂ ਬਹੂੰਗਾ, ਅਤੇ ਜਾਂ ਬਸ਼ਰਮਾਂ ਦੀ ਡੁੱਲ ਗਈ ਦਾਲ, ਅਤੇ ਉਹ ਕਹਿੰਦੇ ਅਸੀਂ ਖਾਣੇ ਹੀ ਡੋਲਿਆ। ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਜਵਾਬ ਦਿਓ ਨਾ ਯਾਰ, ਉਹ ਆਏ ਕਿੱਥੋਂ, ਕਿਸ ਤਰ੍ਹਾਂ ਹੋਇਆ, ਕਾਰਨ ਕੀ ਹੈ? ਉਹਨਾਂ ਚੀਜ਼ਾਂ ਦੇ ਉੱਤੇ ਸਿਰਫ ਗਾਲਾਂ ਕੱਢਣੀਆਂ, BJP ਮਾੜੀ, ਉਹ ਇਹਨਾਂ ਨੂੰ ਕਹੋ ਇਹ ਚੋਰ ਨੇ। ਇੱਥੇ ਹੈ ਤੇ ਸਿਸਟਮ ਸਾਰਾ ਇੱਦਾਂ ਦਾ ਹੀ ਹੈ। ਕੋਈ ਚੰਗਾ ਕੰਮ ਚੰਨੀ ਸਾਹਿਬ ਆਏ, 18 ਨਿਕਾਤੀ ਪ੍ਰੋਗਰਾਮ ਦਿੱਲੀ ਤੋਂ ਲੈ ਕੇ ਆਏ ਸੀਗੇ, ਜਿਹ 'ਚ ਰੇਤਾ, ਸ਼ਰਾਬ, ਬੱਸਾਂ, ਇਹ ਉਹ ਸਾਰਾ ਕੁਝ ਸੀਗਾ। ਉਹਨਾਂ 18 ਚੋਂ ਇੱਕ ਮੁੱਦਾ ਮੈਨੂੰ ਹੱਲ ਜਿਹੜਾ ਕੀਤਾ ਦੱਸ ਦੇਣ। ਰੇਤਾ ਦੀ ਤੁਸੀਂ ਕੀ ਸਮਝਦੇ ਸੀ? ਸਮਗਲਿੰਗ ਜਾਂ ਜੋ ਵੀ ਸੀਗਾ, ਰੇਤ ਮਾਫੀਆ ਟੁੱਟ ਗਿਆ ਸੀਗਾ, ਲੀਕਰ ਮਾਫੀਆ ਟੁੱਟ ਗਿਆ ਸੀਗਾ, ਬੱਸ ਮਾਫੀਆ ਟੁੱਟ ਗਿਆ ਸੀਗਾ, ਨਸ਼ਾ ਪੰਜਾਬ 'ਚ ਖਤਮ ਹੋ ਗਿਆ ਸੀਗਾ, ਬੇਅਦਬੀ 'ਤੇ ਇਨਸਾਫ ਤੁਹਾਨੂੰ ਮਿਲ ਗਿਆ, ਨਸ਼ਿਆਂ ਦੇ ਮਤਲਬ ਦੋਸ਼ੀਆਂ ਦੇ ਉੱਤੇ ਤੁਹਾਨੂੰ ਇਨਸਾਫ ਮਿਲ ਗਿਆ। ਮਤਲਬ ਇਹਨਾਂ ਚੀਜ਼ਾਂ ਨੂੰ ਤੁਸੀਂ ਕੀਤਾ ਕੀ ਹੈ? ਅਤੇ ਮੈਂ ਤਾਂ ਮਤਲਬ ਸਭ ਤੋਂ ਜੇ ਕਹਿ ਲਓ ਤੁਸੀਂ ਵੀ ਨਾਕਾਮਯਾਬ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਗਿਣਦਾ।
ਇਹ ਮੇਰੇ ਆਖਰੀ ਦੋ ਕੁ ਸਵਾਲ ਆ। ਮਨਦੀਪ ਜੀ, ਮੈਨੂੰ ਲੱਗਦਾ ਸੀ ਕਿ ਤੁਸੀਂ ਇਲੈਕਸ਼ਨ 'ਚ ਆਓਗੇ, ਕਿ ਤੁਹਾਡੇ ਵਰਗੇ ਲੋਕ ਆਉਣੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਮੁੱਦਿਆਂ ਪ੍ਰਤੀ ਆਪਣਾ ਹਿਰਖ ਰੱਖਦੇ ਹੈਗੇ ਨੇ। ਆਉਣ ਵਾਲੇ ਸਮੇਂ 'ਚ ਉਮੀਦ ਹੈਗੀ ਹੈ ਕਿ ਅੰਮ੍ਰਿਤਸਰ ਤੋਂ ਮਨਦੀਪ ਮਰਨਾ ਕਿਸੇ ਪਾਰਟੀ ਦੇ ਉਮੀਦਵਾਰ ਹੋ ਸਕਦੇ, ਜਾਂ ਵਿਧਾਇਕੀ ਵਾਸਤੇ ਲੜਨਗੇ ਜਾਂ ਲੋਕ ਸਭਾ ਵਾਸਤੇ? ਜਗਤਾਰ ਜੀ, ਇਲੈਕਸ਼ਨ ਲੜਨਾ, ਇੱਥੇ ਤੁਸੀਂ ਕਿਸੇ ਵੀ ਬੰਦੇ ਨੂੰ, ਕਿਸੇ ਇਮੋਸ਼ਨਲ ਬੰਦੇ ਨੂੰ ਕਹੋ, ਉਹਦਾ ਮਤਲਬ ਦਿਲ ਕਰਦਾ ਕਿ ਮੈਂ ਇਲੈਕਸ਼ਨ ਲੜਾਂ, ਪਰ ਮੈਂ ਕਦੀ ਜ਼ਿੰਦਗੀ 'ਚ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਮਤਲਬ ਮੈਂ ਬੜੇ ਧੱਕੇ ਖਾਦੇ ਨੇ। 97 ਤੋਂ ਮੈਂ ਲੱਗਾ ਹੋਇਆ ਵਾਂ, ਅਤੇ ਮੈਨੂੰ ਇਹ ਲੱਗਦਾ ਸੀਗਾ ਕਿ ਕੋਈ ਪਾਰਟੀ ਸੁਹਿਰਦ ਹੋ ਕੇ ਪੰਜਾਬ ਲਈ ਕੰਮ ਕਰੇ, ਕੁਛ ਪੰਜਾਬ ਨੂੰ ਦਵੇ ਤੇ ਸਹੀ। ਜਦੋਂ ਕੇਜਰੀਵਾਲ ਹੋਣੀ ਆਉਂਦੇ ਨੇ ਵੀ 5-5 ਹਜ਼ਾਰ ਰੁਪਈਆ ਦੇਵਾਂਗੇ, ਮੈਨੂੰ ਉਹ ਨਜ਼ਰ ਨਹੀਂ ਆਉਂਦਾ ਕਿ ਐਡਾ ਵੱਡਾ ਤਾਮ ਝਾਮ ਵਿਖਾਇਆ ਜਾ ਰਿਹਾ ਕਿ 30,000 ਕਰੋੜ ਰੇਤਾ ਤੋਂ ਆ ਜਾਊਗਾ। ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਇੰਨੀ ਜ਼ਿਆਦਾ ਕਰਪਸ਼ਨ ਹੈ, ਜਿੰਨੀ ਉਹਨਾਂ ਕਰਪਸ਼ਨ ਗਣਾਤੀ ਇੰਨੀ ਡਿਵੈਲਪਮੈਂਟ ਨਹੀਂ ਹੈਗੀ ਪੰਜਾਬ ਦੇ ਵਿੱਚ। ਮੈਨੂੰ ਇਹ ਲੱਗਾ ਸੀਗਾ ਕਿ ਕੋਈ ਪਾਰਟੀ ਆਵੇ, ਉਹ ਰੋਡ ਮੈਪ ਲੈ ਕੇ ਆਵੇ ਕਿ ਯਾਰ ਆਹ ਅਸੀਂ ਮਤਲਬ ਪਲਾਨ ਕੀਤਾ, ਆਹ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਅਤੇ ਆਹ ਜਿਹੜੀਆਂ ਚੀਜ਼ਾਂ ਨੇ ਇੱਥੋਂ ਪੂਰੀਆਂ ਹੋਣਗੀਆਂ। ਕਿਸੇ ਨੇ ਵੀ ਨਹੀਂ ਦੱਸਿਆ, ਔਰ ਨਾ ਅਸੀਂ ਲੋਕ ਪੁੱਛਣ ਦੀ ਹਿੰਮਤ ਕਰਦੇ ਹਾਂ ਕਿ 5,000 ਦੇਣਾ ਕਿੱਥੋਂ ਹੈ। ਫਿਰ ਪੋਲੀਟੀਸ਼ੀਅਨ ਕੋਈ ਬੜਾ ਮਤਲਬ ਵਧੀਆ ਫਾਰਮੂਲਾ ਹੈ ਕਿ ਜੇ ਉਹਨਾਂ ਨੇ ਕੀਤਾ ਵਾਅਦਾ 5-5 ਹਜ਼ਾਰ ਦੇਣਾ, ਉਹ ਕਿਤੇ ਨਹੀਂ ਲਿਖਿਆ ਵੀ ਸਾਡੀ ਸਰਕਾਰ ਬਣਦਿਆਂ ਹੀ ਦਿੱਤਾ ਜਾਊਗਾ। ਉਹ ਤੁਸੀਂ ਅਖੀਰਲੇ 3 ਮਹੀਨੇ ਵੀ ਦਿਓ ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ, ਜਿਵੇਂ ਆ ਬਿਜਲੀ ਸਸਤੀ ਕਰ ਦਿੱਤੀ, ਜੇ ਤੁਸੀਂ ਇਸ ਰੇਟ 'ਤੇ ਬਿਜਲੀ ਦਿਓਗੇ, ਮੈਂ ਚਰਨਜੀਤ ਸਿੰਘ ਚੰਨੀ ਨੂੰ ਚੈਲੰਜ ਕਰਦਾ, ਤੇਰੀ ਸਰਕਾਰ ਬਣ ਜੇ, ਤੇਰੇ ਅਫਸਰਾਂ ਦੀਆਂ ਤਨਖਾਹਾਂ ਰੁਕ ਜਾਣਗੀਆਂ। ਸੋਰਸ ਤੁਸੀਂ ਕੋਈ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਨੂੰ ਲੱਗਾ ਨਹੀਂ ਕਿ ਯਾਰ ਮੈਂ ਅੱਜ ਤੁਹਾਡੇ ਚੋਣ ਮੈਨੀਫੈਸਟੋ ਦੇ ਉੱਤੇ ਕੰਮ ਕਰਕੇ ਇਲੈਕਸ਼ਨ ਲੜ ਲੈਣਾ ਇਹ ਲੋਕਾਂ ਦੇ ਵਿੱਚ ਲੈ ਕੇ, ਕੱਲ੍ਹ ਨੂੰ ਜੇ ਉਹ ਪੂਰਾ ਨਹੀਂ ਹੋਣਾ ਤਾਂ ਮੈਂ ਉਹ ਗਾਲਾਂ ਦਾ ਪਾਤਰ ਨਹੀਂ ਬਣਨਾ ਚਾਹੁੰਦਾ। ਇੰਨੇ ਲੋਕ ਮੈਨੂੰ, ਲੱਖਾਂ ਲੋਕ ਪਿਆਰ ਕਰਦੇ ਨੇ, ਮੈਂ ਜਿੱਥੇ ਜਾਂਦਾ ਮੈਨੂੰ ਇੱਜ਼ਤ ਮਾਨ ਦਿੰਦੇ ਨੇ। ਮੈਂ ਸਮਝਦਾ ਕਿ ਮੇਰਾ ਰੁਤਬਾ MLA MP ਤੋਂ ਵੱਡਾ, ਪਰ ਜਿੱਦਣ ਮੈਨੂੰ ਲੱਗਾ ਕਿ ਹਾਂ ਮੈਂ ਵਾਕਿਆ ਹੀ ਸੇਵਾ ਕਰ ਸਕਦਾ, ਜਿੱਦਣ ਮੈਨੂੰ ਲੱਗਾ ਕਿ ਹਾਂ ਯਾਰ ਇਹ ਲੋਕਾਂ ਕੋਲੋਂ ਮਤਲਬ ਮੈਂ ਵਾਕਿਆ ਹੀ ਕੁਝ ਲਿਆ ਕੇ ਪੰਜਾਬ ਨੂੰ ਦੇ ਸਕਦਾ, ਅਤੇ ਮੈਂ ਉਹਦਾ ਹਿੱਸਾ ਜ਼ਰੂਰ ਬਣਦਾ। ਮੇਰੀ ਇੱਕ ਸੋਚ ਹੈ, ਮਤਲਬ ਉਹ ਪੋਸੀਬਲ ਨਹੀਂ ਹੋ ਸਕਦੀ, ਪੂਰੀ ਨਹੀਂ ਹੋ ਸਕਦੀ, ਕਿ ਚੋਣ ਮੈਨੀਫੈਸਟੋ ਆਉਂਦਾ ਹਰ 2.5 ਸਾਲ ਬਾਅਦ। ਬਿਲਕੁਲ, ਲੋਕ ਸਭਾ ਦਾ ਆਉਂਦਾ ਅਤੇ ਵਿਧਾਨ ਸਭਾ ਦਾ ਆਉਂਦਾ, ਮਤਲਬ ਹਰ ਸਟੇਟ 'ਚ 2 ਚੋਣ ਮੈਨੀਫੈਸਟੋ ਆਉਂਦੇ ਨੇ। ਮੇਰਾ ਇਹ ਮੰਨਣਾ ਹੈ ਕਿ ਹਰ ਸਾਲ ਬਜਟ ਆਉਂਦਾ, ਤੁਹਾਡਾ ਬਜਟ ਆਉਣਾ ਹੀ ਨਹੀਂ ਚਾਹੀਦਾ, ਨਾ ਸਟੇਟ ਦਾ ਨਾ ਦੇਸ਼ ਦਾ। ਹਾਂ, ਇੰਸਟੈਂਟ ਆਈਟਮਸ ਤੁਸੀਂ ਬਜਟ ਦੇ ਵਿੱਚ ਲੈ ਕੇ ਆਓ। ਤੁਸੀਂ ਜੋ ਤੁਹਾਡਾ ਚੋਣ ਮੈਨੀਫੈਸਟੋ, ਤੁਸੀਂ ਉਹਦੇ 'ਚ ਹੀ ਦੱਸੋ ਨਾ 5 ਸਾਲਾਂ 'ਚ, ਤਾਂ ਤੁਹਾਡਾ ਚੋਣ ਮੈਨੀਫੈਸਟੋ ਹੀ ਤੁਹਾਡਾ ਬਜਟ ਹੋਣਾ ਚਾਹੀਦਾ। ਪਰ ਕੋਈ ਇਹਦੇ 'ਤੇ ਮਤਲਬ ਜਦੋਂ ਲੋਕਾਂ ਨੂੰ ਵੋਟਾਂ ਲੈਣੀਆਂ ਨੇ ਅਤੇ ਉਦੋਂ ਬਹੁਤ ਵੱਡੇ ਵਾਅਦੇ ਅਤੇ ਲਾਰੇ ਲਾਏ ਜਾਂਦੇ ਨੇ, ਅਤੇ ਜਦੋਂ ਮਤਲਬ ਇਹ ਜਿੱਦਾਂ ਹੁੰਦਾ ਨਾ ਕਿ ਧੀ ਪੁੱਤ ਦਾ ਵਿਆਹ ਕਰਨਾ ਹੁੰਦਾ ਅਤੇ ਕਰਜ਼ਾ ਚੁੱਕ ਕੇ ਕਰਦੇ ਆ, ਅਤੇ ਮਗਰੋਂ ਮੁੜ ਕੇ ਨਿਕਲਦਾ ਕਿਸੇ ਵੇਲੇ ਮਤਲਬ ਬੱਚੇ ਬੱਚੀਆਂ ਵੀ ਦੁਖੀ ਹੁੰਦੇ ਨੇ। ਇਸ ਤਰੀਕੇ ਦਾ ਤਾਮ ਝਾਮ ਅਤੇ ਇਸ ਤਰੀਕੇ ਦੀ ਜਿਹੜੀ ਫੋਕੀਆਂ ਗੱਲਾਂ ਨੇ, ਉਹਨਾਂ ਤੋਂ ਬਾਜ਼ ਆਉਣਾ ਚਾਹੀਦਾ। ਸੁਪਨੇ ਕੁਝ ਲੋਕਾਂ ਨੂੰ ਵਿਖਾਏ ਜਾਂਦੇ ਨੇ। ਅਤੇ ਮੈਂ ਇੱਕ ਦਿਨ ਤੁਹਾਨੂੰ ਮਤਲਬ ਹਾਸੇ ਵਾਲੀ ਗੱਲ ਦੱਸਾਂ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਜੁਆਇਨ ਕੀਤਾ 2014 ਦੇ ਵਿੱਚ ਜੀ। ਮੈਨੂੰ ਬੜਾ ਦੁੱਖ ਲੱਗਦਾ ਸੀ ਕਿ ਅਕਾਲੀ ਦਲ ਨੇ ਵੀ ਬੜੇ ਵਾਅਦੇ ਕੀਤੇ, ਕੇਂਦਰ ਨੇ ਵੀ ਉਦੋਂ ਕਿਹਾ ਜੀ 15-15 ਲੱਖ ਅਸੀਂ ਦੇਵਾਂਗੇ, ਆਹ ਕਰਾਂਗੇ, ਉਹ ਕਰਾਂਗੇ। ਅਤੇ ਲੋਕੀ ਨਾ, ਜਦੋਂ ਤੁਸੀਂ 15 ਲੱਖ ਰੁਪਈਆ, ਇੱਕ ਵੱਡਾ ਬੰਦਾ, ਚਾਹੇ ਉਹ ਨਰਿੰਦਰ ਮੋਦੀ ਨੇ, ਚਾਹੇ ਉਹ ਰਾਹੁਲ ਗਾਂਧੀ ਨੇ, ਚਾਹੇ ਉਹ ਅਮਿਤ ਸ਼ਾਹ ਨੇ, ਜਦੋਂ ਲੋਕਾਂ ਨੂੰ ਕਹਿ ਦਿੰਦੇ ਕਿ ਸਾਡੀ ਸਰਕਾਰ ਆ ਗਈ ਅਤੇ 15 ਲੱਖ ਰੁਪਈਆ ਦੇਵਾਂਗੇ, ਰਾਹੁਲ ਗਾਂਧੀ ਕਹਿ ਦਿੰਦਾ ਕਿ ਮਤਲਬ 10 ਲੱਖ ਦੇਵਾਂਗੇ, ਉਹ ਬੰਦਾ ਤਾਂ ਸੋਚ ਹੀ ਲੈਂਦਾ ਨਾ ਦੋਵਾਂ 'ਚੋਂ ਇੱਕ ਨੇ ਆਉਣਾ ਅਤੇ ਕੁਛ ਤਾਂ ਮਿਲੇਗਾ ਨਾ ਸਾਨੂੰ। ਕਈ ਬੰਦੇ ਉਸ ਤਰੀਕੇ ਨਾਲ ਪਲਾਨ ਕਰ ਲੈਂਦੇ ਨੇ, ਮਤਲਬ ਪਰਿਵਾਰਾਂ ਦੇ ਵਿੱਚ ਤੁਸੀਂ ਇਹ ਕਹਿ ਦਿੱਤਾ ਕਿ 8 ਸਿਲੰਡਰ ਅਸੀਂ ਦੇਵਾਂਗੇ ਅਤੇ ਇੰਨੀ ਪੈਨਸ਼ਨ ਦੇਵਾਂਗੇ। ਮਾੜੇ ਲੋਕ ਆਪਣਾ ਹਿਸਾਬ ਕਿਤਾਬ ਕਰਨਾ ਸ਼ੁਰੂ ਕਰ ਦਿੰਦੇ ਨੇ, ਯਾਰ ਇਹ ਆ ਜਾਣਗੇ ਅਤੇ ਇਸ ਤਰੀਕੇ ਸਾਡਾ ਘਰ ਥੋੜ੍ਹਾ ਸੌਖਾ ਹੋ ਜਾਣਾ, ਸਾਡੇ ਕੋਲ ਪੈਸੇ ਬਚ ਜਾਣੇ ਨੇ। ਉਸ ਤੋਂ ਬਾਅਦ ਜਦੋਂ ਤੁਹਾਨੂੰ ਮਿਲਦੇ ਨਹੀਂ, ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, ਮੈਂ ਕਿਹਾ ਜਿਸ ਤਰੀਕੇ ਲਾਰੇ ਲਾਏ ਜਾਂਦੇ ਨੇ ਸਰ, ਮੈਂ ਇੱਕ PIL ਪਾਉਣਾ ਚਾਹੁੰਦਾ। ਮੈਂ ਕੋਈ ਬਹੁਤਾ ਮਤਲਬ ਜਾਂਦਾ ਨਹੀਂ ਕੋਰਟਾਂ ਦੇ ਵਿੱਚ ਕੇਸ ਲੈ ਕੇ। ਮੈਂ ਕਿਹਾ ਮੈਂ ਇੱਕ PIL ਪਾਉਣੀ ਚਾਹੁੰਦਾ ਕਿ ਜਿਹੜਾ ਚੋਣ ਮੈਨੀਫੈਸਟੋ ਆਉਂਦਾ, ਜੇ ਉਹਨੂੰ ਉਹ ਬੰਦਾ ਪੂਰਾ ਨਹੀਂ ਕਰਦਾ ਅਤੇ ਉਹਦੇ ਉੱਤੇ 420 ਦਾ, ਜਿੱਦਾਂ ਲੋਕਾਂ ਦੀਆਂ ਭਾਵਨਾਵਾਂ ਆਹਤ ਕਰਨ ਦਾ ਪਰਚਾ ਹੁੰਦਾ, ਉਹਦੇ ਉੱਤੇ ਵੀ ਇੱਕ 295 ਦਾ ਅਤੇ 420 ਦਾ ਪਰਚਾ ਦਰਜ ਹੋਣਾ ਚਾਹੀਦਾ, ਔਰ ਉਹਦੇ ਉੱਤੇ ਕਈ ਸਾਲ ਅੱਗੋਂ ਪਾਬੰਦੀ ਲੱਗਣੀ ਚਾਹੀਦੀ ਹੈ ਚੋਣ ਲੜਨ ਦੀ। ਅਤੇ ਕੈਪਟਨ ਅਮਰਿੰਦਰ ਸਿੰਘ ਮੈਨੂੰ ਪਾ ਕੇ ਜੱਫੀ ਕਹਿੰਦੇ ਨੇ, ਨਹੀਂ ਬੇਟਾ ਇਹ ਉੱਥੇ ਐਕਸੈਪਟ ਨਹੀਂ ਹੁੰਦੀਆਂ। ਅਤੇ ਉਹ ਤਾਂ ਮੈਨੂੰ ਬਾਅਦ 'ਚੋਂ ਪਤਾ ਲੱਗਾ ਵੀ ਆਪਾਂ ਵੀ ਇਹੋ ਕੜੀ ਘੋਲਣੀ ਸੀਗੀ। ਤਾਂ ਕਰਕੇ ਮਤਲਬ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖੋ, ਇਲੈਕਸ਼ਨ ਕਮਿਸ਼ਨ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਨੋਟਿਸ, ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰ ਦੇਣੀ, ਮਤਲਬ ਜਿੰਨੇ ਉੱਤੋਂ ਤੋਂ ਇਹ ਕੀ ਗੱਲ, ਕਾਨੂੰਨ ਬਣ ਨਹੀਂ ਸਕਦੇ ਜਗਤਾਰ ਜੀ ਦੇਸ਼ ਦੇ ਵਿੱਚ, ਪਰ ਬਣਾਉਣਾ ਨਹੀਂ ਨਾ ਚਾਹੁੰਦਾ। ਆਪਣੇ ਅੰਦਰ ਚਾਨਣ ਹੈ ਨਾ ਕਿ ਮੈਂ ਵੀ ਨਹੀਂ ਕਰ ਸਕਦਾ ਯਾਰ, ਮੈਂ ਤਾਂ ਸਿਰਫ ਐਵੇਂ। ਆਖਰੀ ਸਵਾਲ, ਇੰਨਾ ਤੁਸੀਂ ਬੋਲਦੇ, ਚਾਹੇ ਨਵਜੋਤ ਸਿੱਧੂ ਹੋਏ, ਚਾਹੇ ਸੁਖਬੀਰ ਸਿੰਘ ਬਾਦਲ, ਚਾਹੇ ਬਿਕਰਮ ਮਜੀਠੀਆ ਹੋਏ, ਚਾਹੇ ਕੈਪਟਨ ਅਮਰਿੰਦਰ ਸਿੰਘ, ਡਰ ਵੀ ਲੱਗਦਾ, ਧਮਕੀਆਂ ਵੀ ਆਉਂਦੀਆਂ ਰਹੀਆਂ ਕਿ ਅਗਾਂਹ ਵੀ ਆਉਂਦੀਆਂ ਰਹਿਣਗੀਆਂ? ਮੈਂ ਦੇਖੋ ਜਗਤਾਰ ਜੀ, ਬੜੇ ਮਤਲਬ ਬੋਲਦਾ ਉਹਨਾਂ ਲੋਕਾਂ ਨੂੰ ਆ, ਮੈਨੂੰ ਇਹ ਮਾਣ ਹੈ ਕਿ ਜਿਨ੍ਹਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਦਾ, ਜਿਨ੍ਹਾਂ ਦੇ ਖਿਲਾਫ ਆਵਾਜ਼ ਚੁੱਕਣ ਤੋਂ ਕੋਈ ਡਰਦਾ। ਹਾਂ, ਡਰ ਪਹਿਲਾਂ ਮਤਲਬ ਲੱਗਦਾ ਸੀਗਾ ਕਿ ਮੈਨੂੰ ਅਸਲ 'ਚ ਜਿੱਦਾਂ ਬਿਕਰਮ ਮਜੀਠੀਆ ਸੀ, ਮੈਂ ਟੱਬਰ ਡਾ ਦੂੰ, ਆਹ ਕਰ ਦੂੰ, ਮਤਲਬ ਇਹੋ ਜਿਹੇ ਲਫ਼ਜ਼ ਵਰਤਦੇ ਰਹੇ ਨੇ ਜਦੋਂ ਮੈਂ ਅਕਾਲੀ ਦਲ 'ਚ ਰਿਹਾ।
ਔਰ ਮੈਂ ਕਹਿੰਦੇ ਆ ਨਾ ਕਿ ਕਿਸੇ ਬੰਦੇ ਨੂੰ ਇੰਨਾ ਨਾ ਡਰਾਓ ਵੀ ਉਹਦਾ ਡਰ ਹੀ ਖਤਮ ਹੋ ਜਾਏ। ਤੇ ਇੱਕ ਦਿਨ ਮੈਂ ਸੋਚਿਆ ਯਾਰ ਮਰਨਾ ਤੇ ਹੈ ਹੀ ਆ ਸਾਲਾ, ਮਤਲਬ ਮੇਰੇ ਟੱਬਰ ਤੁਸੀਂ ਮਾਰਨ ਤੱਕ ਜਾਣ ਡੇ ਹੋ ਤੇ ਇੱਕ ਵਾਰੀ ਲੜਦੇ ਆ ਨਾ, ਫਿਰ ਮੈਂ ਗੁਰੂ ਮਹਾਰਾਜ ਤੋਂ ਮਤਲਬ ਆਸ਼ੀਰਵਾਦ ਲੈਣਾ। ਮੇਰਾ ਇੱਕ ਨੇਮ ਹੈ, ਇਹਨੂੰ ਮੇਰੀ ਕੋਈ ਸ਼ੇਖੀ ਨਹੀਂ ਹੈਗੀ। ਮਤਲਬ ਮੈਂ ਨਹੀਂ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹਾਂ ਜਾਂ ਮੈਂ ਗੁਰੂ ਘਰ ਦਾ, ਮੈਂ ਤੇ ਕੁੱਕਰ ਹਾਂ। ਮਤਲਬ ਪੁੱਤਰਾਂ ਦੀ ਅਸੀਂ ਕਿੱਥੇ ਫਿਰ ਤੇ ਅਸੀਂ ਕੋਈ ਮਾੜਾ ਕਰਮ ਹੀ ਨਾ ਕਰੀਏ, ਮਤਲਬ ਅਸੀਂ ਤੇ ਪੂਰਾ ਮਤਲਬ ਭਾਣੇ 'ਚ ਰਹੀਏ ਤੇ ਬਾਣੀ 'ਚ ਰਹੀਏ। ਜਾਂ ਮੈਂ ਮੰਦਰ ਜਾਣਾ ਤੇ ਮੈਂ ਕਹਾਂ ਕਿ ਮੇਰੀ ਇੱਕ ਸ਼ੌਂਕ ਹੈ ਜੀ, ਮੈਂ ਮੰਦਰ ਵੀ ਚਲੇ ਜਾਂਦਾ, ਮੈਂ ਗੁਰਦੁਆਰੇ ਵੀ ਜਾਂਦਾ। ਮੇਰੇ ਲਈ ਹਰ ਚੀਜ਼ ਇੱਕ ਬਰਾਬਰ ਹੈ ਕਿ ਕਿਸੇ ਨੂੰ ਵੀ ਮੰਨ ਲਓ। ਲੋਕੀ ਤਾਂ ਮਤਲਬ ਪੱਥਰ ਨੂੰ ਮੰਨ ਕੇ ਵੀ, ਮੈਂ ਉਸ ਘਰ ਦੇ ਵਿੱਚ ਅਰਦਾਸ ਕਰਦਾ। ਤੁਸੀਂ ਮੇਰੀ ਇੰਟਰਵਿਊ ਕੀਤੀ ਤੇ ਮੈਂ ਇੱਕੋ ਹੀ ਹੁਣ ਮਤਲਬ ਸਵੇਰੇ ਅਰਦਾਸ ਕਰੂੰਗਾ ਕਿ ਬਾਬਾ ਮੇਰੇ ਸ਼ਬਦਾਂ ਦੀ ਲਾਜ ਰੱਖਿਓ, ਮੇਰੇ ਪੱਲੇ ਕੁਛ ਨਹੀਂ ਹੈਗਾ। ਮੈਂ ਉੱਥੇ ਜਾਣਾ ਔਰ ਡਰਦਾ ਮੈਂ ਸਿਰਫ ਉਹਦੇ ਤੋਂ ਆ। ਫਿਰ ਮੈਂ ਸੋਚ ਲਿਆ ਵੀ ਮਰਨਾ ਹੈਗਾ ਤੇ ਸਮਾਜ ਲਈ ਲੜ ਕੇ ਮਰਦੇ ਆ ਨਾ, ਵੀ ਉਸ ਤਰ੍ਹਾਂ ਵੀ ਤਾਂ ਖਾ ਪੀ ਕੇ ਮਰ ਹੀ ਜਾਣਾ ਕਿਤੇ ਨਾ ਕਿਤੇ। ਤੇ ਇਸ ਕਰਕੇ ਡਰਨ ਡੁਰਨ ਵਾਲੀ ਕੋਈ ਗੱਲ ਨਹੀਂ ਹੈਗੀ। ਤੇ ਜਿੰਨਾ ਕੁ ਚਿਰ ਸਾਹ ਪ੍ਰਾਣ ਹੈਗੇ ਆ ਤੇ ਕੋਸ਼ਿਸ਼ ਕਰਦਾ ਕਿ ਆਪਣੇ ਸੂਬੇ ਲਈ ਫਰਜ਼ ਨਿਭਾਊਂਗਾ। ਤੇ ਮੈਂ ਲੋਕਾਂ ਨੂੰ ਇਹ ਵੀ ਕਹਿੰਦਾ ਕਿ ਜ਼ਿੰਦਗੀ 'ਚ ਚੱਲਦੇ ਬਹੁਤ ਗਲਤੀਆਂ ਵੀ ਹੁੰਦੀਆਂ ਨੇ, ਤੇ ਮੈਂ ਕੋਈ ਐਡਾ ਸ਼ੇਖੀ ਵਾਲਾ ਐਡਾ ਕੋਈ ਈਗੋਸਟਿਕ ਬੰਦਾ ਨਹੀਂ ਹੈਗਾ ਕਿ ਹਾਂ ਮੈਂ ਮੰਨਣਾ ਹੀ ਨਹੀਂ। ਹੋ ਜਾਂਦੀਆਂ ਕਿਸੇ ਵੇਲੇ। ਤੇ ਮੈਂ ਫਿਰ ਤੁਹਾਨੂੰ ਆਪਣੀ ਗੱਲ 'ਤੇ ਆਉਣਾ, ਮੈਂ ਜ਼ਿੰਦਗੀ 'ਚ ਕੋਈ ਇਹੋ ਜਿਹੀ ਗਲਤੀ ਨਹੀਂ ਕਰਦਾ ਕਿ ਜਿਹਦਾ ਸਮਾਜ ਨੂੰ ਪੇ ਕਰਨਾ ਪਵੇ, ਸਮਾਜ ਨੂੰ ਉਹਦਾ ਮਤਲਬ ਭਰਪਾਈ ਕਰਨੀ ਪਵੇ ਤੇ ਸਮਾਜ ਨੂੰ ਉਹਦਾ ਨੁਕਸਾਨ ਹੋਵੇ ਜਾਂ ਸਾਡੀ ਜਨਰੇਸ਼ਨ ਨੂੰ ਨੁਕਸਾਨ ਹੋਵੇ। ਇਹੋ ਜਿਹੇ ਮੈਂ ਜ਼ਿੰਦਗੀ 'ਚ ਨਾ ਕੋਈ ਕੰਮ ਕਰਦਾ ਤੇ ਨਾ ਕੋਈ ਕਰੂੰਗਾ। ਡਰਦਾ ਮੈਂ ਪ੍ਰਮਾਤਮਾ ਤੋਂ ਆ, ਉਹਦੀ ਰਜ਼ਾ ਦੇ ਵਿੱਚ ਰਹਿਣਾ ਵਾ। ਇਕੱਲਾ ਹੀ ਮੈਂ ਰਹਿਣਾ। ਇੱਥੇ ਮੈਨੂੰ ਸਾਰੀਆਂ ਪਾਰਟੀਆਂ ਕਹਿ ਬੈਠੀਆਂ ਸੀ ਸਿਕਿਉਰਿਟੀ ਲਾ ਦਈਏ, ਕੋਈ ਜ਼ੈਡ ਲਾ ਦਈਏ, ਕੋਈ ਵਾਈ ਲਾ ਦਈਏ, ਕੋਈ ਫਲਾਣਾ। ਮੈਂ ਇਹਨਾਂ ਚੀਜ਼ਾਂ ਦੇ ਵਿੱਚ, ਤੁਹਾਡਾ ਲੋਕਾਂ 'ਚ ਪਿਆਰ ਹੋਣਾ ਚਾਹੀਦਾ। ਤੇ ਇਹ ਜਿੰਨੇ ਵੀ ਲੀਡਰ ਨੇ, ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ ਕਿ ਚੰਗੇ ਕੰਮ ਕਰੋ, ਤੁਹਾਨੂੰ ਸਿਕਿਉਰਿਟੀ ਦੀ ਲੋੜ ਹੀ ਨਾ ਪਵੇ। ਠੀਕ ਹੈ, ਕੋਈ ਮਾੜਾ ਮੈਨੂੰ ਮਾਰਨ ਦੀ ਵੀ ਸੋਚੂਗਾ। ਤੇ ਮੇਰਾ ਇੱਕ ਮੰਨਣਾ ਹੈ ਕਿ ਜੇ ਤੁਹਾਡੇ ਸਵਾਸ ਲਿਖੇ ਨੇ ਤੇ ਤੁਹਾਨੂੰ ਦੁਨੀਆ ਭਰ ਦੀ ਤਾਕਤ ਵੀ ਮਾਰ ਨਹੀਂ ਸਕਦੀ। ਤੇ ਜੇ ਤੁਸੀਂ ਜਾਣਾ ਤੇ ਫਿਰ ਤੁਹਾਨੂੰ ਬਾਹਰ ਕੱਢ ਕੇ ਮਾਰਨ ਦੀ ਲੋੜ ਨਹੀਂ, ਉੱਥੇ ਮੰਜੇ 'ਤੇ ਹੀ ਤੁਸੀਂ ਸੌਂ ਜਾਣਾ ਹੈ। ਮਤਲਬ ਮੈਂ ਥੋੜ੍ਹਾ ਜਿਹਾ ਇਸ ਤਰੀਕੇ ਰੱਬ 'ਚ ਬਹੁਤ ਵਿਸ਼ਵਾਸ ਕਰਦਾ। ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਭਾਜੀ ਤੁਹਾਡਾ, ਬਹੁਤ ਬਹੁਤ ਥੈਂਕ ਯੂ ਤੁਹਾਡੇ ABC ਚੈਨਲ ਦਾ। ਤੇ ਪ੍ਰਮਾਤਮਾ ਤੁਹਾਨੂੰ ਸਮਾਜ ਲਈ ਲੜਨ ਲਈ ਪ੍ਰੇਰਿਤ ਕਰਦਾ ਰਹੇ, ਚੰਗੇ ਕੰਮਾਂ ਲਈ। ਤੁਸੀਂ ਵੀ ਮਤਲਬ ਸਮਾਜ ਦੇ ਵਿੱਚ ਇੱਕ ਚੰਗਾ ਰੂਪ ਤੇ ਚੰਗਾ ਜਿਹੜਾ ਤੁਹਾਡਾ ਰੋਲ ਹੈ ਉਹਨੂੰ ਪਲੇਅ ਕਰੋ। ਜਿੰਨਾ ਵੀ ਸਾਡੇ ਕੋਲ ਯੋਗਦਾਨ ਇੱਕ ਦੂਜੇ ਕੋਲੋਂ ਪੈਂਦਾ ਇਸ ਸਮਾਜ ਦੇ ਵਿੱਚ ਸੁਧਾਰ ਕਰਨ ਲਈ, ਇਹਦੀਆਂ ਬੁਰਾਈਆਂ ਜਿਹੜੀਆਂ ਉਜਾਗਰ ਕਰਨ ਲਈ, ਚੰਗੇ ਕੰਮਾਂ 'ਚ ਲੋਕਾਂ ਦਾ ਧਿਆਨ ਲਾਉਣ ਲਈ, ਉਹ ਤੁਸੀਂ ਵੀ ਕਰਦੇ ਰਹੋ। ਮੇਰੀਆਂ ਬੈਸਟ ਵਿਸ਼ੇਸ ਨੇ ਜੀ। ਬਹੁਤ ਬਹੁਤ ਧੰਨਵਾਦ ਜੀ। ਔਰ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਕਿਉਂਕਿ ਪੰਜਾਬ ਨੇ ਬਹੁਤ ਮਾਰਾਂ ਝੱਲੀਆਂ ਨੇ ਤੇ ਇਸ ਟਾਈਮ ਪੰਜਾਬ ਜਿਸ ਤਰ੍ਹਾਂ ਕਿਹਾ ਯਾਰ ਵੈਂਟੀਲੇਟਰ ਦੇ ਗੁਰੂਆਂ ਦੇ ਪੰਜਾਬ ਨੂੰ ਅਸੀਂ ਮਾੜਾ ਪੰਜਾਬ ਕਹਿਣਾ ਕਿਉਂ ਸ਼ੁਰੂ ਕਰ ਦਿੱਤਾ? ਸਾਨੂੰ ਕਿਉਂ ਨਹੀਂ ਲੱਗਦਾ ਕਿ ਜਿਹੜੀ ਸਾਡੀ ਜਵਾਨੀ ਆ ਉਹ ਇੱਥੇ ਰਹਿ ਕੇ ਕੰਮ ਕਰ ਸਕਦੀ ਹੈ? ਤੇ ਮੌਕਾ ਪੰਜਾਬ ਦੀ ਜਨਤਾ ਵਾਸਤੇ ਕਿ ਉਹ ਉਮੀਦਵਾਰ ਚੁਣੇ ਜਾਣ ਜਿਹੜਾ ਤੁਹਾਨੂੰ ਲੱਗਦਾ ਕਿ ਵਾਕਈ ਅਗਲੇ 5 ਸਾਲ ਸੁਰੱਖਿਅਤ ਰਹਿਣਗੇ, ਮਹਿਫੂਜ਼ ਰਹਿਣਗੇ। ਤੇ ਸਮਾਂ ਬਹੁਤਾ ਦੂਰ ਨਹੀਂ, 4 ਦਿਨ ਬਾਅਦ ਵੋਟਾਂ ਨੇ ਤੇ 10 ਮਾਰਚ ਨੂੰ ਰਿਜ਼ਲਟ ਆ। ਤੇ ਫਿਰ ਸਾਨੂੰ ਪਛਤਾਉਣਾ ਨਹੀਂ ਪਏਗਾ। ਅਸੀਂ ਵਾਰ-ਵਾਰ ਪੰਜਾਬ ਨੂੰ ਵੇਖ ਲਿਆ ਕਿ ਪੰਜਾਬ ਨੇ ਬਹੁਤ ਮਾਰਾਂ ਚੱਲੀਆਂ ਤੇ ਅੱਜ ਸਾਡਾ ਪੰਜਾਬ ਕਿੱਥੇ ਖੜਾ ਤੇ ਕਿੱਥੇ ਹੁੰਦਾ ਸੀ ਤੇ ਆਉਣ ਵਾਲੇ ਸਮੇਂ 'ਚ ਕਿੱਥੇ ਰਹੇਗਾ, ਇਹ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜੇ 5 ਸਾਲ ਅਗਲੇ ਨੇ ਇਹ ਬੜੇ ਕੀਮਤੀ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ABC ਪੰਜਾਬ ਅੰਮ੍ਰਿਤਸਰ।